ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਨਾਲ ਸਿੱਖ ਰਾਜ ਦੀ ਉਸਾਰੀ ਕਿਸ ਤਰ੍ਹਾਂ ਹੋਈ ਬਾਰੇ ਮਹੱਤਵਪੂਰਨ ਇਤਿਹਾਸਿਕ ਅਤੇ ਦਿਲਚਸਪ ਜਾਣਕਾਰੀ ਸਾਂਝੀ ਕਰ ਰਹੀ ਹਾਂ। ਇਹ ਜਾਣਕਾਰੀ ਸਾਡੇ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਭਰਦੀ ਹੈ। ਇਸ ਤੋਂ ਪਹਿਲਾਂ ਕਿ ਅਸੀਂ ਇਹ ਜਾਣੀਏ ਕਿ ਸਿੱਖ ਰਾਜ ਦਾ ਮੁੱਢ ਕਿਸ ਤਰ੍ਹਾਂ ਬੱਝਾ, ਉਸ ਸਮੇਂ ਦੇ ਸਿੱਖਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਬਾਰੇ ਜਾਣਨਾ ਅਤੇ ਦੱਸਣਾ ਵੀ ਜ਼ਰੂਰੀ ਹੈ। ਸਿੱਖ ਬੜੇ ਸਰੀਰ ਦੇ ਸੁਡੋਲ, ਕੱਦ ਕਾਠ ਦੇ ਲੰਬੇ ਅਤੇ ਤਕੜੇ ਹੁੰਦੇ ਸਨ। ਉਹ ਵੱਡੀ ਤੋਂ ਵੱਡੀ ਔਕੜ ਨੂੰ ਖਿੜੇ ਮੱਥੇ ਚੱਲਦੇ ਸਨ। ਉਹ ਕੇਵਲ ਦੋ ਕੰਮ ਜਾਣਦੇ ਸਨ, ਸਿਪਾਹਗਿਰੀ ਅਤੇ ਖੇਤੀਬਾੜੀ। ਇਹ ਦੋਵੇਂ ਕੰਮ ਸਰੀਰਕ ਸ਼ਕਤੀ ਨੂੰ ਕਾਇਮ ਰੱਖਦੇ ਹਨ ਅਤੇ ਮਨੁੱਖ ਨੂੰ ਆਜ਼ਾਦ ਖਿਆਲ ਬਣਾਉਂਦੇ ਹਨ। ਸਿੱਖਾਂ ਦੇ ਵੈਰੀ ਵੀ ਉਹਨਾਂ ਦੀ ਤਾਰੀਫ ਕਰਨੋਂ ਨਹੀਂ ਸਨ ਰਹਿ ਸਕਦੇ। ਇੱਕ ਪਠਾਨ ਇਤਿਹਾਸਕਾਰ ਲਿਖਦਾ ਹੈ ਕਿ ਭਾਰਤ ਵਿੱਚ ਕੇਵਲ ਸਿੱਖ ਹੀ ਸਨ ਜੋ ਸ਼ਾਹੀ ਫੌਜ ਦਾ ਸਦਾ ਟਾਕਰਾ ਕਰਨ ਦੀ ਹਿੰਮਤ ਰੱਖਦੇ ਸਨ। ਉਹ ਗਰਮੀ, ਸਰਦੀ, ਭੁੱਖ ਨੰਗ ਨੂੰ ਬਰਦਾਸ਼ਤ ਕਰ ਸਕਦੇ ਸਨ ਅਤੇ ਚਰਿੱਤਰ ਦੇ ਬੜੇ ਉੱਚੇ ਸਨ। ਮੁਸੀਬਤਾਂ ਤੋਂ ਜ਼ਰਾ ਨਹੀਂ ਸਨ ਘਬਰਾਉਂਦੇ। ਜਿਤਨਾ ਉਹਨਾਂ 'ਤੇ ਕੋਈ ਜ਼ੁਲਮ ਕਰਦਾ ਸੀ ਉਹ ਉਤਨਾ ਹੀ ਉੱਭਰਦੇ ਸਨ। ਉਹ ਪੰਥ ਦੀ ਭਲਾਈ ਨੂੰ ਸਭ ਤੋਂ ਜ਼ਿਆਦਾ ਮਹਾਨਤਾ ਦਿੰਦੇ ਸਨ ਅਤੇ ਉਸ ਲਈ ਆਪਣਾ ਸਭ ਕੁਝ ਵਾਰਨ ਤੋਂ ਗੁਰੇਜ਼ ਨਹੀਂ ਸਨ ਕਰਦੇ। ਉਹਦਾ ਸਿਰ, ਉਹਦਾ ਟੱਬਰ, ਉਹਦਾ ਧਨ ਦੌਲਤ ਪੰਥ ਦੀ ਅਮਾਨਤ ਹੁੰਦੇ ਸਨ। ਪਰ ਜਿੱਤ ਨਾਲ ਉਹਨਾਂ ਦਾ ਸਿਰ ਨਹੀਂ ਸੀ ਫਿਰ ਜਾਂਦਾ। ਉਹ ਨਿਮਰਤਾ ਭਰਪੂਰ, ਸਿੱਧੇ ਸਾਦੇ ਅਤੇ ਸਿਦਕ ਵਾਲੇ ਬੰਦੇ ਸਨ। ਕਾਜ਼ੀ ਨੂਰੂਦੀਨ, ਜੋ ਅਬਦਾਲੀ ਦੇ ਹਮਲਿਆਂ ਸਮੇਂ ਉਹਨਾਂ ਦੇ ਨਾਲ ਹੀ ਆਉਂਦਾ ਜਾਂਦਾ ਸੀ, ਲਿਖਦਾ ਹੈ, ਸਿੱਖ ਲੜਾਈ ਦੇ ਮੈਦਾਨ ਵਿੱਚ ਸ਼ੇਰਾਂ ਵਾਂਗ ਲੜਦੇ ਹਨ। ਜੇ ਲੜਨਾ ਸਿੱਖਣਾ ਹੋਵੇ ਤਾਂ ਸਿੱਖਾਂ ਕੋਲੋਂ ਹੀ ਸਿੱਖਿਆ ਜਾ ਸਕਦਾ ਹੈ। ਉਹ ਬੜੇ ਜਾਂਬਾਜ਼ ਹੁੰਦੇ ਹਨ। ਮਹਿਮਾਨ ਨਿਵਾਜ਼ੀ ਵੇਲੇ ਉਹ ਹਾਤਮ ਤਾਈ ਕੋਲੋਂ ਵੀ ਜ਼ਿਆਦਾ ਫਿਆਜ਼-ਦਿਲ ਹੁੰਦੇ ਹਨ। ਗੰਗਾ ਨਦੀ ਤੋਂ ਲੈ ਕੇ ਸਿੰਧ ਨਦੀ ਤੱਕ ਉਹਨਾਂ ਦਾ ਕੋਈ ਟਾਕਰਾ ਨਹੀਂ ਕਰ ਸਕਦਾ। ਉਹ ਆਪਣੇ ਨੇਜ਼ਿਆਂ ਨਾਲ ਕੋਕਾਫ ਦੀ ਵੀ ਇੱਟ ਨਾਲ ਇੱਟ ਖੜਕਾ ਸਕਦੇ ਹਨ। ਤੀਰ ਅੰਦਾਜ਼ੀ, ਟਕੂਆ ਵਾਨ ਜਾਂ ਬੰਦੂਕ ਚਲਾਉਣ ਵਿੱਚ ਉਹ ਲਾਸਾਨੀ ਹਨ। ਲੜਾਈ ਵਿੱਚ ਜਦੋਂ ਭੱਜ ਜਾਣ ਤਾਂ ਇਹ ਨਾ ਸਮਝੋ ਕਿ ਉਹ ਹਾਰ ਖਾ ਗਏ ਹਨ, ਬਲਕਿ ਇਹ ਉਹਨਾਂ ਦੀ ਇੱਕ ਜ਼ਬਰਦਸਤ ਚਾਲ ਹੁੰਦੀ ਹੈ। ਜਿਹੜਾ ਇਸ ਚਾਲ ਵਿੱਚ ਫਸ ਜਾਏ ਉਹ ਬਚ ਕੇ ਨਹੀਂ ਨਿਕਲ ਸਕਦਾ। ਇਸ ਚਾਲ ਵਿੱਚ ਫਸ ਕੇ ਅਹਿਮਦ ਸ਼ਾਹ ਅਬਦਾਲੀ ਵੀ ਘਿਰ ਗਿਆ ਸੀ ਅਤੇ ਬੜੀ ਮੁਸ਼ਕਲ ਨਾਲ ਨਿਕਲਿਆ ਸੀ। ਲੜਾਈ ਵਿੱਚ ਉਹ ਨਾ ਕੇਵਲ ਬੁਜ਼ਦਿਲ ਨੂੰ ਮਾਰਦੇ ਹਨ, ਨਾ ਹੀ ਉਹਨੂੰ ਜੋ ਉਹਨਾਂ ਸਾਹਮਣੇ ਹਥਿਆਰ ਸੁੱਟ ਦੇਵੇ। ਉਹ ਕਿਸੇ ਔਰਤ ਦੇ ਗਹਿਣੇ ਨਹੀਂ ਲੁੱਟਦੇ। ਉਹਨਾਂ ਵਿੱਚ ਚੋਰੀ ਦਾ ਨਾਂ ਨਿਸ਼ਾਨ ਤੱਕ ਨਹੀਂ ਹੁੰਦਾ। ਹਰ ਇੱਕ ਜਵਾਨ ਸਿੱਖ ਫੌਜ ਵਿੱਚ ਭਰਤੀ ਹੋ ਸਕਦਾ ਸੀ। ਉਹਨਾਂ ਦਾ ਸਰਦਾਰ ਨੂੰ ਹਰ ਮੁਮਕਿਨ ਤਰੀਕੇ ਨਾਲ ਖੁਸ਼ ਰੱਖਦਾ ਸੀ। ਉਹਨਾਂ ਵਿੱਚ ਰੋਜ਼ਾਨਾ ਪਰੇਡ ਵਗੈਰਾ ਨਹੀਂ ਸੀ ਹੁੰਦੀ। ਇਹ ਘਾਟਾ ਉਹਨਾਂ ਦੇ ਅੰਦਰ ਆਪਣੇ ਧਰਮ ਲਈ ਅਥਾਹ ਜੋਸ਼ ਪੂਰਾ ਕਰ ਦਿੰਦਾ ਸੀ। ਹਰ ਇੱਕ ਸਿੱਖ ਸਰਦਾਰ ਦੀ ਫੌਜ, ਭਾਵੇਂ ਉਹ ਗਿਣਤੀ ਵਿੱਚ ਛੋਟੀ ਹੋਵੇ ਜਾਂ ਵੱਡੀ, ਦਲ ਖਾਲਸਾ ਵਿੱਚ ਆਪਣੀ ਖਾਸ ਥਾਂ ਰੱਖਦੀ ਸੀ। ਜਦੋਂ ਕਿਸੇ ਵੱਡੀ ਮੁਹਿੰਮ 'ਤੇ ਜਾਣਾ ਹੁੰਦਾ ਸੀ ਤਾਂ ਸਾਰੇ ਸਰਦਾਰ ਆਪਣੇ ਵਿੱਚੋਂ ਇੱਕ ਨੂੰ ਆਪਣਾ ਆਲਾ ਅਫਸਰ ਜਾਂ ਜਰਨੈਲ ਚੁਣ ਲੈਂਦੇ ਸਨ ਅਤੇ ਉਹਦੇ ਹੁਕਮ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਸਨ। ਸਿਪਾਹੀਆਂ ਨੂੰ ਕੋਈ ਨਿਯਤ ਨਹੀਂ ਕੀਤੀ ਤਨਖਾਹ ਨਹੀਂ ਸੀ ਮਿਲਦੀ। ਉਹਨਾਂ ਨੂੰ ਲੁੱਟ ਦੇ ਸਮਾਨ ਵਿੱਚੋਂ ਬਰਾਬਰ ਦਾ ਹਿੱਸਾ ਮਿਲਦਾ ਸੀ ਜਾਂ ਕੁਝ ਜ਼ਮੀਨ ਜਾਂ ਹਾੜੀ ਸਾਹਮਣੀ ਫਸਲ ਦੀ ਪੈਦਾਵਾਰ ਦਾ ਮਿੱਥਿਆ ਹੋਇਆ ਹਿੱਸਾ ਮਿਲ ਜਾਂਦਾ ਸੀ। ਲੜਾਈ ਸਮੇਂ ਹਰ ਸਿਪਾਹੀ ਕੋਲ 2 ਕੰਬਲ, ਬਰੂਦ, ਸਿੱਕੇ ਦਾ ਥੈਲਾ ਅਤੇ ਭੁੱਜੇ ਹੋਏ ਛੋਲੇ ਹੁੰਦੇ ਸਨ। ਹਥਿਆਰਾਂ ਵਿੱਚੋਂ ਨੇਜ਼ੇ, ਭਾਲੇ, ਤਲਵਾਰ, ਖੰਜਰ, 2 ਧਾਰੀ ਤਲਵਾਰ, ਨੇਜ਼ੇ, ਭਾਲੇ, ਬੰਦੂਕਾਂ, ਤੀਰ ਕਮਾਨ ਆਦਿ ਵਰਗੇ ਸ਼ਸਤਰ ਹੁੰਦੇ ਸਨ। ਇਹ ਆਮੋ ਸਾਹਮਣੇ ਲੜਾਈ ਨਹੀਂ ਸਨ ਕਰਦੇ। 40-50 ਘੋੜਸਵਾਰਾਂ ਦਾ ਇੱਕ ਦਸਤਾ ਦੁਸ਼ਮਣ 'ਤੇ ਅਚਾਨਕ ਹਮਲਾ ਕਰਕੇ ਹਫੜਾ ਦਫੜੀ ਮਚਾ ਦਿੰਦਾ ਸੀ ਅਤੇ ਫਿਰ ਗਾਇਬ ਹੋ ਜਾਂਦਾ ਸੀ। ਇਸ ਨਾਲ ਵੈਰੀ ਬੜਾ ਘਬਰਾ ਜਾਂਦਾ ਸੀ। ਹਮਲਾ ਕਰਕੇ ਅਚਾਨਕ ਉਹ ਨੱਸ ਜਾਂਦੇ ਸਨ ਤਾਂ ਜੋ ਵੈਰੀ ਉਹਨਾਂ ਦਾ ਪਿੱਛਾ ਕਰੇ ਅਤੇ ਆਪਣੀ ਫੌਜ ਨਾਲ ਟੁੱਟ ਕੇ ਘੇਰੇ ਵਿੱਚ ਆ ਜਾਵੇ। ਉਹ 50 ਤੋਂ ਲੈ ਕੇ 125 ਮੀਲ ਤੱਕ ਘੋੜੇ 'ਤੇ ਰੋਜ਼ਾਨਾ ਸਫ਼ਰ ਕਰ ਸਕਦੇ ਸਨ। ਉਹ ਘੋੜੇ ਨੂੰ ਬੜਾ ਪਿਆਰ ਕਰਦੇ ਸਨ। ਉਹ ਬਿਲਕੁਲ ਸਾਦੀ ਖੁਰਾਕ ਖਾਂਦੇ ਸਨ। ਮਿੱਸੀ ਰੋਟੀ, ਮੱਖਣ ਅਤੇ ਲੱਸੀ ਉਹਨਾਂ ਦੀ ਮਨਭਾਉਂਦੀ ਖੁਰਾਕ ਸੀ। ਪਰ ਲੜਾਈ ਸਮੇਂ ਉਹ 2 ਬੁੱਕ ਛੋਲੇ ਖਾ ਕੇ ਅਤੇ ਪਾਣੀ ਪੀ ਕੇ ਸਾਰਾ ਦਿਨ ਗੁਜ਼ਾਰਾ ਕਰ ਲੈਂਦੇ ਸਨ। ਸ਼ਿਕਾਰ ਮਾਰ ਕੇ ਖਾਣ ਦੇ ਬੜੇ ਸ਼ੌਕੀਨ ਸਨ। ਸੂਰ ਦਾ ਸ਼ਿਕਾਰ ਖਾਸ ਪਸੰਦ ਕਰਦੇ ਸਨ। ਉਹ ਖੱਦਰ ਦੇ ਕੱਪੜੇ ਪਾਉਂਦੇ ਸਨ। ਇੱਕ ਪੱਗ, ਕਸ਼ਹਿਰਾ, ਗੋਡਿਆਂ ਤੱਕ ਕੁੜਤਾ ਅਤੇ ਲੱਕ ਦੇ ਦੁਆਲੇ ਬੰਨਿਆ ਸਾਫਾ ਉਹਨਾਂ ਦੇ ਬਸਤਰ ਹੁੰਦੇ ਸਨ। ਖੁੱਲ੍ਹੀ ਹਵਾ ਵਿੱਚ ਖੇਡਾਂ ਕਰਨ ਦੇ ਬੜੇ ਸ਼ੌਕੀਨ ਸਨ। ਗੁੱਲੀ ਡੰਡਾ ਅਤੇ ਕਬੱਡੀ ਜ਼ਿਆਦਾ ਪ੍ਰਚਲਿਤ ਖੇਡਾਂ ਸਨ। ਉਹ ਕੁਸ਼ਤੀ ਕਰਕੇ ਬੜੇ ਖੁਸ਼ ਹੁੰਦੇ ਸਨ। ਉਹ ਮੇਲਿਆਂ ਨੂੰ ਬੜਾ ਪਸੰਦ ਕਰਦੇ ਸਨ। ਦੀਵਾਲੀ, ਵਿਸਾਖੀ ਅਤੇ ਤਿਉਹਾਰਾਂ 'ਤੇ ਉਹ ਸ੍ਰੀ ਅੰਮ੍ਰਿਤਸਰ ਵਿੱਚ ਜ਼ਰੂਰ ਇਕੱਠੇ ਹੁੰਦੇ ਸਨ। ਇਸ ਸਮੇਂ ਇਕੱਠੇ ਹੋ ਕੇ ਪੰਥ ਦੀ ਭਲਾਈ ਅਤੇ ਹੋਰ ਸਾਂਝੇ ਸਵਾਲਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਸਨ। ਇਹ ਉਹਨਾਂ ਦੀ ਰਾਜਨੀਤਿਕ ਜਾਂ ਫੌਜੀ ਸਫਲਤਾ ਦਾ ਸਭ ਤੋਂ ਵੱਡਾ ਰਾਜ ਸੀ। ਆਓ ਜਾਣਕਾਰੀ ਹਾਸਲ ਕਰਦੇ ਹਾਂ ਸਿੱਖ ਰਾਜ ਦੀ ਉਸਾਰੀ। ਸ਼ੁਭ ਇਛਾਵਾਂ, ਹਰਜੀਤ ਬਮਰਾ।
ਸਿੱਖ ਰਾਜ ਦੀ ਉਸਾਰੀ। ਬੰਦੇ ਬਹਾਦਰ ਦੀ ਮੌਤ ਪਿੱਛੋਂ। ਬੰਦੇ ਬਹਾਦਰ ਦੀ 1716 ਵਿੱਚ ਸ਼ਹੀਦੀ ਪਿੱਛੋਂ ਸਿੱਖਾਂ ਨੂੰ ਆਪਣੀ ਹੋਂਦ ਕਾਇਮ ਕਰਨ ਲਈ ਅਗਲੇ 50 ਸਾਲਾਂ ਵਿੱਚ ਬੜੀਆਂ ਹੀ ਔਕੜਾਂ ਦਾ ਸਾਹਮਣਾ ਕਰਨਾ ਪਿਆ, ਬੜੀਆਂ ਕੁਰਬਾਨੀਆਂ ਕਰਨੀਆਂ ਪਈਆਂ, ਪਰ ਉਹਨਾਂ ਨੇ ਹਰ ਔਕੜ ਦਾ ਹਿੰਮਤ ਅਤੇ ਦਲੇਰੀ ਨਾਲ ਟਾਕਰਾ ਕੀਤਾ ਅਤੇ ਅਖੀਰ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਪੰਜਾਬ ਵਿੱਚ ਸਿੱਖ ਰਾਜ ਦੀ ਨੀਂਹ ਰੱਖੀ। ਔਰੰਗਜ਼ੇਬ ਦੀ ਗਲਤ ਨੀਤੀ ਕਾਰਨ ਮੁਗਲ ਰਾਜ ਹੌਲੀ ਹੌਲੀ ਕਮਜ਼ੋਰ ਹੁੰਦਾ ਗਿਆ। ਰਾਜ ਨੂੰ ਦਿਨੋਂ ਦਿਨ ਕਮਜ਼ੋਰ ਹੁੰਦਾ ਵੇਖ ਕੇ ਬਾਹਰਲੇ ਹਮਲਾਵਰਾਂ ਦੇ ਹੌਸਲੇ ਵਧਣੇ ਸ਼ੁਰੂ ਹੋ ਗਏ ਅਤੇ ਉਹਨਾਂ ਨੇ 1739 ਵਿੱਚ ਉੱਤਰ ਪੱਛਮ ਵੱਲੋਂ ਭਾਰਤ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਿੱਖਾਂ ਵਰਗੀ ਅਣਖੀਲੀ ਕੌਮ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਕਿ ਵਿਦੇਸ਼ੀ ਲੋਕ ਆ ਕੇ ਭਾਰਤ ਨੂੰ ਲੁੱਟੀ ਜਾਣ ਵਾਲੇ ਲੋਕਾਂ ਦੀਆਂ ਨੂੰਹਾਂ ਧੀਆਂ ਚੁੱਕ ਕੇ ਆਪਣੇ ਦੇਸ਼ ਨੂੰ ਲੈ ਜਾਣ। ਉਹਨਾਂ ਨੇ ਹਮਲਾਵਰਾਂ ਦਾ ਆਪਣੇ ਛਾਪਾਮਾਰ ਦਸਤਿਆਂ ਨਾਲ ਨੱਕ ਵਿੱਚ ਦਮ ਕਰ ਛੱਡਿਆ ਅਤੇ ਉਹਨਾਂ ਨੇ ਨਾ ਕੇਵਲ ਉਹਨਾਂ ਪਾਸੋਂ ਲੁੱਟ ਦਾ ਮਾਲ ਹੀ ਖੋਹ ਲੈਂਦੇ ਰਹੇ, ਬਲਕਿ ਉਹਨਾਂ ਦਾ ਕਾਫੀ ਜਾਨੀ ਨੁਕਸਾਨ ਵੀ ਕਰਦੇ ਰਹੇ। ਮਈ 1739 ਵਿੱਚ ਜਦ ਨਾਦਰ ਸ਼ਾਹ ਨੇ ਹਮਲਾ ਕੀਤਾ ਤਾਂ ਪੂਰੇ 5 ਮਹੀਨੇ ਤੱਕ ਪੰਜਾਬ ਵਿੱਚ ਗੜਬੜ ਮੱਚੀ ਰਹੀ ਅਤੇ ਮੁਗਲ ਰਾਜ ਪ੍ਰਬੰਧ ਬਿਲਕੁਲ ਨਕਾਰਾ ਹੋ ਗਿਆ। ਸਿੱਖਾਂ ਨੇ ਇਸ ਹਾਲਤ ਤੋਂ ਪੂਰਾ ਲਾਭ ਉਠਾਇਆ। ਉਹਨਾਂ ਨੇ ਕਪੂਰ ਸਿੰਘ, ਬਾਗ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਵਰਗੇ ਦਲੇਰ ਅਤੇ ਅਣਖੀਲੇ ਸਰਦਾਰਾਂ ਦੇ ਝੰਡਿਆਂ ਹੇਠ ਇਕੱਠੇ ਹੋ ਕੇ ਉੱਤਰੀ ਪੰਜਾਬ ਵਿੱਚ ਲੁੱਟਮਾਰ ਸ਼ੁਰੂ ਕਰ ਦਿੱਤੀ। ਜਲਦੀ ਹੀ ਉਹਨਾਂ ਨੇ ਡੱਲੇਵਾਲ ਦੇ ਅਸਥਾਨ 'ਤੇ ਇੱਕ ਕਿਲ੍ਹਾ ਬਣਾ ਲਿਆ। ਇੱਥੇ ਨਾ ਕੇਵਲ ਉਹ ਲੁੱਟਮਾਰ ਦਾ ਸਮਾਨ ਹੀ ਇਕੱਠਾ ਕਰਦੇ ਸਨ, ਬਲਕਿ ਔਕੜ ਵੇਲੇ ਇੱਥੇ ਆ ਕੇ ਪਨਾਹ ਵੀ ਲੈ ਸਕਦੇ ਸਨ। ਸਿੱਖਾਂ ਦੀ ਇਸ ਸਫਲਤਾ ਦਾ ਵੱਡਾ ਕਾਰਨ ਇਹ ਸੀ ਕਿ ਨਾਦਰ ਸ਼ਾਹ ਦਿੱਲੀ 'ਤੇ ਹਮਲਾ ਕਰਨ ਲਈ ਪੰਜਾਬ ਵਿੱਚੋਂ ਸਾਰੀਆਂ ਮੁਸਲਮਾਨ ਫੌਜਾਂ ਨਾਲ ਲੈ ਗਿਆ ਸੀ। ਜਦੋਂ ਦਿੱਲੀ ਨੂੰ ਲੁੱਟ ਕੇ ਵਾਪਸ ਮੁੜਿਆ, ਸਿੱਖਾਂ ਨੂੰ ਜਾਸੂਸਾਂ ਨੇ ਉਹਨਾਂ ਦੀ ਵਾਪਸੀ ਦੀ ਖਬਰ ਲਿਆ ਦਿੱਤੀ। ਉਹਨਾਂ ਨੇ ਉਸੇ ਵੇਲੇ ਆਪਣੀ ਘੋੜਸਵਾਰ ਫੌਜ ਨੂੰ ਛੋਟੇ ਛੋਟੇ ਦਸਤਿਆਂ ਵਿੱਚ ਵੰਡ ਲਿਆ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਉਹ ਨਾਦਰ ਸ਼ਾਹ ਦੇ ਵਾਪਸ ਮੁੜ ਰਹੇ ਲਸ਼ਕਰ ਦੇ ਪਿੱਛੇ ਲੱਗੇ ਰਹਿਣ ਅਤੇ ਗਾਹੇ ਬਗਾਹੇ ਉਸ 'ਤੇ ਛਾਪੇ ਮਾਰ ਕੇ ਉਸ ਦਾ ਖਜ਼ਾਨਾ ਲੁੱਟਦੇ ਰਹਿਣ। ਇਸ ਨਿਸ਼ਾਨੇ ਵਿੱਚ ਉਹ ਕਾਫੀ ਹੱਦ ਤੱਕ ਸਫਲ ਰਹੇ ਅਤੇ ਉਹਨਾਂ ਨੇ ਨਾਦਰ ਸ਼ਾਹ ਦੀ ਲੁੱਟ ਦਾ ਕਾਫੀ ਹਿੱਸਾ ਕਾਬੂ ਕਰ ਲਿਆ। ਇੱਕ ਤਾਂ ਸਖਤ ਗਰਮੀ ਕਰਕੇ, ਦੂਜੇ ਭਾਰੀ ਹਥਿਆਰਾਂ ਨਾਲ ਲੈਸ ਹੋਣ ਕਰਕੇ ਨਾਦਰ ਸ਼ਾਹ ਦੇ ਸਿਪਾਹੀ ਸਿੱਖਾਂ ਦੇ ਫੁਰਤੀਲੇ ਘੋੜਸਵਾਰਾਂ ਦਾ ਪਿੱਛਾ ਨਾ ਕਰ ਸਕਦੇ। ਇਸ ਲੁੱਟ ਨਾਲ ਸਿੱਖ ਹੋਰ ਵੀ ਮਜ਼ਬੂਤ ਹੋ ਗਏ। ਨਾਦਰ ਸ਼ਾਹ ਦੇ ਹਮਲੇ ਤੋਂ ਪੈਦਾ ਹੋਈ ਹਲਚਲ ਦੇ ਕਾਰਨ ਪੰਜਾਬ ਦੇ ਸ਼ਹਿਰਾਂ ਦੇ ਸ਼ਹਿਰ ਖਾਲੀ ਹੋ ਗਏ ਸਨ ਅਤੇ ਸਾਰਾ ਕਾਰੋਬਾਰ ਬਿਲਕੁਲ ਰੁਕ ਗਿਆ ਸੀ। ਇਸ ਹਾਲਤ 'ਤੇ ਕਾਬੂ ਪਾਉਣ ਲਈ ਲੰਬੀ ਸੋਚ ਵਿਚਾਰ ਪਿੱਛੋਂ ਲਾਹੌਰ ਦਾ ਮੁਗਲ ਸੂਬੇਦਾਰ ਜ਼ਕਰੀਆ ਖਾਂ ਇਸ ਨਤੀਜੇ 'ਤੇ ਪਹੁੰਚਿਆ ਕਿ ਸੂਬੇ ਵਿੱਚ ਇਸ ਅਸ਼ਾਂਤੀ ਦਾ ਵੱਡਾ ਕਾਰਨ ਸਿੱਖ ਹਨ ਅਤੇ ਦੁਬਾਰਾ ਸ਼ਾਂਤੀ ਕਾਇਮ ਕਰਨ ਲਈ ਇਹ ਜ਼ਰੂਰੀ ਹੈ ਕਿ ਸਿੱਖਾਂ ਦੀ ਸ਼ਕਤੀ ਨੂੰ ਹਰ ਮੁਮਕਿਨ ਤਰੀਕੇ ਨਾਲ ਕੁਚਲ ਦਿੱਤਾ ਜਾਵੇ। ਇਸ ਮਨਸ਼ੇ ਨੂੰ ਮੁੱਖ ਰੱਖ ਕੇ ਉਹਨਾਂ ਨੇ ਆਪਣੀ ਫੌਜ ਦੇ ਘੋੜਸਵਾਰ ਦਸਤਿਆਂ ਨੂੰ ਸਿੱਖਾਂ ਦੇ ਮਗਰ ਲਾ ਦਿੱਤਾ ਅਤੇ ਡੱਲੇਵਾਲ ਦੇ ਕਿਲ੍ਹੇ ਨੂੰ ਪੱਧਰਾ ਕਰ ਦਿੱਤਾ। ਬਹੁਤ ਸਾਰੇ ਸਿੱਖ ਮਾਰੇ ਗਏ, ਕਾਫੀ ਜਕੜ ਕੇ ਲਾਹੌਰ ਲਿਆਂਦੇ ਗਏ ਅਤੇ ਉੱਥੋਂ ਸ਼ਹੀਦਗੰਜ ਦੇ ਅਸਥਾਨ 'ਤੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਗਏ। ਪਿੰਡਾਂ ਵਿੱਚ ਲੰਬਰਦਾਰਾਂ ਨੂੰ ਖਾਸ ਹਦਾਇਤ ਦਿੱਤੀ ਗਈ ਕਿ ਉਹ ਆਪਣੇ ਇਲਾਕੇ ਵਿੱਚ ਕਿਸੇ ਸਿੱਖ ਨੂੰ ਪਨਾਹ ਨਾ ਦੇਣ। ਜ਼ਕਰੀਆ ਖਾਂ ਦਾ ਇਹ ਸਖਤ ਰਵੱਈਆ ਵੇਖ ਕੇ ਸਿੱਖ ਸਰਹੰਦ ਵੱਲ ਚਲੇ ਗਏ ਅਤੇ ਉਹਨਾਂ ਲੁੱਟਮਾਰ ਦਾ ਕੰਮ ਉੱਥੇ ਸ਼ੁਰੂ ਕਰ ਦਿੱਤਾ। ਦਿੱਲੀ ਦੇ ਮੁਗਲ ਸ਼ਹਿਨਸ਼ਾਹ ਮੁਹੰਮਦ ਸ਼ਾਹ ਨੂੰ ਜਦ ਪਤਾ ਲੱਗਾ ਕਿ ਸਰਹੰਦ ਵਿੱਚ ਸਿੱਖਾਂ ਨੇ ਬਦਅਮਨੀ ਫੈਲਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਉਹਨੇ ਵੀ ਜ਼ਕਰੀਆ ਖਾਂ ਵਾਂਗ ਉਹਨਾਂ ਵਿਰੁੱਧ ਸਖਤ ਕਦਮ ਚੁੱਕੇ। ਉਹਨੇ ਫਰਮਾਨ ਜਾਰੀ ਕੀਤਾ ਕਿ ਜੋ ਕੋਈ ਕਿਸੇ ਸਿੱਖ ਦੇ ਬਾਰੇ ਸੂਹ ਦੇਵੇ ਉਹਨੂੰ 10 ਰੁਪਏ ਅਤੇ ਜੋ ਕਿਸੇ ਸਿੱਖ ਦਾ ਸਿਰ ਕੱਟ ਕੇ ਲਿਆਏ ਉਹਨੂੰ 50 ਰੁਪਏ ਇਨਾਮ ਵਜੋਂ ਮਿਲਣਗੇ। ਇਸ ਹੁਕਮ ਦੇ ਜਾਰੀ ਹੋਣ ਨਾਲ ਸਿੱਖਾਂ ਦਾ ਜਿਉਣਾ ਮੁਸ਼ਕਿਲ ਹੋ ਗਿਆ। ਦੁੱਖ, ਤਕਲੀਫ ਅਤੇ ਭੁੱਖ ਨੰਗ ਤੋਂ ਤੰਗ ਆ ਕੇ ਉਹਨਾਂ ਵਿੱਚੋਂ ਕੁਝ ਤਾਂ ਕਾਂਗੜੇ ਦੀਆਂ ਪਹਾੜੀਆਂ ਵਿੱਚ, ਕੁਝ ਮਾਲਵੇ ਦੇ ਮਾਰੂਥਲਾਂ ਵਿੱਚ ਅਤੇ ਕੁਝ ਲੱਖੀ ਦੇ ਜੰਗਲ ਵਿੱਚ ਜਾ ਰਹੇ। ਥਾਂ ਥਾਂ ਸਿੱਖਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਕੋਈ ਥਾਂ ਖਤਰੇ ਤੋਂ ਖਾਲੀ ਨਹੀਂ ਸੀ। ਉਹ ਮੁਸੀਬਤ ਦੇ ਮਾਰੇ ਸਾਰਾ ਦਿਨ ਲੁਕੇ ਰਹਿੰਦੇ ਸਨ। ਕੇਵਲ ਰਾਤ ਦੇ ਹਨੇਰੇ ਵਿੱਚ ਖਾਣ ਪੀਣ ਦੀ ਭਾਲ ਲਈ ਉਹ ਆਪਣੀ ਲੁਕਵੀਂ ਥਾਂ ਤੋਂ ਬਾਹਰ ਨਿਕਲਦੇ ਸਨ। ਜੰਗਲੀ ਫਲ ਫੁੱਲ ਖਾ ਕੇ ਜਾਂ ਸ਼ਿਕਾਰ ਮਾਰ ਕੇ ਗੁਜ਼ਾਰਾ ਕਰਦੇ ਸਨ। ਇਤਨੀਆਂ ਮੁਸੀਬਤਾਂ ਵਿੱਚ ਵੀ ਉਹ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ, ਕਿਉਂਕਿ ਉਹਨਾਂ ਨੂੰ ਇੱਕ ਤਾਂ ਆਪਣੇ ਗੁਰੂ ਅਤੇ ਪਰਮਾਤਮਾ 'ਤੇ ਪੂਰਨ ਭਰੋਸਾ ਸੀ, ਦੂਜਾ ਉਹਨਾਂ ਨੂੰ ਪਤਾ ਸੀ ਕਿ ਅਣਖ ਇੱਕ ਐਸੀ ਉੱਤਮ ਚੀਜ਼ ਹੈ ਜਿਸ ਵਾਸਤੇ ਹਰ ਕੁਰਬਾਨੀ ਹੇਚ ਹੈ। ਉਹ ਇੱਕ ਨੂੰ 1.25 ਲੱਖ, ਮੌਤ ਨੂੰ ਚਾਲੇ ਪਾਉਣਾ, ਅੰਨੇ ਨੂੰ ਸੂਰਮਾ, ਭੁੱਖੇ ਨੂੰ ਮਸਤਾਨਾ, ਸਾਗ ਨੂੰ ਪਲਾਓ, ਮਾਸ ਨੂੰ ਮਹਾਂਪ੍ਰਸ਼ਾਦ, ਛੋਲਿਆਂ ਨੂੰ ਬਦਾਮ ਅਤੇ ਪਿਆਜ਼ ਨੂੰ ਰੂਪਾ, ਜੰਗਲ ਪਾਣੀ ਕਰਨ ਨੂੰ ਕਾਜ਼ੀ ਨੂੰ ਰਸਦ ਪਹੁੰਚਾਉਣਾ ਆਦਿ ਦਾ ਨਾਂ ਦਿੰਦੇ ਸਨ।
ਇਹ ਸਭ ਗੱਲਾਂ ਦੱਸਦੀਆਂ ਹਨ ਕਿ ਉਹ ਮੁਸੀਬਤਾਂ ਨਾਲ ਮਖੌਲ ਕਰਦੇ ਸਨ ਅਤੇ ਉਹਨਾਂ ਨੂੰ ਸਿਦਕ ਦਿਲੀ ਨਾਲ ਚੱਲਦੇ ਸਨ। ਸਾਂਝੀ ਮੁਸੀਬਤ ਨੇ ਉਹਨਾਂ ਦੇ ਵਿੱਚ ਇੱਕ ਅਟੁੱਟ ਏਕਤਾ ਪੈਦਾ ਕਰ ਦਿੱਤੀ। ਉਹਨਾਂ ਵਿੱਚ ਛੋਟੇ ਵੱਡੇ ਉੱਚੇ ਨੀਵੇਂ ਦਾ ਫਰਕ ਬਿਲਕੁਲ ਮਿਟ ਗਿਆ ਅਤੇ ਸਭ ਇੱਕ ਦੂਜੇ ਨੂੰ ਭਰਾ ਸਮਝਣ ਲੱਗ ਪਏ। ਉਹਨਾਂ ਵਿੱਚੋਂ ਧਰਮ ਪਿੱਛੇ ਆਪਾ ਵਾਰਨ ਦਾ ਜਜ਼ਬਾ ਉਤਪੰਨ ਹੋ ਗਿਆ। ਅਰਦਾਸ ਉਹਨਾਂ ਦੇ ਜੀਵਨ ਦਾ ਸਹਾਰਾ ਬਣ ਗਈ। ਅਚਾਨਕ 1745 ਵਿੱਚ ਜ਼ਕਰੀਆ ਖਾਨ ਦੀ ਮੌਤ ਹੋ ਗਈ। ਨਵਾਂ ਸੂਬੇਦਾਰ ਨਿਯਤ ਹੋਣ ਵਿੱਚ ਕੁਝ ਢਿੱਲ-ਮੱਠ ਹੋ ਗਈ। ਇਸ ਲਈ ਸਿੱਖਾਂ ਨੂੰ ਫਿਰ ਸਿਰ ਚੁੱਕਣ ਦਾ ਮੌਕਾ ਮਿਲ ਗਿਆ। ਜ਼ਿਮੀਂਦਾਰਾਂ 'ਤੇ ਸਰਕਾਰ ਬੜਾ ਜ਼ੁਲਮ ਕਰਦੀ ਸੀ ਅਤੇ ਬਹੁਤ ਸਾਰੀ ਪੈਦਾਵਾਰ ਮਾਲੀਏ ਦੇ ਰੂਪ ਵਿੱਚ ਉਗਰਾ ਲੈਂਦੀ ਸੀ ਅਤੇ ਜ਼ਿਮੀਂਦਾਰ ਪਾਸ ਖਾਣ ਨੂੰ ਕੁਝ ਵੀ ਨਹੀਂ ਸੀ ਬਚਦਾ। ਇਸ ਜ਼ੁਲਮ ਤੋਂ ਤੰਗ ਆ ਕੇ ਉਹਨਾਂ ਵਿੱਚੋਂ ਬਹੁਤ ਸਾਰੇ ਆਪਣਾ ਜ਼ੱਦੀ ਪੇਸ਼ਾ ਛੱਡ ਕੇ ਲੁੱਟਮਾਰ ਦੀ ਖਾਤਰ ਸਿੱਖ ਸੱਜ ਗਏ ਅਤੇ ਆਸ-ਪਾਸ ਦੇ ਪਿੰਡਾਂ 'ਤੇ ਲੁੱਟਮਾਰ ਕਰਨ ਲੱਗ ਪਏ। ਇਹਨਾਂ ਵਿੱਚੋਂ ਕਈ ਸਰਦਾਰ ਲੁੱਟਮਾਰ ਤੋਂ ਹਾਸਲ ਕੀਤੇ ਧਨ ਨਾਲ ਘੋੜੇ ਅਤੇ ਸ਼ਸਤਰ ਖਰੀਦ ਲੈਂਦੇ ਸਨ ਅਤੇ ਆਪਣੇ ਕਮਾਨ ਥੱਲੇ ਹੋਰ ਜਵਾਨਾਂ ਨੂੰ ਭਰਤੀ ਕਰਕੇ ਘੋੜਸਵਾਰ ਦਸਤੇ ਕਾਇਮ ਕਰ ਲੈਂਦੇ ਸਨ। ਖਾਲਸਾ ਫੌਜ ਦਾ ਮੁੱਢ। ਹੁਣ ਆਪਣੀ ਅਤੇ ਆਪਣੇ ਸਾਕ ਕੰਗਾਂ ਦੀ ਰੱਖਿਆ ਲਈ ਸਿੱਖਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਲਈ ਜਥੇਬੰਦ ਹੋਣਾ ਬੜਾ ਜ਼ਰੂਰੀ ਹੈ। ਇਸ ਮਨਸ਼ੇ ਨੂੰ ਮੁੱਖ ਰੱਖ ਕੇ ਸਿੱਖ ਜ਼ਕਰੀਆ ਖਾਨ ਦੀ ਮੌਤ ਪਿੱਛੋਂ ਦੀਵਾਲੀ ਦੇ ਮੌਕੇ 'ਤੇ ਸ੍ਰੀ ਅੰਮ੍ਰਿਤਸਰ ਵਿੱਚ ਇਕੱਠੇ ਹੋਏ ਅਤੇ ਉਹਨਾਂ ਨੇ ਆਪਸ ਵਿੱਚ ਗੁਰਮਤਾ ਕਰਕੇ ਫੌਜ ਨੂੰ 200 ਦੇ 25 ਜਥਿਆਂ ਵਿੱਚ ਵੰਡ ਲਿਆ। ਇਹਨਾਂ ਜਥਿਆਂ ਦੇ ਹੇਠ ਲਿਖੇ ਜਥੇਦਾਰ ਸਨ: ਸ਼ਿਆਮ ਸਿੰਘ ਨਾਗੋਕੇ, ਗੁਰਬਖਸ਼ ਸਿੰਘ ਕਲਸੀਆ, ਕਰੋੜਾ ਸਿੰਘ ਪੈਜਗਰ, ਕਰਮ ਸਿੰਘ ਪੈਜਗੜ੍ਹ, ਗੁਰਦਿਆਲ ਸਿੰਘ ਡੱਲੇਵਾਲ, ਨੌਦ ਸਿੰਘ, ਚੰਦਾ ਸਿੰਘ, ਸ਼ੁੱਕਰ ਚੱਕ, ਕਾਲਾ ਸਿੰਘ, ਖਿਆਲ ਸਿੰਘ ਕੰਗ, ਧਰਮ ਸਿੰਘ ਖੱਤਰੀ, ਬਾਗ ਸਿੰਘ, ਜੱਸਾ ਸਿੰਘ, ਹਰੀ ਸਿੰਘ, ਛੱਜਾ ਸਿੰਘ, ਪੰਜਵਾੜ, ਬਾਬਾ ਦੀਪ ਸਿੰਘ ਸ਼ਹੀਦ, ਭੂਮਾ ਸਿੰਘ, ਨਵਾਬ ਕਪੂਰ ਸਿੰਘ, ਜੈ ਸਿੰਘ ਕਾਨਾ, ਸਦਾ ਸਿੰਘ, ਹੀਰਾ ਸਿੰਘ ਨਕਈ, ਅਗਰ ਸਿੰਘ, ਸੁੱਖਾ ਸਿੰਘ, ਮਦਨ ਸਿੰਘ, ਵੀਰ ਸਿੰਘ ਮਜ਼ਬੀ, ਕਰਮ ਸਿੰਘ ਅੰਮ੍ਰਿਤਸਰੀ। ਇਹਨਾਂ ਫੌਜੀ ਦਸਤਿਆਂ ਵਿੱਚ ਭਰਤੀ ਹੋਣ ਲਈ ਵੱਡੀ ਸ਼ਰਤ ਇਹ ਹੁੰਦੀ ਸੀ ਕਿ ਭਰਤੀ ਹੋਣ ਵਾਲਾ ਜਵਾਨ ਘੋੜਸਵਾਰੀ ਵਿੱਚ ਤਾਕ ਹੋਵੇ ਅਤੇ ਜੇ ਕਿਤੇ ਉਸ ਦੇ ਪਾਸ ਬੰਦੂਕ ਅਤੇ ਘੋੜਾ ਵੀ ਹੁੰਦਾ ਤਾਂ ਉਹਨੂੰ ਹੱਸ ਕੇ ਭਰਤੀ ਕਰ ਲਿਆ ਜਾਂਦਾ। ਕਈ ਜਵਾਨ ਤਾਂ ਪੈਸੇ ਚੋਰੀ ਕਰਕੇ ਘਰੋਂ ਨੱਸ ਜਾਂਦੇ ਸਨ ਅਤੇ ਘੋੜਾ ਖਰੀਦ ਕੇ ਕਿਸੇ ਨਾ ਕਿਸੇ ਜਥੇ ਵਿੱਚ ਜਾ ਭਰਤੀ ਹੁੰਦੇ ਸਨ। ਇਹਨਾਂ ਜਥਿਆਂ ਵਿੱਚ ਭਰਤੀ ਹੋਏ ਜਵਾਨਾਂ ਨੂੰ ਕੋਈ ਤਨਖਾਹ ਨਹੀਂ ਸੀ ਮਿਲਦੀ, ਕੇਵਲ ਲੁੱਟਮਾਰ ਦੇ ਸਮਾਨ ਵਿੱਚੋਂ ਬਰਾਬਰ ਦਾ ਹਿੱਸਾ ਮਿਲਦਾ ਸੀ। ਇਹਨਾਂ ਫੌਜੀ ਜਥਿਆਂ ਤੋਂ ਸਿੱਖਾਂ ਦੀ ਫੌਜੀ ਸ਼ਕਤੀ ਦਾ ਮੁੱਢ ਬਣਿਆ। ਇਹ ਜਥੇਬੰਦੀ ਹੌਲੀ ਹੌਲੀ ਮਜ਼ਬੂਤ ਹੁੰਦੀ ਗਈ ਅਤੇ ਕੁਝ ਸਮਾਂ ਪਾ ਕੇ ਇਹਨਾਂ ਨੇ ਇੱਕ ਕੇਂਦਰੀ ਫੌਜ ਦਾ ਰੂਪ ਧਾਰਨ ਕਰ ਲਿਆ। ਇਸ ਕੇਂਦਰੀ ਫੌਜ ਨੂੰ ਦਲ ਖਾਲਸਾ ਦਾ ਨਾਂ ਦਿੱਤਾ ਗਿਆ। ਦਲ ਖਾਲਸਾ ਦੇ ਬਲਬੂਤੇ ਨੇ ਆਖਰ ਕੁਝ ਸਮੇਂ ਪਿੱਛੋਂ ਸਿੱਖ ਰਾਜ ਕਾਇਮ ਹੋਇਆ। ਇਹਨਾਂ ਦਸਤਿਆਂ ਨੇ ਆਸ-ਪਾਸ ਦੇ ਇਲਾਕਿਆਂ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਵਿੱਚੋਂ ਇੱਕ ਜਥਾ ਮੁਗਲ ਸਿਪਾਹੀਆਂ ਦੇ ਭੇਸ ਵਿੱਚ ਲਾਹੌਰ ਵਿੱਚ ਦਾਖਲ ਹੋਇਆ ਅਤੇ ਲੁੱਟਮਾਰ ਕਰਕੇ ਅਤੇ ਬਹੁਤ ਸਾਰੇ ਕਾਜ਼ੀਆਂ ਅਤੇ ਮੁਲਾਣਿਆਂ ਨੂੰ ਤਲਵਾਰ ਦੇ ਘਾਟ ਉਤਾਰ ਕੇ ਰਾਤ ਦੇ ਹਨੇਰੇ ਵਿੱਚ ਹੀ ਉੱਥੋਂ ਅਲੋਪ ਹੋ ਗਿਆ। ਇਹ ਵੇਖ ਕੇ ਲਾਹੌਰ ਦੇ ਨਵੇਂ ਸੂਬੇਦਾਰ ਯਹੀਆ ਖਾਨ ਨੂੰ ਬੜੀ ਖਾਰ ਆਈ। ਉਹਨੇ ਆਪਣੇ ਦੀਵਾਨ ਲਖਪਤ ਰਾਏ ਨੂੰ ਹੁਕਮ ਦਿੱਤਾ ਕਿ ਇਹਨਾਂ ਛਾਪਾਮਾਰ ਸਿੱਖ ਦਸਤਿਆਂ ਤੋਂ ਬਦਲਾ ਲਿਆ ਜਾਏ। ਉਹਨੇ ਆਪਣੇ ਭਰਾ ਨੂੰ ਇੱਕ ਤਕੜੇ ਫੌਜੀ ਦਸਤੇ ਦੀ ਕਮਾਨ ਦੇ ਕੇ ਇਸ ਕੰਮ ਲਈ ਭੇਜਿਆ। ਉਹਨੇ ਜਲਦੀ ਹੀ ਸਿੱਖਾਂ ਨੂੰ ਕੁਝ ਦੂਰ ਇੱਕ ਪਿੰਡ ਲਾਗੇ ਜਾ ਘੇਰਿਆ। ਇੱਕ ਜ਼ਬਰਦਸਤ ਝਪਟ ਹੋਈ ਜਿਸ ਵਿੱਚ ਇੱਕ ਸਿੱਖ ਨੇ ਬਿਜਲੀ ਦੀ ਤੇਜ਼ੀ ਨਾਲ ਹਾਥੀ ਦੀ ਪੂਛ ਰਾਹੀਂ ਅਹੁਦੇ ਉੱਤੇ ਚੜ੍ਹ ਕੇ ਜਸਵੰਤ ਰਾਏ ਦਾ ਸਿਰ ਕੱਟ ਲਿਆਂਦਾ। ਇਸ 'ਤੇ ਮੁਸਲਮਾਨੀ ਦਸਤੇ ਨੂੰ ਭਾਜੜ ਪੈ ਗਈ ਅਤੇ ਉਹ ਮੈਦਾਨ ਖਾਲੀ ਕਰਕੇ ਨੱਸ ਗਿਆ। ਆਪਣੇ ਭਰਾ ਦੀ ਮੌਤ ਦੀ ਖਬਰ ਸੁਣ ਕੇ ਦੀਵਾਨ ਲਖਪਤ ਰਾਏ ਨੂੰ ਬੜਾ ਰੋਹ ਚੜ੍ਹਿਆ ਅਤੇ ਉਹਨੇ ਸਿੱਖਾਂ ਦਾ ਸਫਾਇਆ ਕਰਨ ਦੀ ਠਾਣ ਲਈ। ਪਹਿਲਾਂ ਉਹਨੇ ਲਾਹੌਰ ਵਿੱਚ ਰਹਿਣ ਵਾਲੇ ਸਾਰੇ ਸਿੱਖਾਂ ਨੂੰ ਇਕੱਠਿਆਂ ਕਰਕੇ ਸ਼ਹੀਦਗੰਜ ਦੇ ਅਸਥਾਨ 'ਤੇ ਤਲਵਾਰ ਦੇ ਘਾਟ ਉਤਾਰ ਦਿੱਤਾ। ਫਿਰ ਉਹਨਾਂ ਇੱਕ ਤਕੜੀ ਫੌਜ ਲੈ ਕੇ ਸਿੱਖਾਂ ਦਾ ਪਿੱਛਾ ਕੀਤਾ। ਸਿੱਖ ਥੋੜ੍ਹੇ ਸਨ, ਇਸ ਲਈ ਉਹਨਾਂ ਨੂੰ ਪਠਾਨਕੋਟ ਅਤੇ ਬਸ਼ੌਲੀ ਦੀਆਂ ਪਹਾੜੀਆਂ ਵਿੱਚ ਜਾ ਕੇ ਲੁਕਣਾ ਪਿਆ। ਲਖਪਤ ਰਾਏ ਉੱਥੇ ਵੀ ਪਹੁੰਚ ਗਿਆ। ਸਿੱਖ ਉੱਥੋਂ ਨਿਕਲ ਕੇ ਗੁਰਦਾਸਪੁਰੋਂ ਹੁੰਦੇ ਹੋਏ ਗੋਇੰਦਵਾਲ ਵੱਲ ਨਿਕਲ ਗਏ। ਉਹ ਉੱਥੇ ਪਹੁੰਚੇ ਹੀ ਸਨ ਕਿ ਜਲੰਧਰ ਦੇ ਨਵਾਬ ਅਦੀਨਾ ਬੇਗ ਨੇ ਉਹਨਾਂ 'ਤੇ ਅਚਾਨਕ ਹਮਲਾ ਕਰ ਦਿੱਤਾ। ਉੱਥੋਂ ਟਾਕਰਾ ਕਰਦੇ ਹੋਏ ਬੜੀ ਮੁਸ਼ਕਲ ਨਾਲ ਮਾਲਵੇ ਵਿੱਚ ਜਾ ਪਹੁੰਚੇ ਅਤੇ ਲਖਪਤ ਰਾਏ ਅਤੇ ਅਦੀਨਾ ਬੇਗ ਨੂੰ ਵਾਪਸ ਮੁੜਨਾ ਪਿਆ। ਇਸ ਮੁਹਿੰਮ ਵਿੱਚ ਬਹੁਤ ਸਾਰੇ ਸਿੱਖ ਮਾਰੇ ਗਏ ਜਾਂ ਫੜੇ ਗਏ ਸਿੱਖਾਂ ਨੂੰ ਸ਼ਹੀਦਗੰਜ ਵਾਲੀ ਥਾਂ ਸ਼ਹੀਦ ਕਰ ਦਿੱਤਾ ਗਿਆ। ਪਰ ਸਿੱਖਾਂ 'ਤੇ ਆਈ ਇਹ ਬਿਪਤਾ ਜਲਦੀ ਹੀ ਟਲ ਗਈ ਕਿਉਂਕਿ ਯਹੀਆ ਖਾਂ ਅਤੇ ਉਸਦੇ ਭਰਾ ਸ਼ਾਹ ਨਵਾਜ਼ ਖਾਨ ਵਿੱਚ ਖਾਨਾ ਜੰਗੀ ਸ਼ੁਰੂ ਹੋ ਗਈ, ਜਿਸ ਵਿੱਚ ਸ਼ਾਹ ਨਵਾਜ਼ ਖਾਂ ਸਫਲ ਰਿਹਾ। ਉਹਨੇ ਲਖਪਤ ਰਾਏ ਦੀ ਥਾਂ, ਜੋ ਸਿੱਖਾਂ ਦਾ ਜਾਨੀ ਵੈਰੀ ਸੀ, ਕੌੜਾ ਮੱਲ ਨੂੰ ਦੀਵਾਨ ਨਿਯਤ ਕੀਤਾ। ਦੀਵਾਨ ਕੌੜਾ ਮੱਲ ਸਿੱਖਾਂ ਨਾਲ ਬੜੀ ਹਮਦਰਦੀ ਰੱਖਦਾ ਸੀ। ਉਹਨੇ ਸੂਬੇਦਾਰ ਨੂੰ ਸਲਾਹ ਦਿੱਤੀ ਕਿ ਸਿੱਖਾਂ ਨਾਲ ਅੜਿੱਕਾ
ਨਾ ਲਿਆ ਜਾਏ। ਇਸ ਝਗੜੇ ਤੋਂ ਸਿੱਖਾਂ ਨੇ ਲਾਭ ਉਠਾਇਆ ਅਤੇ ਉਹਨਾਂ ਨੇ ਮਾਲਵੇ ਤੋਂ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਆਉਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਖਿਲਰੇ ਪੁਲਰੇ ਦਸਤੇ ਫਿਰ ਇਕੱਠੇ ਹੋ ਗਏ। 1740 ਦੀ ਵਿਸਾਖੀ ਸਿੱਖਾਂ ਨੇ ਅੰਮ੍ਰਿਤਸਰ ਵਿੱਚ ਬੜੀ ਧੂਮਧਾਮ ਨਾਲ ਮਨਾਈ। ਉਹਨਾਂ ਇੱਕ ਗੁਰਮਤੇ ਰਾਹੀਂ ਸ੍ਰੀ ਅੰਮ੍ਰਿਤਸਰ ਲਾਗੇ ਇੱਕ ਕਿਲ੍ਹਾ ਬਣਾਉਣ ਦਾ ਫੈਸਲਾ ਕੀਤਾ, ਕਿਉਂਕਿ ਇੱਕ ਤਾਂ ਇਹ ਥਾਂ ਲਾਹੌਰ ਅਤੇ ਦਿੱਲੀ ਨੂੰ ਮਿਲਾਉਣ ਵਾਲੀ ਜਰਨੈਲੀ ਸੜਕ 'ਤੇ ਸੀ, ਦੂਜੇ ਆਲੇ ਦੁਆਲੇ ਦੀ ਆਬਾਦੀ ਉਹਨਾਂ ਦੇ ਆਪਣੇ ਹਮਾਇਤੀਆਂ ਦੀ ਹੀ ਸੀ। ਵਿਸਾਖੀ ਦੇ ਮੇਲੇ ਤੋਂ ਜਲਦੀ ਹੀ ਪਿੱਛੋਂ ਇਸ ਕਿਲ੍ਹੇ ਦੀ ਨੀਂਹ ਰੱਖੀ ਗਈ ਅਤੇ ਇਸ ਸਿੱਖਾਂ ਨੇ ਆਪ ਹੀ ਰਲ ਕੇ ਇਸ ਦੀ ਉਸਾਰੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਇਸ ਕਿਲ੍ਹੇ ਦਾ ਨਾਂ ਰਾਮ ਰੌਣੀ ਜਾਂ ਰੱਬ ਦਾ ਘਰ ਰੱਖਿਆ। ਇਸ ਵਿੱਚ 500-600 ਸਿਪਾਹੀ ਠਹਿਰ ਸਕਦੇ ਸਨ। ਅਬਦਾਲੀ ਦਾ ਹਮਲਾ। ਇਹਨਾਂ ਦਿਨਾਂ ਵਿੱਚ ਹੀ ਅਫਗਾਨਿਸਤਾਨ ਦੇ ਬਾਦਸ਼ਾਹ ਨਾਦਰ ਸ਼ਾਹ ਦੀ ਮੌਤ ਹੋ ਗਈ ਅਤੇ ਉਹਦਾ ਜਰਨੈਲ ਅਹਿਮਦ ਸ਼ਾਹ ਅਬਦਾਲੀ ਤਖ਼ਤ 'ਤੇ ਬੈਠਾ। ਇਹਨੇ ਦਸੰਬਰ 1747 ਵਿੱਚ ਭਾਰਤ 'ਤੇ ਹਮਲਾ ਕਰ ਦਿੱਤਾ। ਲਾਹੌਰ ਦਾ ਸੂਬੇਦਾਰ ਇਸ ਹਮਲੇ ਦੀ ਤਾਬ ਨਾ ਚੱਲ ਸਕਿਆ ਅਤੇ ਦਿੱਲੀ ਵੱਲ ਭੱਜ ਗਿਆ। ਲਾਹੌਰ ਦੀ ਲੁੱਟਮਾਰ ਪਿੱਛੋਂ ਅਬਦਾਲੀ ਸਰਹੱਦ ਲਾਗੇ ਪਹੁੰਚਿਆ ਅਤੇ ਜਿੱਥੇ ਉਹਨੇ ਸ਼ਾਹੀ ਲਸ਼ਕਰ ਨਾਲ ਟਾਕਰਾ ਹੋਇਆ। ਟਾਕਰੇ ਵਿੱਚ ਸ਼ਾਹੀ ਵਜ਼ੀਰ ਕਮਰੂਦੀਨ ਜੋ ਮੁਗਲ ਸੈਨਾਪਤੀ ਸੀ ਮਾਰਿਆ ਗਿਆ ਅਤੇ ਫੌਜ ਦੀ ਕਮਾਨ ਵਿੱਚ ਉਹਦੇ ਪੁੱਤਰ ਮਯੂਦੀਨ ਮਲਕ ਨੇ ਸੰਭਾਲ ਲਈ। ਇਸ ਲੜਾਈ ਵਿੱਚ ਅਫਗਾਨ ਬੜੀ ਬਹਾਦਰੀ ਨਾਲ ਲੜੇ, ਪਰ ਸ਼ਾਹੀ ਫੌਜ ਦੀ ਗਿਣਤੀ ਉਹਨਾਂ ਤੋਂ ਕਈ ਗੁਣਾ ਜ਼ਿਆਦਾ ਹੋਣ ਕਰਕੇ ਅਬਦਾਲੀ ਨੂੰ ਹਾਰ ਹੋਈ ਅਤੇ ਉਹ ਵਾਪਸ ਅਫਗਾਨਿਸਤਾਨ ਵੱਲ ਭੱਜ ਗਿਆ। ਮਯੂਦੀਨ ਮਲਕ ਲਾਹੌਰ ਦਾ ਸੂਬੇਦਾਰ ਬਣ ਗਿਆ। ਅਬਦਾਲੀ ਦੇ ਹਮਲੇ ਦੇ ਦੌਰਾਨ ਵਿੱਚ ਸਿੱਖਾਂ ਨੇ ਹੌਲੀ ਹੌਲੀ ਫਿਰ ਜਲੰਧਰ ਦੇ ਆਲੇ ਦੁਆਲੇ ਦਾ ਇਲਾਕਾ ਕਾਬੂ ਕਰ ਲਿਆ। ਜਦ ਅਬਦਾਲੀ ਭਾਂਜ ਖਾ ਕੇ ਵਾਪਸ ਜਾ ਰਿਹਾ ਸੀ ਤਾਂ ਸਿੱਖਾਂ ਨੇ ਆਪਣੇ ਛਾਪਾਮਾਰ ਦਸਤੇ ਅਬਦਾਲੀ ਦੀ ਫੌਜ ਦੇ ਪਿੱਛੇ ਲਾ ਦਿੱਤੇ। ਉਹਨਾਂ ਚਨਾਬ ਨਦੀ ਤੱਕ ਪਹੁੰਚਦਿਆਂ ਉਹਦੇ ਬਹੁਤ ਸਾਰੇ ਜੰਗੀ ਸਮਾਨ, ਊਂਠਾਂ ਅਤੇ ਘੋੜਿਆਂ 'ਤੇ ਹੱਥ ਸਾਫ਼ ਕੀਤਾ। ਹੁਣ ਸਿੱਖਾਂ ਨੂੰ ਲੜਾਈਆਂ ਵਿੱਚ ਕਾਫੀ ਤਜਰਬਾ ਹੋ ਚੁੱਕਾ ਸੀ, ਪਰ ਉਹਨਾਂ ਦੇ ਵੱਖ-ਵੱਖ ਛੋਟੇ-ਛੋਟੇ ਫੌਜੀ ਦਸਤਿਆਂ ਵਿੱਚ ਕੋਈ ਤਾਲਮੇਲ ਨਹੀਂ ਸੀ। ਉਹਨਾਂ ਨੇ ਸੋਚਿਆ ਕਿ ਜਿਤਨੀ ਦੇਰ ਤੱਕ ਇੱਕ ਕੇਂਦਰੀ ਸਿੱਖ ਸੈਨਾ ਨਹੀਂ ਬਣਦੀ ਅਤੇ ਉਹਦੀ ਕਮਾਨ ਇੱਕ ਯੋਗ ਜਰਨੈਲ ਦੇ ਹੱਥ ਨਹੀਂ ਦਿੱਤੀ ਜਾਂਦੀ, ਉਤਨੀ ਦੇਰ ਤੱਕ ਉਹਨਾਂ ਦੇ ਪੰਜਾਬ 'ਤੇ ਰਾਜ ਕਰਨ ਦੇ ਸੁਪਨੇ ਪੂਰੇ ਨਹੀਂ ਹੋ ਸਕਦੇ। ਭਾਗਾਂ ਨਾਲ ਉਸ ਸਮੇਂ ਸਿੱਖਾਂ ਵਿੱਚ ਇੱਕ ਐਸੀ ਯੋਗ ਹਸਤੀ ਸੀ ਜਿਹੜੀ ਕਿ ਕੇਂਦਰੀ ਸਿੱਖ ਫੌਜ ਦੀ ਕਮਾਨ ਸੰਭਾਲ ਸਕਦੀ ਸੀ। ਇਹ ਹਸਤੀ ਜੱਸਾ ਸਿੰਘ ਆਹਲੂਵਾਲੀਆ ਦੀ ਸੀ। ਇਹ ਡੀਲ ਡੌਲ ਵਿੱਚ ਬੜਾ ਪ੍ਰਭਾਵਕ ਸੀ। ਕਹਿੰਦੇ ਹਨ ਕਿ ਇਹ ਸਵੇਰ ਦੇ ਨਾਸ਼ਤੇ ਨਾਲ ਇੱਕ ਸੇਰ ਘਿਓ ਵਿੱਚ ਸ਼ੱਕਰ ਮਿਲਾ ਕੇ ਖਾਂਦਾ ਸੀ ਅਤੇ ਇੱਕ ਵੇਲੇ ਅੱਧਾ ਬੱਕਰਾ ਖਾ ਸਕਦਾ ਸੀ। ਇਹਨੇ ਨਵਾਬ ਕਪੂਰ ਸਿੰਘ ਪਾਸੋਂ ਰਾਜਨੀਤੀ ਅਤੇ ਫੌਜੀ ਸਿੱਖਿਆ ਲਈ ਸੀ। 1748 ਦੇ ਵਿਸਾਖੀ ਦੇ ਮੇਲੇ 'ਤੇ ਸਿੱਖ ਸਰਦਾਰਾਂ ਨੇ ਰਲ ਮਿਲ ਕੇ ਇੱਕ ਕੇਂਦਰੀ ਸੈਨਾ ਬਣਾ ਲਈ ਅਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਆਪਣਾ ਆਗੂ ਮੰਨ ਲਿਆ। ਇਸ ਫੌਜ ਨੂੰ 11 ਜੱਥਿਆਂ ਵਿੱਚ ਵੰਡਿਆ ਗਿਆ। ਆਹਲੂਵਾਲੀਆ ਜੱਥਾ ਜੱਸਾ ਸਿੰਘ ਆਹਲੂਵਾਲੀਆ ਥੱਲੇ, ਸਿੰਘਪੁਰੀਆ ਜੱਥਾ ਨਵਾਬ ਕਪੂਰ ਸਿੰਘ ਥੱਲੇ, ਸ਼ੁਕਰਚੱਕੀਆ ਜੱਥਾ ਰਣਜੀਤ ਸਿੰਘ ਦੇ ਪੜਦਾਦੇ ਨੌਦ ਸਿੰਘ ਥੱਲੇ, ਨਿਸ਼ਾਨਵਾਲੀਆ ਜੱਥਾ ਦਸੌਂਦਾ ਸਿੰਘ ਥੱਲੇ, ਭੰਗੀ ਜੱਥਾ ਹਰੀ ਸਿੰਘ ਭੰਗੀ ਥੱਲੇ, ਕਨਈਆ ਜੱਥਾ ਜੈ ਸਿੰਘ ਕਨਈਆ ਥੱਲੇ, ਨਕਈ ਜੱਥਾ ਹੀਰਾ ਸਿੰਘ ਨਕਈ ਥੱਲੇ, ਡੱਲੇ ਵਾਲੀਆ ਜੱਥਾ ਗੁਲਾਬ ਸਿੰਘ ਡੱਲੇ, ਸ਼ਹੀਦੀ ਜੱਥਾ ਬਾਬਾ ਦੀਪ ਸਿੰਘ ਥੱਲੇ, ਕਰੋੜਾ ਸਿੰਘੀਆ ਜੱਥਾ ਕਰੋੜਾ ਸਿੰਘ ਥੱਲੇ ਅਤੇ ਰਾਮਗੜੀਆ ਜੱਥਾ ਨੰਦ ਸਿੰਘ ਸੰਘਾਣੀਆਂ ਥੱਲੇ। ਕੇਂਦਰੀ ਸਿੱਖ ਫੌਜ ਜਾਂ ਦਲ ਖਾਲਸਾ ਵਿੱਚ ਭਰਤੀ ਹੋਣ ਵਾਲਿਆਂ ਲਈ 2 ਸ਼ਰਤਾਂ ਹੁੰਦੀਆਂ ਸਨ। ਇੱਕ ਤਾਂ ਗੁਰੂ ਗੋਬਿੰਦ ਸਾਹਿਬ ਦੇ ਪੂਰਨ ਸਿੱਖ ਹੋਣ, ਦੂਜੇ ਉਹ ਘੋੜਸਵਾਰੀ ਅਤੇ ਸ਼ਸਤਰ ਵਿੱਦਿਆ ਵਿੱਚ ਤਾਕ ਹੋਣ। ਲੜਾਈ ਦੇ ਸਮੇਂ ਇਹਨਾਂ 11 ਜੱਥਿਆਂ ਦੇ ਸਰਦਾਰਾਂ ਵਿੱਚੋਂ ਕਿਸੇ ਇੱਕ ਨੂੰ ਸਾਰਿਆਂ ਦੀ ਮਰਜ਼ੀ ਨਾਲ ਸੈਨਾਪਤੀ ਚੁਣ ਲਿਆ ਜਾਂਦਾ ਸੀ ਅਤੇ ਬਾਕੀ 10 ਸਰਦਾਰ ਉਹਦੀ ਸਲਾਹਕਾਰ ਕਮੇਟੀ ਬਣ ਜਾਂਦੇ ਸਨ। ਹੁਣ ਹਰ ਇੱਕ ਸਰਦਾਰ ਇੱਕ ਚੋਣਵਾਂ ਸੂਰਮਾ ਹੁੰਦਾ ਸੀ ਅਤੇ ਜਥੇ ਦੇ ਸਿਪਾਹੀਆਂ ਦਾ ਪੂਰਾ ਧਿਆਨ ਰੱਖਦਾ ਸੀ। ਉਹ ਲੁੱਟਮਾਰ ਦੇ ਸਮਾਨ ਵਿੱਚੋਂ ਆਪਣੇ ਸਾਥੀਆਂ ਨੂੰ ਬਰਾਬਰ ਦਾ ਹਿੱਸਾ ਦਿੰਦਾ ਸੀ। ਹਰ ਸਿਪਾਹੀ ਵੀ ਆਪਣੇ ਸਰਦਾਰ ਦਾ ਬੜਾ ਆਦਰ ਕਰਦਾ ਸੀ ਅਤੇ ਉਹਦੇ ਲਈ ਆਪਣੀ ਜਾਨ ਤੱਕ ਵਾਰਨ ਲਈ ਤਿਆਰ ਹੁੰਦਾ ਸੀ। ਸਿੱਖਾਂ ਵੱਲੋਂ ਪੰਜਾਬ ਵਿੱਚ ਰਾਜਸੀ ਸ਼ਕਤੀ ਕਾਇਮ ਕਰਨ ਦਾ ਇਹ ਪਹਿਲਾ ਕਦਮ ਸੀ। ਸਿੱਖ ਅਤੇ ਮੀਰ ਮੰਨੂ। ਸਿੱਖਾਂ ਦਾ ਵਿਚਾਰ ਸੀ ਕਿ ਦਿੱਲੀ ਦੀ ਮੁਗਲ ਸਰਕਾਰ ਸ਼ਾਹ ਨਵਾਜ਼ ਖਾਂ ਜਿਹੇ ਕਮਜ਼ੋਰ ਆਦਮੀ ਨੂੰ ਲਾਹੌਰ ਦਾ ਸੂਬੇਦਾਰ ਨਿਯਤ ਕਰੇਗੀ, ਪਰ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਨੇ ਮਯੂਦੀਨ ਮਲਕ ਜਾਂ ਮੀਰ ਮੰਨੂ ਨੂੰ ਲਾਹੌਰ ਦਾ ਸੂਬੇਦਾਰ ਬਣਾ ਕੇ ਬੜੀ ਸਿਆਣਪ ਦਾ ਸਬੂਤ ਦਿੱਤਾ। ਉਹ ਬੜਾ ਯੋਗ ਅਤੇ ਸੂਝ-ਬੂਝ ਵਾਲਾ ਹਾਕਮ ਸੀ। ਉਹਨੇ ਆਖਰੀ ਦਮਾਂ 'ਤੇ ਆਈ ਮੁਗਲ ਸਰਕਾਰ ਦਾ ਪੰਜਾਬ ਵਿੱਚ ਮੁੜ ਦਬਦਬਾ ਬਿਠਾ ਦਿੱਤਾ। ਉਹਦੇ ਸਾਹਮਣੇ ਬੜੀਆਂ ਮੁਸ਼ਕਿਲਾਂ ਸਨ। ਪਿਛਲੀ ਹਕੂਮਤ ਨੇ ਸਾਰਾ ਖਾਨਾ ਖਜ਼ਾਲੀ ਕਰ ਦਿੱਤਾ ਹੋਇਆ ਸੀ। ਬਾਹਰੋਂ ਅਬਦਾਲੀ ਦੇ ਹਮਲੇ ਅਤੇ ਅੰਦਰੋਂ ਸਿੱਖਾਂ ਨੇ ਖੱਪ ਪਾ ਰੱਖੀ ਸੀ। ਇਹਨਾਂ ਔਕੜਾਂ ਦਾ ਟਾਕਰਾ ਕਰਨ ਲਈ ਉਹਨੇ ਫੌਜ ਨੂੰ ਮਜ਼ਬੂਤ ਕੀਤਾ, ਕੌੜਾ ਮੱਲ ਨੂੰ ਆਪਣਾ ਦੀਵਾਨ ਨਿਯਤ ਕੀਤਾ ਅਤੇ ਅਦੀਨਾ ਬੇਗ ਨੂੰ ਜਲੰਧਰ ਦਾ ਹਾਕਮ ਥਾਪ ਦਿੱਤਾ। ਮੀਰ ਮੰਨੂ ਨੇ ਸਿੱਖਾਂ ਨਾਲ 2 ਹੱਥ ਕਰਨ ਦਾ ਫੈਸਲਾ ਕਰ ਲਿਆ।
ਉਹਨੇ ਅਦੀਨਾ ਬੇਗ ਨੂੰ ਹੁਕਮ ਦਿੱਤਾ ਕਿ ਸਿੱਖਾਂ ਨੂੰ ਸਖਤੀ ਨਾਲ ਦਬਾਇਆ ਜਾਏ। ਦੀਵਾਲੀ ਵਿਸਾਖੀ ਸਿੱਖ ਹਮੇਸ਼ਾ ਸ੍ਰੀ ਅੰਮ੍ਰਿਤਸਰ ਵਿੱਚ ਮਨਾਉਂਦੇ ਸਨ। 1748 ਦੀ ਵਿਸਾਖੀ ਵੀ ਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਵਿੱਚ ਹੀ ਮਨਾਉਣ ਦਾ ਫੈਸਲਾ ਕੀਤਾ, ਪਰ ਉਹਨਾਂ ਨੇ ਮੰਨੂ ਦੇ ਹੁਕਮ ਦਾ ਵੀ ਪਤਾ ਸੀ। ਇਸ ਲਈ ਉਹਨਾਂ ਨੇ ਆਪਣੇ ਬਚਾਅ ਲਈ 500 ਸਿੱਖਾਂ ਦਾ ਇੱਕ ਹਥਿਆਰਬੰਦ ਜਥਾ ਰਾਮ ਰੌਣੀ ਦੇ ਕਿਲ੍ਹੇ ਵਿੱਚ ਰੱਖ ਦਿੱਤਾ। ਜਦ ਮੀਰ ਮੰਨੂ ਨੂੰ ਸਿੱਖਾਂ ਦੇ ਅੰਮ੍ਰਿਤਸਰ ਵਿੱਚ ਇਕੱਠੇ ਹੋਣ ਦੀ ਖਬਰ ਪਹੁੰਚੀ ਤਾਂ ਉਹਨੇ ਇਸ ਮੌਕੇ ਤੋਂ ਫਾਇਦਾ ਉਠਾਉਣ ਲਈ ਇੱਕ ਤਕੜੇ ਦਸਤੇ ਨਾਲ ਰਾਮ ਰੌਣੀ ਦੇ ਕਿਲ੍ਹੇ ਨੂੰ ਘੇਰ ਲਿਆ। ਉਹਦੀ ਮਦਦ ਲਈ ਅਦੀਨਾ ਬੇਗ ਵੀ ਫੌਜ ਲੈ ਕੇ ਉੱਥੇ ਪਹੁੰਚ ਗਿਆ। 4 ਮਹੀਨੇ ਦੇ ਘੇਰੇ ਪਿੱਛੋਂ ਘਿਰੇ ਹੋਏ ਸਿੱਖਾਂ ਦੀ ਹਾਲਤ ਬੜੀ ਪਤਲੀ ਹੋ ਗਈ। ਇਹ ਵੇਖ ਕੇ ਸਰਦਾਰ ਜੱਸਾ ਸਿੰਘ ਰਾਮਗੜੀਆ, ਜੋ ਅਦੀਨਾ ਬੇਗ ਦੀ ਨੌਕਰੀ ਵਿੱਚ ਸੀ, ਆਪਣੇ ਸਾਰੇ ਆਦਮੀ ਨਾਲ ਲੈ ਕੇ ਘਿਰੀ ਹੋਈ ਫੌਜ ਨਾਲ ਆ ਰਲਿਆ। ਦੀਵਾਨ ਕੌੜਾ ਮੱਲ ਇੱਕ ਸਹਿਜਧਾਰੀ ਸਿੱਖ ਸੀ। ਉਹਨੇ ਵੀ ਮੀਰ ਮੰਨੂ ਨੂੰ ਸਲਾਹ ਦਿੱਤੀ ਕਿ ਸਿੱਖਾਂ ਨਾਲ ਟੱਕਰ ਲੈਣ ਦੀ ਥਾਂ ਉਹਨਾਂ ਨੂੰ ਅਮਨ ਪਸੰਦ ਸ਼ਹਿਰੀ ਬਣਨ ਦਾ ਮੌਕਾ ਦੇਣਾ ਚਾਹੀਦਾ ਹੈ। ਇਹ ਗੱਲ ਮੀਰ ਮੰਨੂ ਨੂੰ ਜੱਚ ਗਈ ਅਤੇ ਉਹ ਸਿੱਖਾਂ ਨੂੰ ਪੱਟੀ ਦੇ ਇਲਾਕੇ ਦੇ ਮਾਲੀਏ ਦਾ ਚੌਥਾ ਹਿੱਸਾ ਦੇਣ ਦਾ ਫੈਸਲਾ ਕਰਕੇ ਰਾਮ ਰੌਣੀ ਦਾ ਘੇਰਾ ਚੁੱਕ ਕੇ ਲਾਹੌਰ ਵੱਲ ਵਾਪਸ ਚਲਾ ਗਿਆ। ਕੁਝ ਸਮਾਂ ਤਾਂ ਸਿੱਖ ਚੁੱਪਚਾਪ ਰਹੇ, ਪਰ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਅਸਲੀ ਨਿਸ਼ਾਨਾ ਤਾਂ ਜ਼ਾਲਮ ਮੁਗਲ ਸਰਕਾਰ ਨੂੰ ਖਤਮ ਕਰਨਾ ਹੈ, ਨਾ ਕਿ ਉਹਨਾਂ ਦੇ ਦਿੱਤੇ ਹੋਏ ਟੁਕੜਿਆਂ 'ਤੇ ਪਲਣਾ। ਸੋ ਇੱਕ ਸਰਕਾਰ ਨਾਲ ਫਿਰ 2 ਹੱਥ ਕਰਨ ਦੇ ਮੌਕੇ ਦੀ ਤਾੜ ਵਿੱਚ ਸਨ। ਉਹਨਾਂ ਨੂੰ ਇਹ ਮੌਕਾ ਛੇਤੀ ਹੀ ਮਿਲ ਗਿਆ। ਅਬਦਾਲੀ ਨੇ ਦੂਜੀ ਵਾਰ ਫਿਰ ਭਾਰਤ 'ਤੇ ਚੜ੍ਹਾਈ ਕਰ ਦਿੱਤੀ। ਮੀਰ ਮੰਨੂ ਇਸ ਹਮਲੇ ਨੂੰ ਰੋਕਣ ਲਈ ਵਜ਼ੀਰਾਬਾਦ ਲਾਗੇ ਡਟ ਗਿਆ। ਸਿੱਖ ਅੰਮ੍ਰਿਤਸਰ ਵਿੱਚ ਇਕੱਠੇ ਹੋਏ ਅਤੇ ਉਹਨਾਂ ਨੇ ਲਾਹੌਰ 'ਤੇ ਹਮਲਾ ਕਰਕੇ ਸ਼ਹਿਰ ਦੇ ਬਾਹਰਲੇ ਹਿੱਸੇ ਵਿੱਚ ਖੂਬ ਲੁੱਟਮਾਰ ਅਤੇ ਸਾੜ ਫੂਕ ਕੀਤੀ। ਉੱਧਰ ਮੀਰ ਮੰਨੂ ਦਾ ਅਬਦਾਲੀ ਨਾਲ ਸਮਝੌਤਾ ਹੋ ਗਿਆ ਅਤੇ ਉਹ ਅਫਗਾਨਿਸਤਾਨ ਵੱਲ ਵਾਪਸ ਚਲਾ ਗਿਆ। ਜਦ ਇਸ ਸਮਝੌਤੇ ਪਿੱਛੋਂ ਮੀਰ ਮੰਨੂ ਵਾਪਸ ਆਇਆ ਤਾਂ ਉਹਨੂੰ ਸਿੱਖਾਂ ਦੀ ਇਹ ਹਰਕਤ ਵੇਖ ਕੇ ਸਖਤ ਤੈਸ਼ ਆਇਆ। ਉਹਨੇ ਹੁਕਮ ਜਾਰੀ ਕਰ ਦਿੱਤਾ ਕਿ ਜਿੱਥੇ ਕਿਤੇ ਵੀ ਕੋਈ ਸਿੱਖ ਕਿਸੇ ਦੇ ਕਾਬੂ ਆਏ, ਉਹਦਾ ਸਿਰ ਲਾ ਕੇ ਦਿੱਤਾ ਜਾਏ। ਇਸ ਨਾਲ ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ ਪਕੜ ਕੇ ਕਤਲ ਕੀਤੇ ਗਏ। ਇਹ ਹੁਕਮ ਵੀ ਜਾਰੀ ਕੀਤਾ ਗਿਆ ਕਿ ਜੋ ਕੋਈ ਵੀ ਕਿਸੇ ਸਿੱਖ ਨੂੰ ਪਨਾਹ ਦੇਵੇਗਾ, ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ। ਸਿੱਖਾਂ ਨੂੰ ਇੱਕ ਵਾਰ ਫਿਰ ਪੰਜਾਬ ਦੇ ਮੈਦਾਨੀ ਇਲਾਕੇ ਛੱਡ ਕੇ ਹਿਮਾਲਿਆ ਪਰਬਤ ਦੀਆਂ ਢਲਾਨਾਂ, ਮੱਧ ਪੰਜਾਬ ਦੇ ਜੰਗਲਾਂ ਅਤੇ ਮਾਲਵੇ ਦੇ ਮਾਰੂਥਲਾਂ ਵਿੱਚ ਜਾ ਕੇ ਲੁਕਣਾ ਪਿਆ। ਇਹ ਕਠਿਨ ਜੀਵਨ ਉਹਨਾਂ ਲਈ ਕੋਈ ਨਵੀਂ ਗੱਲ ਨਹੀਂ ਸੀ। ਇਹ ਪਹਿਲੇ ਹੀ ਇਸ ਜੀਵਨ ਵਿੱਚ ਸਨ। ਇੱਕ ਮੁੱਠੀ ਭਰ ਛੋਲੇ ਖਾ ਕੇ ਅਤੇ ਠੰਡਾ ਪਾਣੀ ਪੀ ਕੇ ਉਹ ਸਾਰਾ ਦਿਨ ਕੱਟ ਸਕਦੇ ਸਨ। 2 ਕੰਬਲ, ਇੱਕ ਆਪਣੇ ਲਈ ਅਤੇ ਇੱਕ ਆਪਣੇ ਘੋੜੇ ਲਈ, ਕੁਝ ਸ਼ਸਤਰ, ਕੁਝ ਭਾਂਡੇ, ਇਹ ਇੱਕ ਸਿਪਾਹੀ ਦਾ ਸਾਰਾ ਸਮਾਨ ਹੁੰਦਾ ਸੀ। ਕਿਸਮਤ ਨੇ ਸਿੱਖਾਂ ਦਾ ਇੱਕ ਵਾਰ ਫਿਰ ਸਾਥ ਦਿੱਤਾ। ਅਬਦਾਲੀ ਨੇ ਅਚਾਨਕ ਫਿਰ ਭਾਰਤ ਵੱਲ ਮੂੰਹ ਮੋੜ ਲਿਆ। ਮੀਰ ਮੰਨੂ ਦਾ ਧਿਆਨ ਇਸ ਨਵੀਂ ਪਈ ਬਿਪਤਾ ਦਾ ਟਾਕਰਾ ਕਰਨ ਵੱਲ ਲੱਗ ਗਿਆ ਅਤੇ ਸਿੱਖਾਂ ਨੂੰ ਕੁਝ ਆਰਾਮ ਚੈਨ ਮਿਲ ਗਿਆ। ਅਬਦਾਲੀ ਨੇ ਲਾਹੌਰ ਸ਼ਹਿਰ ਦਾ ਘੇਰਾ ਕੱਤ ਲਿਆ। ਅਫਗਾਨਾਂ ਨੇ ਲਾਹੌਰ ਨੂੰ ਆਲੇ ਦੁਆਲੇ ਦਾ ਸਾਰਾ ਇਲਾਕਾ ਬਿਲਕੁਲ ਤਬਾਹ ਕਰ ਦਿੱਤਾ। 4 ਮਹੀਨੇ ਇਸੇ ਤਰ੍ਹਾਂ ਬੀਤ ਗਏ। ਆਖਰ ਭੁੱਖ ਨੰਗ ਤੋਂ ਤੰਗ ਆ ਕੇ ਮੰਨੂ ਕਿਲ੍ਹੇ ਵਿੱਚੋਂ ਬਾਹਰ ਆਉਣ 'ਤੇ ਮਜਬੂਰ ਹੋ ਗਿਆ। ਇਸ ਲੜਾਈ ਵਿੱਚ ਮੰਨੂ ਦਾ ਵਫਾਦਾਰ ਵਜ਼ੀਰ ਕੌੜਾ ਮੱਲ ਮਾਰਿਆ ਗਿਆ। ਮੰਨੂ ਨੂੰ ਮਜਬੂਰਨ ਹਥਿਆਰ ਸੁੱਟਣੇ ਪਏ। ਅਗਲੇ ਦਿਨ ਮੰਨੂ ਕੀਮਤੀ ਤੋਹਫੇ ਲੈ ਕੇ ਅਬਦਾਲੀ ਸਾਹਮਣੇ ਹਾਜ਼ਰ ਹੋਇਆ। ਮੰਨੂ ਨੇ ਉਹਦੇ ਨਾਲ 3 ਜਵਾਨ ਹੋਰ ਸਾਥੀ ਸਨ। ਅਬਦਾਲੀ ਮੰਨੂ ਦਾ ਰੋਹਬ-ਦਾਬ ਅਤੇ ਮਨੁੱਖੀ ਗੌਰਵ ਵੇਖ ਕੇ ਬੜਾ ਪ੍ਰਭਾਵਿਤ ਹੋਇਆ ਅਤੇ ਉਹਨੇ ਉਹਦਾ ਬੜਾ ਆਦਰ ਕੀਤਾ। ਉਹਨੇ ਮੰਨੂ ਨੂੰ ਆਪਣੀ ਵੱਲੋਂ ਪੰਜਾਬ ਦਾ ਸੂਬੇਦਾਰ ਨਿਯਤ ਕਰ ਦਿੱਤਾ ਅਤੇ ਉਹਦੇ ਕਹਿਣ 'ਤੇ ਉਹਦੇ ਸਾਰੇ ਕੈਦੀਆਂ ਨੂੰ ਛੱਡ ਦਿੱਤਾ। ਇੱਕ ਸਾਂਝੇ ਸਮਝੌਤੇ ਅਨੁਸਾਰ ਲਾਹੌਰ ਅਤੇ ਮੁਲਤਾਨ ਉਹਨੇ ਆਪਣੇ ਰਾਜ ਵਿੱਚ ਸ਼ਾਮਲ ਕਰ ਲਏ। ਇਸ ਹਮਲੇ ਵਿੱਚ ਫੈਲੀ ਬਦਅਮਨੀ ਕਾਰਨ ਸਿੱਖਾਂ ਨੇ ਫਿਰ ਆਪਣਾ ਸਿਰ ਚੁੱਕਿਆ। ਮੁਸਲਮਾਨੀ ਫੌਜ ਅਬਦਾਲੀ ਦੇ ਹਮਲੇ ਦੀ ਰੋਕਥਾਮ ਵਿੱਚ ਰੁੱਝੀ ਹੋਈ ਸੀ। ਇਸ ਲਈ ਸਿੱਖਾਂ ਨੇ ਬਾਰੀ ਦੁਆਬ ਅਤੇ ਜਲੰਧਰ ਦੁਆਬ ਦੇ ਇਲਾਕੇ ਦੇ ਸਭ ਅਮੀਰ ਮੁਸਲਮਾਨਾਂ ਨੂੰ ਲੁੱਟ-ਪੁੱਟ ਕੇ ਕੰਗਾਲ ਕਰ ਦਿੱਤਾ। ਉਹਨਾਂ ਦੇ ਹੌਸਲੇ ਖੁੱਲ੍ਹ ਗਏ ਅਤੇ ਨਵੀਂ ਭਰਤੀ ਦੇ ਕਾਰਨ ਉਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ। ਦੁਰਾਨੀ ਨਾਲ ਸੁਲ੍ਹਾ ਹੋ ਜਾਣ ਦੇ ਕਾਰਨ ਵਿਦੇਸ਼ੀ ਹਮਲੇ ਦਾ ਡਰ ਜਾਂਦਾ ਰਿਹਾ। ਇਸ ਲਈ ਹੁਣ ਮੀਰ ਮੰਨੂ ਨੂੰ ਸਿੱਖਾਂ ਨਾਲ 2 ਹੱਥ ਕਰਨ ਦੀ ਵੇਲ ਮਿਲ ਗਈ। ਉਹਨੇ ਸਿੱਖਾਂ ਨੂੰ ਸਜ਼ਾ ਦੇਣ ਲਈ ਅਦੀਨਾ ਬੇਗ ਨੂੰ ਜਲੰਧਰ ਦੇ ਇਲਾਕੇ ਵੱਲ ਭੇਜਿਆ। ਉਹਨੂੰ ਸੂਹ ਮਿਲ ਚੁੱਕੀ ਸੀ ਕਿ ਸਿੱਖ ਦੀਵਾਲੀ ਮਨਾਉਣ ਲਈ ਮਾਖੋਵਾਲ ਲਾਗੇ ਇਕੱਠੇ ਹੋ ਰਹੇ ਹਨ। ਅਦੀਨਾ ਬੇਗ ਅਚਨਚੇਤ ਉਹਨਾਂ 'ਤੇ ਜਾ ਪਿਆ ਅਤੇ ਬਹੁਤ ਸਾਰੇ ਸਿੱਖ ਘੇਰੇ ਵਿੱਚ ਆ ਜਾਣ ਕਰਕੇ ਮਾਰੇ ਗਏ। ਬਚੇ ਕੁਚੇ ਸਿੱਖ ਲੱਖੀ ਜੰਗਲ ਵੱਲ ਨਿਕਲ ਗਏ। ਮੰਨੂ ਨੇ ਉਹਨਾਂ ਦਾ ਪਿੱਛਾ ਕਰਨ ਲਈ ਆਪਣੇ ਇੱਕ ਹੋਰ ਜਰਨੈਲ ਮੁਨੀਮ ਖਾਨ ਨੂੰ ਭੇਜਿਆ। ਸਿੱਖ ਉਹਦੇ ਕਾਬੂ ਨਾ ਆਏ ਅਤੇ ਉਹਨਾਂ ਨੇ ਸਾਰੀ ਭੁਗਤ ਸਵਾਰੀ। ਮੰਨੂ ਨੇ ਮੁਨੀਮ ਖਾਨ ਦੀ ਥਾਂ ਹੁਸੈਨ ਖਾਨ ਨੂੰ ਕਮਾਨ ਸੌਂਪ ਦਿੱਤੀ। ਉਹਨੇ ਇੱਕ ਚਾਲ ਖੇਡੀ ਜਿਸ ਵਿੱਚ ਸਿੱਖ ਫਸ ਗਏ ਅਤੇ ਬਹੁਤ ਸਾਰਿਆਂ ਨੂੰ ਉਹਨਾਂ ਨੇ ਕਾਬੂ ਕਰ ਲਿਆ। ਬਾਕੀ ਦੇ ਫਿਰ ਬਾਰੀ ਦੁਆਬ ਵੱਲ ਨਿਕਲ ਗਏ ਅਤੇ ਉਸ ਇਲਾਕੇ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ।
ਹੁਣ ਮੀਰ ਮੰਨੂ ਨੇ ਆਪ ਉਹਨਾਂ ਨਾਲ ਸਿੱਝਣ ਦਾ ਫੈਸਲਾ ਕਰ ਲਿਆ ਅਤੇ ਉਹਨੇ ਸਿੱਖ ਇਸਤਰੀਆਂ ਅਤੇ ਬੱਚੇ ਫੜ ਕੇ ਉਹਨਾਂ 'ਤੇ ਬੜੇ ਜ਼ੁਲਮ ਕੀਤੇ ਅਤੇ ਜੋ ਉਹਨਾਂ ਨੇ ਖਿੜੇ ਮੱਥੇ ਚੱਲੇ। ਬਹੁਤ ਸਾਰੇ ਸਿੱਖ ਮਾਰੇ ਗਏ ਅਤੇ ਬਾਕੀ ਦੇ ਪਠਾਨਕੋਟ ਲਾਗੇ ਦੀਆਂ ਪਹਾੜੀਆਂ ਵਿੱਚ ਜਾ ਲੁਕੇ। ਮੀਰ ਮੰਨੂ ਨੂੰ ਲੜਾਈਆਂ ਵਿੱਚ ਬੇਸ਼ੱਕ ਜਿੱਤਾਂ ਹੋਈਆਂ ਸਨ, ਪਰ ਉਹ ਸਿੱਖਾਂ ਦੀ ਸ਼ਕਤੀ ਕਮਜ਼ੋਰ ਕਰਨ ਵਿੱਚ ਕੋਈ ਸਫਲਤਾ ਨਾ ਹੋ ਸਕਿਆ। ਜਿੰਨੀ ਉਹ ਸਖਤੀ ਕਰਦਾ ਸੀ, ਉਤਨਾ ਹੀ ਉਹਨਾਂ ਵਿੱਚ ਜ਼ਿਆਦਾ ਜੋਸ਼ ਭਰਦਾ ਸੀ। ਇੱਥੋਂ ਤੱਕ ਕਿ ਉਹ ਕਈ ਵਾਰ ਲਾਹੌਰ ਦੀ ਚਾਰਦੀਵਾਰੀ ਤੱਕ ਛਾਪਾ ਮਾਰਨ ਵਿੱਚ ਸਫਲ ਰਹਿੰਦੇ ਸਨ। ਇਸ ਦਾ ਵੱਡਾ ਕਾਰਨ ਸੀ ਉਹਨਾਂ ਦੀ ਫੌਜ ਵਿੱਚ ਜਥੇਬੰਦੀ, ਏਕਤਾ ਅਤੇ ਪੰਥਕ ਜਜ਼ਬਾ। ਦੂਜੇ ਪੰਜਾਬ ਦੇ ਕਿਸਾਨ ਭੂਮੀਗਰ ਤੋਂ ਤੰਗ ਆ ਕੇ ਆਪਣਾ ਜੱਦੀ ਪੇਸ਼ਾ ਛੱਡੀ ਜਾਂਦੇ ਸਨ ਅਤੇ ਸਿੱਖੀ ਧਾਰਨ ਕਰਕੇ ਸਿੱਖ ਸੈਨਾ ਵਿੱਚ ਭਰਤੀ ਹੋਈ ਜਾਂਦੇ ਸਨ। ਵਾਹੀ ਨਾਲੋਂ ਸਿਪਾਹਗਿਰੀ ਵਿੱਚ ਲੁੱਟਮਾਰ ਦੁਆਰਾ ਧਨ ਪ੍ਰਾਪਤ ਕਰਨਾ ਸੌਖਾ ਸੀ, ਇਸ ਲਈ ਵੀ ਉਹ ਸਿੱਖ ਸੈਨਾ ਵਿੱਚ ਭਰਤੀ ਹੋ ਜਾਂਦੇ ਸਨ। ਇਸ ਤਰ੍ਹਾਂ ਸਿੱਖ ਗਿਣਤੀ ਵਿੱਚ ਘਟਣ ਦੀ ਥਾਂ ਹੋਰ ਵੱਧਦੇ ਜਾਂਦੇ ਸਨ। ਅਚਾਨਕ ਨਵੰਬਰ 1753 ਵਿੱਚ ਮੰਨੂ ਦੀ ਮੌਤ ਹੋ ਗਈ ਅਤੇ ਸਿੱਖਾਂ ਨੂੰ ਮਨਮਾਨੀ ਕਰਨ ਦਾ ਮੌਕਾ ਮਿਲ ਗਿਆ। ਇੱਕ ਪਾਸੇ ਦਿੱਲੀ ਦੀ ਮੁਗਲ ਸਰਕਾਰ ਨੂੰ ਆਪਣੀ ਜਾਨ ਦੀ ਪਈ ਹੋਈ ਸੀ, ਦੂਜੇ ਪਾਸੇ ਅਬਦਾਲੀ ਆਪਣੇ ਨਵੇਂ ਕਾਬੂ ਕੀਤੇ ਇਲਾਕਿਆਂ ਨੂੰ ਸਾਂਭਣ ਵਿੱਚ ਰੁੱਝਾ ਹੋਇਆ ਸੀ। ਇਸ ਲਈ ਮੰਨੂ ਦੀ ਮੌਤ ਪਿੱਛੋਂ ਪੰਜਾਬ 3 ਸਾਲ ਤੱਕ ਇੱਕ ਬੇਲਗਾਮ ਘੋੜੇ ਵਾਂਗ ਕਿਸੇ ਦੇ ਕਾਬੂ ਵਿੱਚ ਰਿਹਾ। ਮੰਨੂ ਦੀ ਮੌਤ ਪਿੱਛੋਂ ਮੀਰ ਮੰਨੂ ਦੀ ਮੌਤ ਪਿੱਛੋਂ ਅਬਦਾਲੀ ਨੇ ਆਪਣੇ 3 ਸਾਲ ਦੀ ਉਮਰ ਦੇ ਲੜਕੇ ਮੁਹੰਮਦ ਖਾਨ ਨੂੰ ਮੋਮਿਨ ਖਾਨ ਦੀ ਸਰਪ੍ਰਸਤੀ ਹੇਠ ਪੰਜਾਬ ਦਾ ਸੂਬੇਦਾਰ ਅਤੇ ਮੀਰ ਮੰਨੂ ਦੀ ਵਿਧਵਾ ਇਸਤਰੀ ਮੁਗਲਾਨੀ ਬੇਗਮ ਨੂੰ ਉਹਦਾ ਨਾਇਬ ਮੁਕਰਰ ਕਰ ਦਿੱਤਾ। ਮੁਗਲਾਨੀ ਬੇਗਮ ਜ਼ਾਤੀ ਕਮਜ਼ੋਰੀਆਂ ਦੇ ਕਾਰਨ ਕੁਝ ਮੁਸਲਮਾਨ ਸਰਦਾਰਾਂ ਦੇ ਹੱਥ ਚੜ੍ਹ ਗਈ। ਇਹ ਵੇਖ ਕੇ ਬਾਕੀ ਦੇ ਸਰਦਾਰਾਂ ਨੇ ਬਗਾਵਤ ਦਾ ਝੰਡਾ ਖੜਾ ਕਰ ਦਿੱਤਾ। ਇਹ ਖਿੱਚੋਤਾਣ 3 ਸਾਲ ਤੱਕ ਜਾਰੀ ਰਹੀ। ਕਦੇ ਬੇਗਮ ਦਾ ਪੱਲਾ ਭਾਰੀ ਹੋ ਜਾਂਦਾ, ਕਦੀ ਵਿਦਰੋਹੀਆਂ ਦਾ। ਨਤੀਜਾ ਇਹ ਹੋਇਆ ਕਿ ਪੰਜਾਬ ਦੇ ਸਭ ਜ਼ਿਲ੍ਹੇ ਖੁਦ ਮੁਖਤਿਆਰ ਹੋ ਗਏ। ਲਾਹੌਰ ਦੇ ਸੂਬੇਦਾਰ ਥੱਲੇ ਕੇਵਲ ਲਾਹੌਰ ਅਤੇ ਉਸਦੇ ਆਸ-ਪਾਸ ਦਾ ਇਲਾਕਾ ਹੀ ਰਹਿ ਗਿਆ। ਇਹ ਸਿੱਖਾਂ ਲਈ ਬੜਾ ਸੁਨਹਿਰੀ ਮੌਕਾ ਸੀ। ਉਹਨਾਂ ਨੇ ਇਸ ਤੋਂ ਪੂਰਾ ਲਾਭ ਉਠਾਇਆ। ਉਹਨਾਂ ਨੂੰ ਪੂਰਨ ਵਿਸ਼ਵਾਸ ਸੀ ਕਿ ਸੂਬੇ ਦੀ ਵਾਗਡੋਰ ਸੰਭਾਲਣ ਲਈ ਕਿਸਮਤ ਨੇ ਉਹਨਾਂ ਨੂੰ ਫਿਰ ਚੁਣਿਆ ਹੈ। ਇਹ ਵਿਸ਼ਵਾਸ ਰੱਖਦਿਆਂ ਹੋਇਆਂ ਉਹ ਮੀਰ ਮੰਨੂ ਦੀ ਮੌਤ ਤੋਂ ਫੌਰਨ ਪਿੱਛੋਂ ਆਪਣੀਆਂ ਲੁਕਵੀਆਂ ਥਾਵਾਂ ਤੋਂ ਬਾਹਰ ਨਿਕਲ ਆਏ ਅਤੇ ਸਾਰੇ ਪੰਜਾਬ ਵਿੱਚ ਹੜ੍ਹ ਵਾਂਗ ਫੈਲ ਗਏ। ਉਹਨਾਂ ਨੇ ਜੱਸਾ ਸਿੰਘ ਰਾਮਗੜੀਏ ਨੂੰ ਰਾਮ ਰੌਣੀ ਦੇ ਕਿਲ੍ਹੇ ਨੂੰ ਫਿਰ ਤੋਂ ਉਸਾਰਨ ਲਈ ਕਿਹਾ। ਜੱਸਾ ਸਿੰਘ ਇੱਕ ਤਜਰਬੇਕਾਰ ਜਰਨੈਲ ਸੀ। ਉਹਨੇ ਕਿਲ੍ਹੇ ਨੂੰ ਮਜ਼ਬੂਤ ਬਣਾਉਣ ਵਿੱਚ ਕੋਈ ਕਸਰ ਨਾ ਛੱਡੀ। ਇਸ ਕਿਲ੍ਹੇ ਦਾ ਨਾਂ ਉਹਨੇ ਰਾਮਗੜ੍ਹ ਰੱਖਿਆ। ਇੱਥੋਂ ਸਿੱਖਾਂ ਨੇ ਆਲੇ ਦੁਆਲੇ ਦੇ ਮੁਸਲਮਾਨ ਸਰਦਾਰਾਂ ਦਾ ਨੱਕ ਵਿੱਚ ਦਮ ਕਰ ਦਿੱਤਾ। ਜੈ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਚੜ੍ਹਤ ਸਿੰਘ ਮੁਸਲਮਾਨਾਂ ਦੇ ਭੇਸ ਵਿੱਚ 500 ਸਿੱਖਾਂ ਦਾ ਇੱਕ ਜਥਾ ਲੈ ਕੇ ਲਾਹੌਰ ਅੰਦਰ ਦਾਖਲ ਹੋ ਗਏ ਅਤੇ ਰੱਜ ਕੇ ਲੁੱਟਮਾਰ ਕੀਤੀ। 1200 ਸਿੱਖਾਂ ਦੇ ਇੱਕ ਦਸਤੇ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਜਲੰਧਰ ਦੇ ਹਾਕਮ ਅਦੀਨਾ ਬੇਗ ਨੇ ਸਰਹੰਦ ਅਤੇ ਸਰਹੰਦ ਤੋਂ ਪਰਲਾ ਇਲਾਕਾ ਕਾਬੂ ਕਰਨ ਵਿੱਚ ਸਿੱਖਾਂ ਦੀ ਸਹਾਇਤਾ ਲਈ। ਸਿੱਖਾਂ ਨੇ ਥਾਣੇਸਰ ਪਹੁੰਚ ਕੇ ਰਾਜਪੂਤਾਨੇ ਦੀਆਂ ਕਈ ਸ਼ਹਿਰਾਂ ਵਿੱਚ ਲੁੱਟਮਾਰ ਕੀਤੀ। ਹੌਲੀ ਹੌਲੀ ਉਹਨਾਂ ਨੇ ਅੰਮ੍ਰਿਤਸਰ, ਬਟਾਲਾ ਅਤੇ ਕਲਾਨੌਰ ਦਾ ਇਲਾਕਾ ਪੂਰੀ ਤਰ੍ਹਾਂ ਸਾਂਭ ਲਿਆ। ਇਸ ਬਦਅਮਨੀ ਵਿੱਚ ਹਰ ਥਾਂ ਲੋਕਾਂ ਦੀ ਜਾਨ ਮਾਲ ਖਤਰੇ ਵਿੱਚ ਸੀ। ਵਪਾਰ ਬਿਲਕੁਲ ਰੁਕ ਗਿਆ ਸੀ। ਸਿੱਖਾਂ ਦੀ ਡੈਸ ਨਾ ਕੇਵਲ ਸਰਕਾਰ ਦੇ ਬਲਕਿ ਲੋਕਾਂ ਦੇ ਮਨ 'ਤੇ ਬੈਠ ਗਈ। ਸਿੱਖਾਂ ਨੇ ਪਿੰਡ ਵਿੱਚ ਜਾ ਕੇ ਕਿਹਾ ਕਿ ਜੇ ਉਹ ਆਪਣੀ ਅਸਾੜੀ ਅਤੇ ਸਾਵਣੀ ਫਸਲ ਦਾ ਹਿੱਸਾ 5ਵਾਂ ਹਿੱਸਾ ਉਹਨਾਂ ਨੂੰ ਮਾਲੀਏ ਦੇ ਰੂਪ ਵਿੱਚ ਦੇ ਦੇਣ ਤਾਂ ਉਹਨਾਂ ਦੀ ਜਾਨ ਮਾਲ ਦੀ ਜ਼ਿੰਮੇਵਾਰੀ ਸਿੱਖ ਆਪਣੇ ਸਿਰ ਲੈ ਲੈਣਗੇ। ਇਸ ਪ੍ਰਬੰਧ ਨੂੰ ਰਾਖੀ ਪ੍ਰਬੰਧ ਦਾ ਨਾਂ ਦਿੱਤਾ ਗਿਆ। ਬਦਅਮਨੀ ਤੋਂ ਤੰਗ ਆਏ ਲੋਕਾਂ ਨੂੰ ਹੋਰ ਕੀ ਚਾਹੀਦਾ ਸੀ। ਬਹੁਤ ਸਾਰੇ ਪਿੰਡਾਂ ਨੇ ਇਸ ਪ੍ਰਬੰਧ ਨੂੰ ਕਬੂਲ ਕਰ ਲਿਆ। ਇਸ ਪ੍ਰਬੰਧ ਨੂੰ ਸਫਲ ਬਣਾਉਣ ਲਈ ਦਲ ਖਾਲਸਾ ਨੂੰ ਕਈ ਦਸਤਿਆਂ ਵਿੱਚ ਵੰਡ ਦਿੱਤਾ ਗਿਆ ਅਤੇ ਉਹਨਾਂ ਨੂੰ ਵੱਖ-ਵੱਖ ਇਲਾਕਿਆਂ ਦੀ ਰਾਖੀ ਸੌਂਪ ਦਿੱਤੀ ਗਈ। ਬਾਬਾ ਦੀਪ ਸਿੰਘ ਅਤੇ ਕਰੋੜਾ ਸਿੰਘ ਦੇ ਦਸਤਿਆਂ ਨੇ ਦੱਖਣੀ ਸਤਲੁਜ ਦਾ ਇਲਾਕਾ ਸਾਂਭ ਲਿਆ। ਸਿੰਘਪੁਰੀਆ ਅਤੇ ਆਲੂਵਾਲੀਆ ਦਸਤੇ ਸਤਲੁਜ ਅਤੇ ਬਿਆਸ ਦੇ ਸੰਗਮ ਤੋਂ ਉੱਪਰ ਵਾਲੇ ਹਿੱਸੇ 'ਤੇ ਕਾਬਜ਼ ਹੋ ਗਏ। ਜੈ ਸਿੰਘ ਕਨਈਆ ਅਤੇ ਜੱਸਾ ਸਿੰਘ ਰਾਮਗੜੀਏ ਨੇ ਸ੍ਰੀ ਅੰਮ੍ਰਿਤਸਰ ਦਾ ਉੱਤਰੀ ਇਲਾਕਾ, ਨਕਈਆਂ ਨੇ ਲਾਹੌਰ ਦਾ ਦੱਖਣੀ ਇਲਾਕਾ ਅਤੇ ਚੜ੍ਹਤ ਸਿੰਘ ਸ਼ੁਕਰ ਚੱਕੀਆ ਅਤੇ ਹਰੀ ਸਿੰਘ ਭੰਗੀ ਨੇ ਲਾਹੌਰ ਦਾ ਉੱਤਰੀ ਇਲਾਕਾ ਸਾਂਭ ਲਿਆ। ਸ੍ਰੀ ਅੰਮ੍ਰਿਤਸਰ ਨਿਸ਼ਾਨਵਾਲੀਆ ਅਤੇ ਡੱਲੇਵਾਲੀਆਂ ਦੇ ਹਿੱਸੇ ਆਇਆ। ਹਰ ਇੱਕ ਸਰਦਾਰ ਨੇ ਆਪਣੇ ਆਪਣੇ ਇਲਾਕੇ ਵਿੱਚ ਕਿਲ੍ਹੇ ਬਣਾ ਲਏ ਅਤੇ ਜਿੱਥੇ ਉਹ ਆਸ-ਪਾਸ ਦੇ ਇਲਾਕੇ 'ਤੇ ਦਬਦਬਾ ਰੱਖਣ ਲਈ ਫੌਜ ਰੱਖਦੇ ਸਨ। ਰਾਖੀ ਪ੍ਰਬੰਧ ਨਾਲ ਸਿੱਖਾਂ ਦੀ ਮਾਲੀ ਹਾਲਤ ਚੰਗੀ ਹੋ ਗਈ। ਸਮਾਂ ਆਉਣ 'ਤੇ ਸਰਦਾਰ ਇਹਨਾਂ ਇਲਾਕਿਆਂ ਦੇ ਖੁਦ ਮੁਖਤਿਆਰ ਮਾਲਕ ਹੋ ਗਏ। 1756 ਵਿੱਚ ਅਬਦਾਲੀ ਨੇ ਭਾਰਤ 'ਤੇ ਫਿਰ ਚੜ੍ਹਾਈ ਕਰ ਦਿੱਤੀ। ਇਸ ਵਾਰ ਸਭ ਥਾਂ ਗੜਬੜ ਮੱਚੀ ਹੋਈ ਸੀ ਅਤੇ ਸਰਕਾਰ ਇਤਨੀ ਕਮਜ਼ੋਰ ਹੋ ਚੁੱਕੀ ਸੀ ਕਿ ਇਸ ਹਮਲੇ ਦੇ ਵਿਰੁੱਧ ਕਿਸੇ ਨੂੰ ਇੱਕ ਉਂਗਲ ਤੱਕ ਹਿਲਾਉਣ ਦੀ ਹਿੰਮਤ ਨਾ ਪਈ ਅਤੇ ਅਬਦਾਲੀ ਬਿਨਾਂ ਕਿਸੇ ਰੋਕ ਟਾਕ ਦੇ ਦਿੱਲੀ ਪਹੁੰਚ ਗਿਆ।
ਉੱਥੇ ਉਹਨੇ 1 ਮਹੀਨਾ ਖੂਬ ਕਤਲੇਆਮ ਅਤੇ ਲੁੱਟ ਖਸੁੱਟ ਦਾ ਬਾਜ਼ਾਰ ਗਰਮ ਰੱਖਿਆ ਅਤੇ ਬੇਅੰਤ ਖਜ਼ਾਨਾ ਅਤੇ 500 ਬਾਂਦੀਆਂ ਨੂੰ ਲੁੱਟ ਕੇ ਵਾਪਸ ਮੁੜਿਆ। ਅਬਦਾਲੀ ਦੇ ਅਤਿਆਚਾਰਾਂ ਤੋਂ ਡਰਦੇ ਮਾਰੇ ਪੰਜਾਬ ਦੇ ਲੋਕ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾ ਲੁਕੇ। ਇਸ ਹਫੜਾ ਦਫੜੀ ਵਿੱਚ ਸਿੱਖਾਂ ਨੇ ਆਪਣੇ ਵੈਰੀਆਂ ਤੋਂ ਰੱਜ ਕੇ ਬਦਲੇ ਲਏ। ਦਿੱਲੀ ਜਾਂਦਿਆਂ ਅਹਿਮਦ ਸ਼ਾਹ ਦੀ ਫੌਜ ਦੇ ਗਾਹੇ ਬਗਾਏ ਛਾਪੇ ਮਾਰ ਕੇ ਸਿੱਖਾਂ ਨੇ ਉਹਨੂੰ ਖੂਬ ਲੁੱਟਿਆ। ਹੁਣ ਮੁੜਦੀ ਵਾਰੀ ਵੀ ਉਹਨਾਂ ਨੇ ਉਹਦਾ ਪਿੱਛਾ ਨਾ ਛੱਡਿਆ ਅਤੇ ਉਹਦਾ ਖਜ਼ਾਨਾ ਕਾਫੀ ਹੌਲਾ ਕਰ ਦਿੱਤਾ। ਅਹਿਮਦ ਸ਼ਾਹ ਤੰਗ ਆ ਗਿਆ। ਉਹਨੇ ਲਾਹੌਰ ਪਹੁੰਚ ਕੇ ਸਿੱਖਾਂ ਨੂੰ ਸਜ਼ਾ ਦੇਣ ਲਈ ਉਹਨਾਂ ਵਿਰੁੱਧ ਕਈ ਦਸਤੇ ਘੱਲੇ। ਕਈਆਂ ਨੂੰ ਘੇਰੇ ਵਿੱਚ ਲੈ ਕੇ ਕਤਲ ਕਰ ਦਿੱਤਾ ਗਿਆ ਅਤੇ ਕਈ ਕਿਲ੍ਹੇ ਢਾਹ ਕੇ ਪੱਧਰੇ ਕਰ ਦਿੱਤੇ ਗਏ। ਉਹਨੇ ਸਰੋਵਰ ਵੀ ਮਿੱਟੀ ਨਾਲ ਭਰਵਾ ਦਿੱਤਾ। ਪਰ ਪੰਜਾਬ ਵਿੱਚ ਕੜਾਕੇ ਦੀ ਗਰਮੀ ਪੈਣ ਕਰਕੇ ਉਹਨੂੰ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯਤ ਕਰਕੇ ਅਫਗਾਨਿਸਤਾਨ ਵੱਲ ਮੁੜਨਾ ਪਿਆ। ਆਪਣੇ ਲੜਕੇ ਦੀ ਸਹਾਇਤਾ ਲਈ ਉਹ ਜਰਨੈਲ ਜਹਾਨ ਖਾਨ ਦੀ ਕਮਾਨ ਥੱਲੇ 10,000 ਤੁਰਕੀ ਫੌਜ ਵੀ ਪਿੱਛੇ ਛੱਡ ਗਿਆ। ਅਬਦਾਲੀ ਕਾਹਲੀ ਕਾਹਲੀ ਆਪਣੇ ਦੇਸ਼ ਵੱਲ ਮੁੜਨ ਕਰਕੇ ਸਿੱਖਾਂ ਨੂੰ ਪੂਰੀ ਤਰ੍ਹਾਂ ਦਬਾਉਣ ਵਿੱਚ ਸਫਲ ਨਾ ਹੋਇਆ। ਪਰ ਉਹ ਜਾਂਦੀ ਵਾਰ ਜਹਾਨ ਖਾਨ ਨੂੰ ਹਦਾਇਤ ਕਰ ਗਿਆ ਕਿ ਸਿੱਖਾਂ ਨੂੰ ਹਰ ਮੁਮਕਿਨ ਤਰੀਕੇ ਨਾਲ ਕੁਚਲਿਆ ਜਾਏ। ਇਸ ਹਦਾਇਤ 'ਤੇ ਜਹਾਨ ਖਾਨ ਨੇ ਪੂਰੀ ਵਫਾਦਾਰੀ ਨਾਲ ਅਮਲ ਕੀਤਾ। ਉਨੀ ਦਿਨੀ ਬਾਬਾ ਦੀਪ ਸਿੰਘ ਜੀ ਮਾਲਵੇ ਵਿੱਚ ਦਮਦਮਾ ਸਾਹਿਬ ਦੇ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਬੀੜ ਲਿਖਵਾ ਰਹੇ ਸਨ। ਜਦ ਉਹਨਾਂ ਨੂੰ ਮੁਸਲਮਾਨਾਂ ਵੱਲੋਂ ਹੋ ਰਹੀ ਸ੍ਰੀ ਦਰਬਾਰ ਸਾਹਿਬ ਅਤੇ ਸਰੋਵਰ ਦੀ ਨਿਰਾਦਰੀ ਬਾਰੇ ਪਤਾ ਲੱਗਾ ਤਾਂ ਉਹਨਾਂ ਦੇ ਸਿੱਖੀ ਖੂਨ ਨੇ ਉਬਾਲਾ ਖਾਧਾ। ਉਹਨਾਂ ਨੇ ਪ੍ਰਣ ਕੀਤਾ ਕਿ ਉਸ ਸਾਲ ਦੀਵਾਲੀ ਸ਼੍ਰੀ ਅੰਮ੍ਰਿਤਸਰ ਜਾ ਕੇ ਮਨਾਈ ਜਾਏ ਅਤੇ ਟੱਠੀਆਂ ਇਮਾਰਤਾਂ ਦੀ ਮੁਰੰਮਤ ਕਰਾਈ ਜਾਏ। ਇਸ ਪ੍ਰਣ ਮੌਤ ਨਾਲ 2 ਹੱਥ ਕਰਨ ਦੇ ਬਰਾਬਰ ਸੀ। ਪਰ ਫਿਰ ਵੀ ਲਗਭਗ 5,000 ਸਿੱਖ ਇਸ ਪ੍ਰਣ ਨੂੰ ਪੂਰਾ ਕਰਨ ਲਈ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਸ੍ਰੀ ਅੰਮ੍ਰਿਤਸਰ ਵੱਲ ਤੁਰ ਪਏ। ਸ੍ਰੀ ਤਰਨਤਾਰਨ ਸਾਹਿਬ ਪਹੁੰਚ ਕੇ ਬਾਬਾ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੇ ਬਸਤਰਾਂ 'ਤੇ ਕੇਸਰ ਛਿੜਕਿਆ, ਜਿਸ ਦਾ ਭਾਵ ਸੀ ਮੌਤ ਜਾਂ ਜਿੱਤ। ਇਸ ਤਰ੍ਹਾਂ ਕਮਰ ਕੱਸੇ ਕਰਕੇ ਬਾਬਾ ਦੀਪ ਸਿੰਘ ਅਤੇ ਉਹਦੇ ਸਾਥੀ ਸ੍ਰੀ ਅੰਮ੍ਰਿਤਸਰ ਵੱਲ ਤੁਰ ਪਏ। ਉੱਧਰ ਜਹਾਨ ਖਾਨ ਨੂੰ ਵੀ ਸੂਹ ਮਿਲ ਗਈ ਸੀ ਕਿ ਇੱਕ ਤਕੜੀ ਸਿੱਖ ਫੌਜ ਸ੍ਰੀ ਅੰਮ੍ਰਿਤਸਰ ਲਾਗੇ ਪਹੁੰਚ ਰਹੀ ਹੈ। ਜਹਾਨ ਖਾਨ ਦੀ ਫੌਜ ਦਾ ਇੱਕ ਮਜ਼ਬੂਤ ਦਸਤਾ ਜਰਨੈਲ ਹਾਜੀ ਅਤਈ ਖਾਨ ਦੀ ਕਮਾਨ ਹੇਠ ਇਸੇ ਇਲਾਕੇ ਦੇ ਲਾਗੇ ਤਾਗੇ ਗਸ਼ਤ ਕਰ ਰਿਹਾ ਸੀ। ਜਹਾਨ ਖਾਨ ਨੇ ਆਪਣੇ ਜਰਨੈਲ ਨੂੰ ਹੁਕਮ ਦਿੱਤਾ ਕਿ ਉਹ ਚੱਬਦੇ ਹੀ ਸ੍ਰੀ ਅੰਮ੍ਰਿਤਸਰ ਵਿੱਚ ਪਹੁੰਚੇ। ਉਹਨੇ ਇਹ ਵੀ ਇਤਲਾਹ ਦਿੱਤੀ ਕਿ ਨਿਯਤ ਕੀਤੇ ਦਿਨ ਉਹ ਆਪ ਵੀ ਉੱਥੇ ਪਹੁੰਚ ਜਾਏਗਾ ਤਾਂ ਜੋ ਦੋਵੇਂ ਮਿਲ ਕੇ ਸਿੱਖਾਂ ਦਾ ਸਫਾਇਆ ਕਰ ਸਕਣ। ਅਗਲੇ ਦਿਨ ਸਵੇਰੇ ਜਹਾਨ ਖਾਨ ਆਪਣੇ 3,000 ਸੈਨਾ ਨਾਲੋਂ ਲਾਹੌਰੋਂ ਚੱਲ ਕੇ ਗੋਲਵੜ ਤੱਕ ਜਾ ਪਹੁੰਚਿਆ। ਪਰ ਹਾਜੀ ਅਤਈ ਖਾਨ ਵੇਲੇ ਤੋਂ ਖੁੰਝ ਗਿਆ ਅਤੇ ਨਿਯਤ ਕੀਤੇ ਸਮੇਂ 'ਤੇ ਉੱਥੇ ਨਾ ਪਹੁੰਚ ਸਕਿਆ। ਜਹਾਂ ਖਾਨ ਦੇ ਆਉਣ ਦੀ ਖਬਰ ਜਦ ਸਿੱਖਾਂ ਨੂੰ ਮਿਲੀ ਤਾਂ ਉਹਨਾਂ ਨੇ ਜਹਾਂ ਖਾਨ ਦੀ ਫੌਜ ਨੂੰ ਚਾਰੇ ਪਾਸਿਓਂ ਘੇਰੇ ਵਿੱਚ ਲੈ ਲਿਆ ਅਤੇ ਐਸੀ ਗਜ਼ਬ ਦੀ ਤਲਵਾਰ ਚਲਾਈ ਕਿ ਮੁਸਲਮਾਨ ਫੌਜ ਦੇ ਪੈਰ ਉਖੜ ਗਏ ਅਤੇ ਉਹਨਾਂ ਦੇ ਸਿਪਾਹੀ ਜਾਨ ਬਚਾਉਣ ਲਈ ਨੱਸ ਉੱਠੇ। ਪਰ ਸਿੱਖਾਂ ਦੇ ਘੇਰੇ ਵਿੱਚੋਂ ਬਚ ਕੇ ਨਿਕਲ ਜਾਣਾ ਸੌਖਾ ਨਹੀਂ ਸੀ। ਇੱਕ ਮੁਸਲਮਾਨ ਇਤਿਹਾਸਕਾਰ ਮਸਕੀਨ ਜੋ ਆਪ ਜਹਾਂ ਖਾਨ ਦੀ ਫੌਜ ਵਿੱਚ ਲੜ ਰਿਹਾ ਸੀ, ਲਿਖਦਾ ਹੈ, ਸਿੱਖਾਂ ਨੇ ਸਾਡੀ ਇਤਨੀ ਮੁਰੰਮਤ ਕੀਤੀ ਕਿ ਸਾਡੇ ਵਿੱਚ ਸਾਹ ਸੱਤ ਵੀ ਬਾਕੀ ਨਾ ਰਿਹਾ। ਮੁਸਲਮਾਨਾਂ ਦੀ ਕਿਸਮਤ ਚੰਗੀ ਸੀ ਕਿਉਂਕਿ ਐਨ ਇਸੇ ਵੇਲੇ ਹਾਜੀ ਅਤਈ ਖਾਨ ਆਪਣੀ ਤਾਜ਼ਾ ਦਮ ਫੌਜ ਲੈ ਕੇ ਉੱਥੇ ਆਣ ਪਹੁੰਚਿਆ। ਹੁਣ ਮੁਸਲਮਾਨਾਂ ਦਾ ਪੱਲਾ ਭਾਰੀ ਹੋ ਗਿਆ। ਘਮਸਾਨ ਦਾ ਯੁੱਧ ਹੋਇਆ ਜਿਸ ਵਿੱਚ ਬਾਬਾ ਦੀਪ ਸਿੰਘ ਜੀ ਅਤੇ ਉਹਨਾਂ ਦੇ ਕਈ ਸਾਥੀ ਸ਼ਹੀਦ ਹੋ ਗਏ। ਜਹਾਂ ਖਾਨ ਨੇ ਗੁੱਸੇ ਵਿੱਚ ਆ ਕੇ ਸਰੋਵਰ ਨੂੰ ਭਰਵਾ ਦਿੱਤਾ। ਇਸ ਪਵਿੱਤਰ ਅਸਥਾਨ ਦੀ ਬੇਹੁਰਮਤੀ ਦੀ ਖਬਰ ਸਿੱਖਾਂ ਵਿੱਚ ਬਿਜਲੀ ਵਾਂਗ ਫੈਲ ਗਈ। ਉਹਨਾਂ ਨੇ ਇਕੱਠੇ ਹੋ ਕੇ ਮਤਾ ਪਕਾਇਆ ਕਿ ਜਲਦੀ ਤੋਂ ਜਲਦੀ ਦਰਬਾਰ ਸਾਹਿਬ ਨੂੰ ਪਠਾਨਾਂ ਦੇ ਹੱਥੋਂ ਆਜ਼ਾਦ ਕਰਵਾਇਆ ਜਾਏ। ਅਦੀਨਾ ਬੇਗ ਵੀ ਜੋ ਜਹਾਂ ਖਾਨ ਨਾਲ ਕਿਸੇ ਕਾਰਨ ਨਾਰਾਜ਼ ਹੋ ਗਿਆ ਸੀ, ਸਿੱਖਾਂ ਨਾਲ ਮਿਲ ਗਿਆ। ਹੁਣ ਸਿੱਖਾਂ ਨੇ ਬੇਰੋਕ ਟੋਕ ਜਲੰਧਰ ਲਾਗੇ ਲੁੱਟਮਾਰ ਸ਼ੁਰੂ ਕਰ ਦਿੱਤੀ। ਉਹ ਲੁੱਟਮਾਰ ਕਰਦੇ ਕਈ ਵਾਰ ਲਾਹੌਰ ਤੱਕ ਵੀ ਪਹੁੰਚ ਜਾਂਦੇ ਸਨ। ਉਹਨਾਂ ਦਾ ਪਿੱਛਾ ਕਰਨ ਲਈ ਜਹਾਂ ਖਾਨ ਨੇ ਬਥੇਰੀ ਕੋਸ਼ਿਸ਼ ਕੀਤੀ ਪਰ ਉਹਨੂੰ ਜ਼ਰਾ ਵੀ ਸਫਲਤਾ ਨਾ ਹੋਈ। ਅਦੀਨਾ ਬੇਗ ਨੇ ਦਿੱਲੀ ਵਿੱਚ ਮਰਹੱਟਿਆਂ ਨੂੰ ਖਤ ਲਿਖਿਆ ਕਿ ਲਾਹੌਰ ਦੇ ਪਠਾਨ ਹੁਕਮਰਾਨ ਨਾਲ 2 ਹੱਥ ਕਰਕੇ ਆਪਣੇ ਰਾਜ ਦੀ ਸੀਮਾ ਨੂੰ ਦਰਿਆ ਸਿੰਧ ਤੱਕ ਵਧਾਉਣ ਦਾ ਉਹਨਾਂ ਲਈ ਇਸ ਵਕਤ ਸੁਨਹਿਰੀ ਮੌਕਾ ਹੈ ਅਤੇ ਇਸ ਤੋਂ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਅਦੀਨਾ ਬੇਗ ਦੀ ਸਲਾਹ ਮਰਹੱਟਿਆਂ ਨੂੰ ਜੱਚ ਗਈ ਅਤੇ ਮਾਰਚ 1758 ਵਿੱਚ ਉਹਨਾਂ ਚੜ੍ਹਾਈ ਕਰਕੇ ਸਰਹੰਦ ਦੇ ਲਾਗੇ ਆਣ ਡੇਰੇ ਲਾਏ। ਸਿੱਖ ਅਤੇ ਅਦੀਨਾ ਬੇਗ ਵੀ ਆਪਣੀ ਆਪਣੀ ਫੌਜ ਸਮੇਤ ਮਰਹੱਟਿਆਂ ਨਾਲ ਰਲ ਗਏ। ਇਸ ਲਸ਼ਕਰ ਦੇ ਹੜ ਸਾਹਮਣੇ ਕੌਣ ਅੜ ਸਕਦਾ ਸੀ। ਨਾ ਕੇਵਲ ਸਰਹੰਦ ਦਾ ਬਲਕਿ ਹਾਕਮ ਜਹਾਂ ਖਾਨ ਵੀ ਲਾਹੌਰ ਛੱਡ ਕੇ ਅਫਗਾਨਿਸਤਾਨ ਵੱਲ ਭੱਜ ਗਿਆ। ਵਜ਼ੀਰਾਬਾਦ ਦੇ ਲਾਗੇ ਪਹੁੰਚ ਕੇ ਉਹਨਾਂ ਨੇ ਭੱਜਦੀ ਹੋਈ ਅਫਗਾਨ ਫੌਜ ਨੂੰ ਜਾ ਫੜਿਆ ਅਤੇ ਉਸ ਕੱਟਾ ਵੱਡੀ ਵਿੱਚ ਬਹੁਤ ਸਾਰੇ ਅਫਗਾਨ ਸਿਪਾਹੀ ਕੰਮ ਆਏ।
ਮਰਹੱਟਿਆਂ ਤੇ ਸਿੱਖਾਂ ਦੇ ਹੱਥ ਬਹੁਤ ਸਾਰਾ ਲੁੱਟ ਦਾ ਸਮਾਨ ਆਇਆ। ਸਿੱਖਾਂ ਨੇ ਵੈਰੀ ਦੇ ਕੈਦੀਆਂ ਨੂੰ ਜਕੜ ਕੇ ਸ੍ਰੀ ਅੰਮ੍ਰਿਤਸਰ ਲੈ ਆਂਦਾ ਤੇ ਉਹਨਾਂ ਕੋਲੋਂ ਸਰੋਵਰ ਨੂੰ, ਜੋ ਅਹਿਮਦ ਸ਼ਾਹ ਨੇ ਭਰਵਾ ਦਿੱਤਾ ਸੀ, ਫਿਰ ਸਾਫ਼ ਕਰਵਾਇਆ। ਮਰਹੱਟੇ ਪੰਜਾਬ ਵਿੱਚ ਰਹਿਣਾ ਨਹੀਂ ਸਨ ਚਾਹੁੰਦੇ, ਕਿਉਂਕਿ ਇੱਕ ਤਾਂ ਉਹਨਾਂ ਦੇ ਦੇਸ਼ ਤੋਂ ਬਹੁਤ ਦੂਰ ਸੀ, ਦੂਜੇ ਉਹਨਾਂ ਨੇ ਇਸ ਦਾ ਪੌਣ ਪਾਣੀ ਪਸੰਦ ਨਹੀਂ ਸੀ। ਇਸ ਲਈ ਉਹ ਅਦੀਨਾ ਬੇਗ ਨੂੰ ਪੰਜਾਬ ਦਾ ਸੂਬੇਦਾਰ ਥਾਪ ਕੇ ਦਿੱਲੀ ਨੂੰ ਮੁੜ ਗਏ। ਅਦੀਨਾ ਬੇਗ ਨੇ ਆਪਣੀ ਰਾਜਧਾਨੀ ਲਾਹੌਰ ਦੀ ਥਾਂ ਬਟਾਲਾ ਬਣਾ ਲਈ। ਪਠਾਨਾਂ ਦੇ ਅਫਗਾਨਿਸਤਾਨ ਵੱਲ ਮੁੜ ਜਾਣ ਪਿੱਛੋਂ ਅਦੀਨਾ ਬੇਗ ਦਾ ਰਸਤਾ ਸਾਫ਼ ਹੋ ਗਿਆ। ਉਹਨੇ ਮਰਹੱਟਿਆਂ ਨੂੰ ਉਹਨਾਂ ਦੀ ਮਦਦ ਵਜੋਂ 70 ਲੱਖ ਰੁਪਈਆ ਦੇਣਾ ਕੀਤਾ ਸੀ। ਇਹ ਇੱਕ ਬੜੀ ਵੱਡੀ ਰਕਮ ਸੀ ਜੋ ਜ਼ਿਮੀਂਦਾਰਾਂ ਕੋਲੋਂ ਤਦ ਹੀ ਉਗਰਾਈ ਜਾ ਸਕਦੀ ਸੀ ਜੇ ਦੇਸ਼ ਵਿੱਚ ਹਰ ਥਾਂ ਸ਼ਾਂਤੀ ਹੁੰਦੀ। ਇਸ ਲਈ ਅਦੀਨਾ ਬੇਗ ਨੇ ਸਿੱਖਾਂ ਨੂੰ ਸ਼ਾਂਤੀ ਕਾਇਮ ਕਰਨ ਵਿੱਚ ਮਿਲਵਰਤਨ ਦੇਣ ਲਈ ਕਿਹਾ, ਪਰ ਸਿੱਖ ਨਿਚੱਲੇ ਬੈਠਣ ਵਾਲੇ ਨਹੀਂ ਸਨ। ਉਹ ਕਿਵੇਂ ਅਦੀਨਾ ਬੇਗ ਦੀ ਗੱਲ ਮੰਨ ਸਕਦੇ ਸਨ? ਇਸ ਲਈ ਅਦੀਨਾ ਬੇਗ ਆਪਣੇ ਸਿੱਖਾਂ ਵਿੱਚ ਖਿੱਚੋਤਾਣ ਸ਼ੁਰੂ ਹੋ ਗਈ। ਅਦੀਨਾ ਬੇਗ ਨੇ ਸਿੱਖਾਂ ਨੂੰ ਕਾਬੂ ਕਰਨ ਲਈ ਇੱਕ ਤਕੜੀ ਫੌਜ ਭਰਤੀ ਕਰ ਲਈ ਅਤੇ ਕਾਦੀਆਂ ਲਾਗੇ ਇੱਕ ਜ਼ਬਰਦਸਤ ਲੜਾਈ ਹੋਈ, ਜਿਸ ਵਿੱਚ ਮੁਸਲਮਾਨੀ ਫੌਜ ਦਾ ਜਰਨੈਲ ਮਾਰਿਆ ਗਿਆ ਤੇ ਫੌਜ ਨੂੰ ਭਾਜੜ ਪੈ ਗਈ। ਸਿੱਖਾਂ ਨੇ ਦਿਲ ਖੋਲ੍ਹ ਕੇ ਲੁੱਟ-ਮਾਰ ਕੀਤੀ। ਅਦੀਨਾ ਬੇਗ ਨੂੰ ਇਸ ਹਾਰ 'ਤੇ ਬੜਾ ਤੈਸ਼ ਆਇਆ। ਉਹਨੇ ਹਰ ਥਾਂ ਹੁਕਮ ਜਾਰੀ ਕਰ ਦਿੱਤਾ ਕਿ ਜਿੱਥੇ ਕਿਤੇ ਵੀ ਕੋਈ ਸਿੱਖ ਨਜ਼ਰ ਆਏ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏ। ਅਦੀਨਾ ਬੇਗ ਸਿੱਖਾਂ ਦਾ ਭੇਤੀ ਸੀ। ਉਹਨੂੰ ਸਿੱਖਾਂ ਦੀਆਂ ਲੁਕਵੀਆਂ ਥਾਵਾਂ ਦਾ ਚੰਗੀ ਤਰ੍ਹਾਂ ਪਤਾ ਸੀ। ਇਸ ਲਈ ਅਦੀਨਾ ਬੇਗ ਨੇ ਉਹਨਾਂ 'ਤੇ ਬੇਪਨਾਹ ਹਮਲੇ ਕਰਕੇ ਉਹਨਾਂ ਦਾ ਸਖਤ ਨੁਕਸਾਨ ਕੀਤਾ। ਫਿਰ ਵੀ ਸਿੱਖਾਂ ਨੇ ਰਾਮਨੌਨੀ ਦੇ ਕਿਲ੍ਹੇ ਵਿੱਚ ਇਕੱਠੇ ਹੋ ਕੇ ਜਰਨੈਲ ਜੱਸਾ ਸਿੰਘ ਰਾਮਗੜੀਆ ਤੇ ਜੈ ਸਿੰਘ ਕਨ੍ਹਈਆ ਦੀ ਅਗਵਾਈ ਹੇਠ ਸਖਤ ਟਾਕਰਾ ਕੀਤਾ। 1758 ਵਿੱਚ ਥੋੜ੍ਹੀ ਜਿਹੀ ਬਿਮਾਰੀ ਪਿੱਛੋਂ ਬਟਾਲੇ ਵਿੱਚ ਅਦੀਨਾ ਬੇਗ ਦੀ ਅਚਾਨਕ ਮੌਤ ਹੋ ਗਈ ਅਤੇ ਸਿੱਖਾਂ ਨੇ ਇੱਕ ਵਾਰ ਫਿਰ ਸੁੱਖ ਦਾ ਸਾਹ ਲਿਆ। ਅਦੀਨਾ ਬੇਗ ਦੀ ਮੌਤ ਨਾਲ ਪੰਜਾਬ ਵਿੱਚ ਇੱਕ ਵਾਰ ਫਿਰ ਖਲਾਅ ਪੈਦਾ ਹੋ ਗਿਆ। ਕੇਵਲ ਸਿੱਖ ਹੀ ਇੱਕ ਜਥੇਬੰਦ ਕੌਮ ਸੀ ਜੋ ਇਸ ਖਲਾਅ ਨੂੰ ਭਰ ਸਕਦੀ ਸੀ। ਸਿੱਖਾਂ ਨੇ ਇਸ ਮੌਕੇ ਤੋਂ ਪੂਰਾ ਫਾਇਦਾ ਉਠਾਇਆ। ਸਿੱਖ ਘੋੜਸਵਾਰ ਦਸਤੇ ਫਿਰ ਪਹਿਲਾਂ ਵਾਂਗ ਆਪਣੇ ਆਪਣੇ ਇਲਾਕੇ 'ਤੇ ਛਾ ਗਏ ਤੇ ਉੱਥੋਂ ਮਾਲੀਆ ਉਗਰਾਉਣਾ ਸ਼ੁਰੂ ਕਰ ਦਿੱਤਾ। ਜਿਹੜੇ ਲੋਕ ਉਹਨਾਂ ਦੀ ਈਨ ਮੰਨ ਲੈਂਦੇ ਸਨ, ਉਹਨਾਂ ਨਾਲ ਉਹ ਬਹੁਤ ਚੰਗਾ ਸਲੂਕ ਕਰਦੇ ਸਨ। ਹਰ ਇੱਕ ਸਰਦਾਰ ਦੇ ਸਿਪਾਹੀ ਆਪਣੇ ਆਪ ਨੂੰ ਸਰਦਾਰ ਦੇ ਪੈਰੋਕਾਰ ਨਹੀਂ ਬਲਕਿ ਸਾਥੀ ਤੇ ਜਿੱਤੇ ਹੋਏ ਇਲਾਕੇ ਨੂੰ ਸਾਂਝੀ ਮਲਕੀਅਤ ਸਮਝਦੇ ਸਨ। ਇਸ ਲਈ ਹਰ ਇੱਕ ਸਰਦਾਰ ਤੇ ਉਹਦੇ ਸਾਥੀਆਂ ਨੂੰ ਮਿਸਲ ਦਾ ਨਾਂ ਦਿੱਤਾ ਗਿਆ ਸੀ, ਜਿਸ ਦਾ ਭਾਵ ਸੀ ਬਰਾਬਰ ਸ਼ਕਤੀ ਰੱਖਣ ਵਾਲੀਆਂ ਜਥੇਬੰਦੀਆਂ ਦੀ ਸੰਸਥਾ। ਇੱਕ ਵੱਡੇ ਸਰਦਾਰ ਦੇ ਥੱਲੇ ਛੋਟੇ ਸਰਦਾਰ ਹੁੰਦੇ ਸਨ, ਛੋਟੇ ਸਰਦਾਰਾਂ ਦੇ ਥੱਲੇ ਹੋਰ ਛੋਟੇ ਸਰਦਾਰ ਤੇ ਆਖਰ ਵਿੱਚ ਸਿਪਾਹੀ ਹੁੰਦੇ ਸਨ। ਜਿੱਤੇ ਹੋਏ ਇਲਾਕੇ ਨੂੰ ਮਿਸਲਾਂ ਦੇ ਸਰਦਾਰ ਆਪਣੀ ਸੈਨਾ ਦੇ ਪਾਲਣ ਲਈ ਵੰਡ ਲੈਂਦੇ ਸਨ। ਵੱਡਾ ਸਰਦਾਰ ਜ਼ਮੀਨ ਆਪਣੇ ਤੋਂ ਛੋਟੇ ਸਰਦਾਰਾਂ ਵਿੱਚ, ਛੋਟੇ ਸਰਦਾਰ ਉਸ ਤੋਂ ਛੋਟੇ ਸਰਦਾਰਾਂ ਵਿੱਚ ਵੰਡ ਲੈਂਦੇ ਸਨ। ਸਾਰੀਆਂ ਮਿਸਲਾਂ ਆਜ਼ਾਦ ਹਸਤੀ ਰੱਖਦੀਆਂ ਸਨ। ਇਸ ਜਥੇਬੰਦੀ ਨਾਲ ਸਿੱਖਾਂ ਦੀ ਸ਼ਕਤੀ ਹੋਰ ਵੀ ਵੱਧ ਗਈ। ਜਲੰਧਰ ਅਤੇ ਬਾਰੀ ਦੁਆਬ ਦਾ ਇਲਾਕਾ ਇਹਨਾਂ ਨੇ ਆਪਸ ਵਿੱਚ ਵੰਡ ਲਿਆ। ਆਲਾ ਸਿੰਘ ਤੇ ਮਲਵਈ ਸਿੱਖ। ਮਾਝੇ ਦੇ ਸਿੱਖ ਤਾਕਤ ਦੇ ਬਲਬੂਤੇ 'ਤੇ ਪੰਜਾਬ ਵਿੱਚ ਸਿੱਖ ਰਾਜ ਸਥਾਪਿਤ ਕਰਨਾ ਚਾਹੁੰਦੇ ਸਨ, ਪਰ ਮਾਲਵੇ ਦੇ ਸਿੱਖਾਂ ਨੇ ਇਹ ਨਿਸ਼ਾਨਾ ਰਾਜਨੀਤੀ ਦੁਆਰਾ ਪ੍ਰਾਪਤ ਕਰ ਲਿਆ। ਉਹਨਾਂ ਨੇ ਦਿੱਲੀ ਦੀ ਮੁਗਲ ਸਰਕਾਰ ਦਾ ਕਿਸੇ ਵੇਲੇ ਵੀ ਖੁੱਲ੍ਹਮ ਖੁੱਲ੍ਹਾ ਵਿਰੋਧ ਨਾ ਕੀਤਾ। ਜਿਵੇਂ ਜਿਵੇਂ ਮੁਗਲ ਸਰਕਾਰ ਕਮਜ਼ੋਰ ਹੁੰਦੀ ਜਾਂਦੀ ਸੀ, ਮਾਲਵੇ ਦੇ ਸਿੱਖ ਜ਼ਿਮੀਂਦਾਰ ਆਪਣੀ ਤਾਕਤ ਵਧਾਈ ਜਾਂਦੇ ਸਨ। ਇਹਨਾਂ ਜ਼ਿਮੀਂਦਾਰ ਘਰਾਣਿਆਂ ਵਿੱਚੋਂ ਸਭ ਤੋਂ ਵੱਧ ਤਾਕਤ ਫੁਲਕਿਆ ਘਰਾਣੇ ਨੇ ਫੜੀ। ਇਹ ਸਿੱਧੂ ਜਾਤ ਦੇ ਜੱਟ ਸਨ ਤੇ ਆਪਣੇ ਇਲਾਕੇ 'ਤੇ ਇਹਨਾਂ ਦਾ ਬੜਾ ਦਬਦਬਾ ਸੀ। ਫੁਲਕਿਆ ਘਰਾਣੇ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਰਾਜਾ ਆਲਾ ਸਿੰਘ ਸੀ। ਸ਼ੁਰੂ ਵਿੱਚ ਇਹ 30 ਕੁ ਪਿੰਡਾਂ ਦਾ ਮਾਲਕ ਸੀ। ਹੌਲੀ ਹੌਲੀ ਇਹਨੇ ਆਪਣਾ ਇਲਾਕਾ ਵਧਾ ਲਿਆ ਤੇ ਕਈ ਨਵੇਂ ਸ਼ਹਿਰ ਵੀ ਵਸਾਏ, ਜਿਵੇਂ ਬਰਨਾਲਾ ਤੇ ਲੌਂਗੋਵਾਲ। ਇਸ ਪਿੱਛੋਂ ਉਹਨੇ ਰਾਏ ਕੱਲਾ ਦੇ ਇਲਾਕੇ ਵਿੱਚ ਵੀ ਲੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਰਾਏ ਕੱਲਾ ਇੱਕ ਤਕੜਾ ਮੁਸਲਮਾਨ ਸਰਦਾਰ ਸੀ। ਉਹ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦਾ ਸੀ ਕਿ ਇੱਕ ਮਾਮੂਲੀ ਜਿਹਾ ਜੱਟ ਜ਼ਿਮੀਂਦਾਰ ਉੱਠ ਕੇ ਉਹਦੇ ਇਲਾਕੇ 'ਤੇ ਹੱਥ ਪਾਏ। ਉਹਨੇ ਇੱਕ ਚੰਗੀ ਤਕੜੀ ਫੌਜ ਇਕੱਠੀ ਕੀਤੀ ਤੇ ਬਰਨਾਲੇ 'ਤੇ ਚੜ੍ਹਾਈ ਕਰ ਦਿੱਤੀ। ਆਲਾ ਸਿੰਘ ਨੂੰ ਵੀ ਵੈਰੀ ਦੀ ਚਾਲ ਦਾ ਪਤਾ ਸੀ। ਉਹ ਜਾਣਦਾ ਸੀ ਕਿ ਉਹ ਇਕੱਲਿਆਂ ਮੁਸਲਮਾਨਾਂ ਨਾਲ ਦੋ ਹੱਥ ਨਹੀਂ ਕਰ ਸਕੇਗਾ। ਇਸ ਲਈ ਉਹਨੇ ਮਾਝੇ ਦੇ ਸਿੱਖਾਂ ਨੂੰ ਮਦਦ ਲਈ ਲਿਖਿਆ। ਦੋਹਾਂ ਨੇ ਰਲ ਕੇ ਮੁਸਲਮਾਨ ਸੈਨਾ ਦੇ ਛੱਕੇ ਛੁਡਾ ਦਿੱਤੇ। ਰਾਏ ਕੱਲਾ ਮੈਦਾਨ ਛੱਡ ਕੇ ਨੱਸ ਗਿਆ। ਇਸ ਜਿੱਤ ਨਾਲ ਆਲਾ ਸਿੰਘ ਦਾ ਆਸ-ਪਾਸ ਦੇ ਇਲਾਕੇ 'ਤੇ ਦਬਦਬਾ ਹੋਰ ਵੀ ਵੱਧ ਗਿਆ। 1757 ਵਿੱਚ ਅਬਦਾਲੀ ਨੇ ਅਬਦੁਲ ਸਮਦ ਖਾਨ ਨੂੰ ਸਰਹੰਦ ਦਾ ਸੂਬੇਦਾਰ ਮੁਕਰਰ ਕੀਤਾ। ਰਵਾਇਤ ਅਨੁਸਾਰ ਹੋਰਨਾਂ ਛੋਟੇ ਸਰਦਾਰਾਂ ਵਾਂਗ ਆਲਾ ਸਿੰਘ ਵੀ ਆਪਣੀ ਵਫਾਦਾਰੀ ਦਾ ਸਬੂਤ ਦੇਣ ਲਈ ਸਰਹੰਦ ਪਹੁੰਚਿਆ। ਆਲਾ ਸਿੰਘ ਦਾ ਰੂਬਦਾਰ ਵੇਖ ਕੇ ਅਬਦੁਲ ਸਮਦ ਖਾਂ ਬੜਾ ਪ੍ਰਭਾਵਿਤ ਹੋਇਆ, ਪਰ ਇੱਕ ਹੋਰ ਸਰਦਾਰ ਮੁਹੰਮਦ ਅਮੀਨ ਖਾਂ ਪੱਟੀ ਨੇ ਆਲਾ ਸਿੰਘ ਦੇ ਵਿਰੁੱਧ ਸੂਬੇਦਾਰ ਦੇ ਕੰਨ
ਭਰ ਦਿੱਤੇ। ਇਸ ਨਾਲ ਸੂਬੇਦਾਰ ਅਤੇ ਆਲਾ ਸਿੰਘ ਦੀ ਫੌਜ ਵਿੱਚ ਲੜਾਈ ਹੋਈ, ਜਿਸ ਵਿੱਚ ਸੂਬੇਦਾਰ ਹਾਰ ਗਿਆ ਅਤੇ ਆਲਾ ਸਿੰਘ ਨੇ ਹੋਰ ਬਹੁਤ ਸਾਰਾ ਇਲਾਕਾ ਆਪਣੇ ਅਧੀਨ ਕਰ ਲਿਆ। ਇਸ ਜਿੱਤ ਨਾਲ ਉਹਦਾ ਹੌਸਲਾ ਹੋਰ ਵੀ ਵੱਧ ਗਿਆ ਅਤੇ ਉਹਨੇ ਮੁਗਲ ਸਰਕਾਰ ਦੇ ਇਲਾਕੇ 'ਤੇ ਵੀ ਹੱਥ ਪਾਉਣਾ ਸ਼ੁਰੂ ਕਰ ਦਿੱਤਾ। ਇਸ ਵਿੱਚ ਪਹਿਲਾ ਕਦਮ ਉਹਦੀ ਸੁਨਾਮ ਦੀ ਜਿੱਤ ਸੀ। ਜਦ ਅਬਦਾਲੀ ਅਤੇ ਮਰਹੱਟਿਆਂ ਦੇ ਵਿਚਕਾਰ ਲੜਾਈ ਹੋਈ ਤਾਂ ਉਹਨੇ ਮਰਹੱਟਿਆਂ ਦੀ ਸਹਾਇਤਾ ਕੀਤੀ, ਪਰ ਜਦ ਅਬਦਾਲੀ ਜਿੱਤ ਗਿਆ ਤਾਂ ਆਲਾ ਸਿੰਘ ਨੇ ਇੱਕਦਮ ਅਬਦਾਲੀ ਦਾ ਦਮ ਭਰਨ ਦਾ ਐਲਾਨ ਕਰ ਦਿੱਤਾ, ਜਿਸ ਨਾਲ ਅਬਦਾਲੀ ਬੜਾ ਖੁਸ਼ ਹੋਇਆ। ਆਲਾ ਸਿੰਘ ਦੀ ਇਸ ਹਰਕਤ 'ਤੇ ਖਾਲਸਾ ਫੌਜ ਨੂੰ, ਜੋ ਅਬਦਾਲੀ ਦੀ ਜਾਨੀ ਦੁਸ਼ਮਣ ਸੀ, ਬੜਾ ਗੁੱਸਾ ਆਇਆ। ਪਰ ਜੱਸਾ ਸਿੰਘ ਆਹਲੂਵਾਲੀਏ ਦੇ ਵਿੱਚ ਪੈਣ ਨਾਲ ਮਨਮਨਾਈ ਹੋ ਗਈ ਅਤੇ ਆਲਾ ਸਿੰਘ 'ਤੇ ਤਨਖਾਹ ਲਵਾ ਕੇ ਦਲ ਖਾਲਸੇ ਦਾ ਗੁੱਸਾ ਠੰਡਾ ਕੀਤਾ। ਮਰਹੱਟਿਆਂ ਅਤੇ ਸਿੱਖਾਂ ਨੇ ਰਲ ਕੇ ਅਬਦਾਲੀ ਦੇ ਲੜਕੇ ਤੈਮੂਰ ਸ਼ਾਹ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ ਸੀ। ਇਸ 'ਤੇ ਅਬਦਾਲੀ ਨੂੰ ਬੜਾ ਗੁੱਸਾ ਸੀ। ਉਹਨੇ ਮਰਹੱਟਿਆਂ ਦੀ ਤਾਕਤ ਨੂੰ ਕੁਚਲਣ ਲਈ ਇੱਕ ਬੜਾ ਵੱਡਾ ਲਸ਼ਕਰ ਇਕੱਠਾ ਕੀਤਾ ਅਤੇ 1759 ਵਿੱਚ ਪੰਜਾਬ 'ਤੇ ਚੜ੍ਹਾਈ ਕਰ ਦਿੱਤੀ। ਮਰਹੱਟਿਆਂ ਨੇ ਵੀ ਉੱਤਰੀ ਪੰਜਾਬ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਲਈ ਪਾਣੀਪਤ ਦੇ ਮੈਦਾਨ ਵਿੱਚ ਆਪਣੀਆਂ ਫੌਜਾਂ ਇਕੱਠੀਆਂ ਕਰ ਲਈਆਂ। 14 ਜਨਵਰੀ 1761 ਨੂੰ ਇੱਕ ਜ਼ਬਰਦਸਤ ਟੱਕਰ ਹੋਈ, ਜਿਸ ਵਿੱਚ ਮਰਹੱਟਿਆਂ ਨੂੰ ਹਾਰ ਹੋਈ। ਇਸ ਲੜਾਈ ਦਾ ਵੱਡਾ ਨਤੀਜਾ ਇਹ ਹੋਇਆ ਕਿ ਇਹਨਾਂ ਦੋਹਾਂ ਦੀ ਸ਼ਕਤੀ ਬਹੁਤ ਕਮਜ਼ੋਰ ਹੋ ਗਈ ਅਤੇ ਸਿੱਖਾਂ ਨੂੰ ਤਾਕਤ ਫੜਨ ਦਾ ਇੱਕ ਹੋਰ ਸੁਨਹਿਰੀ ਮੌਕਾ ਮਿਲ ਗਿਆ। ਸਿੱਖਾਂ ਨੇ ਉਹਨਾਂ ਥਾਵਾਂ 'ਤੇ ਜਿੱਥੇ ਉਹਨਾਂ ਦੀ ਆਬਾਦੀ ਸੰਘਣੀ ਸੀ, ਕਿਲ੍ਹੇ ਬਣਾ ਲਏ। ਅਬਦਾਲੀ ਦੀ ਅਫਗਾਨਿਸਤਾਨ ਨੂੰ ਵਾਪਸੀ ਦੇ ਸਮੇਂ ਸਿੱਖਾਂ ਨੇ ਪਹਿਲਾਂ ਵਾਂਗ ਫਿਰ ਉਹਨੂੰ ਬੜਾ ਤੰਗ ਕੀਤਾ ਅਤੇ ਛਾਪੇ ਮਾਰ ਕੇ ਉਹਦੇ ਖਜ਼ਾਨੇ ਦਾ ਕਾਫੀ ਹਿੱਸਾ ਲੁੱਟਿਆ। ਅਫਗਾਨਿਸਤਾਨ ਪਹੁੰਚ ਕੇ ਉਹਨੇ ਸਿੱਖਾਂ ਨੂੰ ਸਜ਼ਾ ਦੇਣ ਲਈ ਆਪਣੇ ਇੱਕ ਜਰਨੈਲ ਨੂਰਦੀਨ ਦੀ ਕਮਾਨ ਥੱਲੇ ਇੱਕ ਤਕੜੀ ਫੌਜ ਭੇਜੀ। ਗੁਜਰਾਂਵਾਲਾ ਅਤੇ ਉਸ ਦਾ ਆਸ-ਪਾਸ ਦਾ ਇਲਾਕਾ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਦੇ ਕਬਜ਼ੇ ਵਿੱਚ ਸੀ। ਉਹਨੇ ਵੱਧ ਰਹੀ ਅਫਗਾਨ ਫੌਜ ਦਾ ਰਾਹ ਰੋਕ ਲਿਆ ਅਤੇ ਇੱਕ ਸਖਤ ਝੜਪ ਹੋਈ, ਜਿਸ ਵਿੱਚ ਅਫਗਾਨਾਂ ਨੂੰ ਹਾਰ ਹੋਈ ਅਤੇ ਨੂਰੂਦੀਨ ਸਿਆਲਕੋਟ ਦੇ ਕਿਲ੍ਹੇ ਵੱਲ ਭੱਜ ਗਿਆ। ਸਿੱਖਾਂ ਨੇ ਉਹਦਾ ਪਿੱਛਾ ਕੀਤਾ ਅਤੇ ਕਿਲ੍ਹੇ ਨੂੰ ਜਾ ਘੇਰਿਆ। ਭੁੱਖ ਨੰਗ ਤੋਂ ਤੰਗ ਆ ਕੇ ਅਤੇ ਆਪਣੇ ਸਾਥੀਆਂ ਨੂੰ ਉਹਨਾਂ ਦੀ ਕਿਸਮਤ 'ਤੇ ਛੱਡ ਕੇ ਇੱਕ ਮੰਗਤੇ ਦੇ ਭੇਸ ਵਿੱਚ ਨੂਰੂਦੀਨ ਉੱਥੋਂ ਖਿਸਕ ਗਿਆ। ਇਸ ਜਿੱਤ ਨਾਲ ਚੜ੍ਹਤ ਸਿੰਘ ਦਾ ਸਿੱਖਾਂ ਵਿੱਚ ਬੜਾ ਨਾਂ ਹੋ ਗਿਆ। ਉਹਨੇ ਹੱਥ ਕਾਫੀ ਫੌਜੀ ਸਮਾਨ ਵੀ ਹੱਥ ਲੱਗਾ। ਇਸ ਜਿੱਤ ਨਾਲ ਸਿੱਖਾਂ ਨੇ ਪੰਜਾਬ ਵਿੱਚ ਹੋਰ ਵੀ ਜ਼ਿਆਦਾ ਖੱਪ ਪਾ ਦਿੱਤੀ। ਲਾਹੌਰ ਦੀ ਪਠਾਨ ਸਰਕਾਰ ਲਈ ਆਸ-ਪਾਸ ਦੇ ਇਲਾਕੇ ਤੋਂ ਮਾਲੀਆ ਗੁਰਾਣਾ ਵੀ ਔਖਾ ਹੋ ਗਿਆ। ਖਵਾਜਾ ਆਬਿਦ ਖਾਨ ਨੂੰ ਅਬਦਾਲੀ ਲਾਹੌਰ ਦਾ ਸੂਬੇਦਾਰ ਮੁਕਰਰ ਕਰ ਗਿਆ ਸੀ। ਉਹਨੇ ਚੜ੍ਹਤ ਸਿੰਘ ਦੀ ਸ਼ਕਤੀ ਖਤਮ ਕਰਨ ਲਈ ਇੱਕ ਫੌਜ ਤਿਆਰ ਕੀਤੀ ਅਤੇ ਗੁਜਰਾਂਵਾਲੇ 'ਤੇ ਚੜ੍ਹਾਈ ਕਰ ਦਿੱਤੀ ਅਤੇ ਚੜ੍ਹਤ ਸਿੰਘ ਦੇ ਕਿਲ੍ਹੇ ਨੂੰ ਜਾ ਘੇਰਿਆ। ਵੈਸੇ ਤਾਂ ਚੜ੍ਹਤ ਸਿੰਘ ਨੇ ਵੀ ਖਾਸੀ ਤਕੜੀ ਫੌਜ ਤਿਆਰ ਕੀਤੀ ਹੋਈ ਸੀ, ਪਰ ਜਦ ਬਾਕੀ ਸਿੱਖ ਮਿਸਲਦਾਰਾਂ ਨੂੰ ਕਿਲ੍ਹੇ ਦੇ ਘੇਰੇ ਬਾਰੇ ਖਬਰ ਮਿਲੀ ਤਾਂ ਉਹਨਾਂ ਵੀ ਆਪਣੇ ਫੌਜੀ ਦਸਤੇ ਇਕੱਠੇ ਕਰਕੇ ਗੁਜਰਾਂਵਾਲੇ ਤੋਂ 4 ਮੀਲ ਬਾਹਰ ਡੇਰੇ ਲਾ ਲਏ। ਗੁਜਰਾਂਵਾਲੇ ਦਾ ਘੇਰਾ ਕੱਤਣ ਵਾਲਾ ਜਰਨੈਲ ਆਬਿਦ ਖਾਨ ਹੁਣ ਆਪ ਘੇਰੇ ਵਿੱਚ ਆ ਗਿਆ। ਸਿੱਖਾਂ ਨੇ ਉਸ 'ਤੇ ਰਾਤ ਵੇਲੇ ਹਮਲਾ ਕਰਨ ਦੀ ਸਲਾਹ ਬਣਾਈ, ਪਰ ਸੂਈਆਂ ਨੇ ਇਹ ਖਬਰ ਆਬਿਦ ਖਾਨ ਨੂੰ ਜਾ ਦੱਸੀ। ਉਹ ਇਤਨਾ ਡਰਿਆ ਕਿ ਉਹਨੇ ਰਾਤੋਂ ਰਾਤ ਉੱਥੋਂ ਖਿਸਕਣ ਦੀ ਕੀਤੀ। ਸਿੱਖਾਂ ਨੇ ਖਿਸਕਰੇ ਵੈਰੀ 'ਤੇ ਬੇਪਨਾਹ ਹਮਲੇ ਕੀਤੇ ਅਤੇ ਕਈ ਸੌ ਬੰਦੂਕਾਂ, ਛੋਟੀਆਂ ਤੋਪਾਂ, ਘੋੜੇ, ਊਂਠ ਅਤੇ ਲੁੱਟਮਾਰ ਦਾ ਬੇਸ਼ੁਮਾਰ ਸਮਾਨ ਉਹਨਾਂ ਦੇ ਹੱਥ ਲੱਗਾ। ਇਸ ਜਿੱਤ ਨਾਲ ਚੜ੍ਹਤ ਸਿੰਘ ਦਾ ਦਬਦਬਾ ਹੋਰ ਜ਼ਿਆਦਾ ਵੱਧ ਗਿਆ। ਉਹਨੇ ਆਪਣੇ ਕਿਲ੍ਹੇ ਨੂੰ ਹੋਰ ਵੀ ਮਜ਼ਬੂਤ ਕਰ ਲਿਆ ਅਤੇ ਉੱਥੋਂ ਕਈ ਲੁੱਟੀਆਂ ਹੋਈਆਂ ਤੋਪਾਂ ਵੀ ਗੱਡ ਦਿੱਤੀਆਂ। ਇਸ ਜਿੱਤ ਪਿੱਛੋਂ ਦੀਵਾਲੀ ਦੇ ਮੌਕੇ 'ਤੇ ਸਿੱਖ ਸ਼੍ਰੀ ਅੰਮ੍ਰਿਤਸਰ ਵਿੱਚ ਫਿਰ ਇਕੱਠੇ ਹੋਏ ਅਤੇ ਉਹਨਾਂ ਨੇ ਫੈਸਲਾ ਕੀਤਾ ਕਿ ਸਿੱਖ ਸ਼ਕਤੀ ਨੂੰ ਪੱਕਿਆਂ ਪੈਰਾਂ 'ਤੇ ਕਰਨ ਲਈ ਲਾਹੌਰ ਨੂੰ ਕਾਬੂ ਕਰਨਾ ਅਤੀ ਜ਼ਰੂਰੀ ਹੈ। ਉਹਨਾਂ ਨੇ ਫੌਜਾਂ ਇਕੱਠੀਆਂ ਕਰਕੇ ਲਾਹੌਰ 'ਤੇ ਚੜ੍ਹਾਈ ਕਰ ਦਿੱਤੀ। ਖਵਾਜਾ ਆਬਿਦ ਅਲੀ ਨੂੰ ਲੜਨ ਦੀ ਹਿੰਮਤ ਨਾ ਪਈ। ਇਹ ਖਬਰ ਸੁਣ ਕੇ ਉਹਨੇ ਸ਼ਹਿਰ ਦੇ ਬੂਹੇ ਬੰਦ ਕਰ ਦਿੱਤੇ ਅਤੇ ਆਪ ਕਿਲ੍ਹੇ ਵਿੱਚ ਜਾ ਵੜਿਆ। ਸ਼ਹਿਰ ਨਿਵਾਸੀਆਂ ਨੂੰ ਡਰ ਸੀ ਕਿ ਜੇ ਸ਼ਹਿਰ ਸਿੱਖਾਂ ਦੇ ਘੇਰੇ ਵਿੱਚ ਰਿਹਾ ਤਾਂ ਉਹਨਾਂ ਨੂੰ ਬੜੀਆਂ ਮੁਸੀਬਤਾਂ ਦਾ ਟਾਕਰਾ ਕਰਨਾ ਪਵੇਗਾ। ਇਸ ਲਈ ਉਹਨਾਂ ਨੇ ਸ਼ਹਿਰ ਦੇ ਬੂਹੇ ਖੋਲ੍ਹ ਦਿੱਤੇ। ਸਿੱਖਾਂ ਨੇ ਇਸ ਖੁਸ਼ੀ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਰਾਜੇ ਦਾ ਖਿਤਾਬ ਦਿੱਤਾ ਅਤੇ ਸਰਕਾਰੀ ਟਕਸਾਲ ਨੂੰ ਕਾਬੂ ਕਰਕੇ ਪਹਿਲੀ ਵਾਰ ਆਪਣਾ ਸਿੱਕਾ ਚਲਾਇਆ। ਭਾਵੇਂ ਇਹ ਜਿੱਤ ਥੋੜ੍ਹੇ ਸਮੇਂ ਲਈ ਸੀ, ਫਿਰ ਵੀ ਹੁਣ ਇਹ ਗੱਲ ਪੱਕੀ ਹੋ ਗਈ ਸੀ ਕਿ ਹੁਣ ਪਠਾਨ ਸ਼ਕਤੀ ਪੰਜਾਬ ਵਿੱਚ ਆਖਰੀ ਦਮਾਂ 'ਤੇ ਸੀ। ਵੱਡਾ ਘੱਲੂਘਾਰਾ। ਜੰਡਿਆਲੇ ਦਾ ਗੁਰੂ ਅਕੀਲ ਖਾਂ ਸਿੱਖਾਂ ਦਾ ਜਾਨੀ ਦੁਸ਼ਮਣ ਸੀ। ਉਹ ਸਦਾ ਸਿੱਖਾਂ ਦੇ ਵਿਰੁੱਧ ਮੁਸਲਮਾਨ ਸਰਕਾਰ ਦਾ ਸਾਥ ਦਿੰਦਾ ਸੀ। ਹੁਣ ਸਿੱਖਾਂ ਨੂੰ ਮੌਕਾ ਮਿਲ ਗਿਆ ਸੀ ਕਿ ਉਹ ਉਸ ਨੂੰ ਵਾਜਬ ਸਜ਼ਾ ਦੇਣ। ਸਿੱਖਾਂ ਦੇ ਇਸ ਫੈਸਲੇ ਦੀ ਉਹਨੂੰ ਸੂਹ ਮਿਲ ਗਈ। ਡਰਦੇ ਮਾਰੇ ਉਹਨੇ ਅਬਦਾਲੀ ਨੂੰ ਆਪਣੀਆਂ ਪੁਰਾਣੀਆਂ ਕੀਤੀਆਂ ਸੇਵਾਵਾਂ ਦੇ ਬਦਲੇ ਵਿੱਚ ਮਦਦ ਲਈ ਬੇਨਤੀ ਕੀਤੀ। ਅਬਦਾਲੀ ਪਹਿਲਾਂ ਹੀ ਪੰਜਾਬ ਵੱਲ ਮੁੜ ਧਾਵਾ ਬੋਲਣ ਦੀਆਂ ਵਿਉਂਤਾਂ ਬਣਾ ਰਿਹਾ ਸੀ।
ਅਕੀਲਦਾਸ ਦੀ ਫਰਿਆਦ ਸੁਣ ਕੇ ਉਹ ਹਮਲੇ ਲਈ ਝਟਪਟ ਤਿਆਰ ਹੋ ਗਿਆ। ਉਧਰ ਸਿੱਖਾਂ ਨੇ ਜੰਡਿਆਲੇ ਨੂੰ ਘੇਰੇ ਵਿੱਚ ਲੈ ਲਿਆ ਤੇ ਅਕੀਲਦਾਸ ਦਾ ਸਾਰਾ ਇਲਾਕਾ ਲੁੱਟ-ਪੁੱਟ ਕੇ ਬਰਬਾਦ ਕਰ ਦਿੱਤਾ। ਪਰ ਕਿਸੇ ਖਾਸ ਵਜ੍ਹਾ ਕਰਕੇ ਉਹਨਾਂ ਨੇ ਘੇਰਾ ਚੁੱਕ ਲਿਆ ਤੇ ਸਰਹੰਦ ਵੱਲ ਚਾਲੇ ਪਾ ਦਿੱਤੇ। ਜਦ ਅਬਦਾਲੀ ਜੰਡਿਆਲੇ ਵਿੱਚ ਪਹੁੰਚਿਆ ਤਾਂ ਉਹਨੂੰ ਪਤਾ ਲੱਗਾ ਕਿ ਸ਼ਿਕਾਰ ਹੱਥ ਵਿੱਚੋਂ ਨਿਕਲ ਚੁੱਕਾ ਹੈ, ਸੋ ਉਹਨੇ ਵੀ ਆਪਣੀ ਘੋੜਸਵਾਰ ਸੈਨਾ ਦਾ ਮੂੰਹ ਸਰਹੰਦ ਵੱਲ ਮੋੜ ਲਿਆ। ਉਹਨੇ ਸਰਹੰਦ ਲਾਗੇ ਪਹੁੰਚ ਕੇ ਆਪਣੀ ਫੌਜ ਨੂੰ 2 ਹਿੱਸਿਆਂ ਵਿੱਚ ਵੰਡ ਲਿਆ। ਇੱਕ ਨੇ ਸਿੱਖਾਂ ਦਾ ਸੱਜਾ, ਦੂਜੇ ਨੇ ਖੱਬਾ ਪਾਸਾ ਸੰਭਾਲ ਲਿਆ। ਜਦ ਸਿੱਖਾਂ ਨੂੰ ਅਬਦਾਲੀ ਦੀ ਇਸ ਚਾਲ ਦਾ ਪਤਾ ਲੱਗਾ ਤਾਂ ਉਹ ਲੁਧਿਆਣੇ ਦੇ ਲਾਗੇ ਇੱਕ ਪਿੰਡ ਕੁੱਪ ਵੱਲ ਕੂਚ ਕਰ ਗਏ। ਪਰ ਜਲਦੀ ਹੀ ਅਬਦਾਲੀ ਨੇ ਉਹਨਾਂ ਨੂੰ ਆਣ ਦਬੋਚਿਆ। ਸਿੱਖ ਆਮੋ ਸਾਹਮਣੇ ਲੜਾਈ ਨਾਲੋਂ ਛਾਪਾ ਮਾਰ ਲੜਾਈ ਵਿੱਚ ਬੜੇ ਤਜਰਬਾਕਾਰ ਸਨ। ਉਹਨਾਂ ਨੇ ਆਪਣਾ ਸਾਰਾ ਸਮਾਨ ਇੱਕ ਦਸਤੇ ਦੀ ਨਿਗਰਾਨੀ ਹੇਠ ਬਰਨਾਲੇ ਵੱਲ ਭੇਜ ਦਿੱਤਾ ਤੇ ਆਪ ਅਬਦਾਲੀ ਦੇ ਟੱਕਰੇ ਲਈ ਡਟ ਗਏ। ਗਜ਼ਬ ਦੀ ਲੜਾਈ ਹੋਈ। ਜੱਸਾ ਸਿੰਘ ਆਹਲੂਵਾਲੀਏ ਤੇ ਚੜ੍ਹਤ ਸਿੰਘ ਸ਼ੁਕਰ ਚੱਕੀਆ ਨੇ ਆਪਣੀ ਬਹਾਦਰੀ ਨਾਲ ਵੈਰੀਆਂ ਦੇ ਛੱਕੇ ਛੁਡਾ ਦਿੱਤੇ। ਪਰ ਪਠਾਨ ਸੈਨਾ ਗਿਣਤੀ ਵਿੱਚ ਕਈ ਗੁਣਾ ਜ਼ਿਆਦਾ ਸੀ, ਇਸ ਲਈ ਸਿੱਖਾਂ ਨੂੰ ਆਖਰ ਮੈਦਾਨ ਛੱਡ ਕੇ ਬਰਨਾਲੇ ਵੱਲ ਭੱਜਣਾ ਪਿਆ। ਅਬਦਾਲੀ ਦਾ ਆਪਣਾ ਨੁਕਸਾਨ ਕਾਫੀ ਹੋਇਆ ਸੀ। ਨਾਲੇ ਇਲਾਕਾ ਰੇਤਲਾ ਸੀ, ਕਿਤੇ ਪੀਣ ਨੂੰ ਪਾਣੀ ਨਹੀਂ ਸੀ ਲੱਭਦਾ, ਉੱਤੋਂ ਰਾਤ ਪੈਣ ਵਾਲੀ ਸੀ। ਇਸ ਲਈ ਉਹਨੇ ਸਿੱਖਾਂ ਦਾ ਹੋਰ ਪਿੱਛਾ ਕਰਨਾ ਮੁਨਾਸਬ ਨਾ ਸਮਝਿਆ। ਇਸ ਲੜਾਈ ਵਿੱਚ 12,000 ਸਿੱਖ ਸ਼ਹੀਦ ਹੋਏ। ਇਸ ਲੜਾਈ ਨੂੰ ਘੱਲੂਘਾਰਾ ਦਾ ਨਾਂ ਦਿੱਤਾ ਗਿਆ। ਅਬਦਾਲੀ ਵਾਪਸ ਲਾਹੌਰ ਵੱਲ ਮੁੜ ਪਿਆ। ਉਹ ਆਪਣੇ ਨਾਲ ਸ਼ਹੀਦ ਹੋਏ ਸਿੱਖਾਂ ਦੇ ਸਿਰਾਂ ਦੇ 50 ਗੱਡੇ ਭਰ ਕੇ ਤੇ ਸਿੱਖ ਬਹੁਤ ਸਾਰੇ ਕੈਦੀ ਬਣਾ ਕੇ ਲੈ ਗਿਆ। ਸ੍ਰੀ ਅੰਮ੍ਰਿਤਸਰ ਵਿੱਚ ਪਹੁੰਚ ਕੇ ਉਹਨੇ ਹਰਿਮੰਦਰ ਸਾਹਿਬ ਦੀਆਂ ਨੀਹਾਂ ਥੱਲੇ ਬਰੂਦ ਪਰਵਾ ਕੇ ਉੱਥੋਂ ਦੀ ਇੱਟ ਉਡਾ ਦਿੱਤੀ। ਗਊਆਂ ਨੂੰ ਮਾਰ ਕੇ ਇਸ ਉੱਚ ਸਥਾਨ ਨੂੰ ਅਪਵਿੱਤਰ ਕੀਤਾ। ਲਾਹੌਰ ਪਹੁੰਚ ਕੇ ਉਹਨੇ ਸਿੱਖਾਂ ਦੇ ਸਿਰਾਂ ਨੂੰ ਸ਼ਹਿਰ ਦੇ ਦਰਵਾਜ਼ਿਆਂ ਅਤੇ ਕੰਧਾਂ 'ਤੇ ਟੰਗ ਦਿੱਤਾ। ਅਬਦਾਲੀ ਲਾਹੌਰ ਵਿੱਚੋਂ 9 ਮਹੀਨੇ ਤੱਕ ਠਹਿਰਿਆ ਰਿਹਾ। ਉੱਥੇ ਪੰਜਾਬ ਦੇ ਸਭ ਵੱਡੇ ਮੁਸਲਮਾਨ ਸਰਦਾਰਾਂ ਨੂੰ ਇਕੱਠਾ ਕਰਕੇ ਉਹਨੇ ਆਖਿਆ ਕਿ ਉਹ ਸਿੱਖਾਂ ਦਾ ਸਫਾਇਆ ਕਰਨ ਵਿੱਚ ਉਹਦਾ ਹੱਥ ਵਟਾਉਣ। ਸਿੱਖਾਂ ਦਾ ਵੱਡਾ ਚਰਿੱਤਰ ਇਹ ਸੀ ਕਿ ਉਹ ਮੁਸ਼ਕਿਲਾਂ ਤੋਂ ਬਿਲਕੁਲ ਨਹੀਂ ਸਨ ਡਰਦੇ, ਸਗੋਂ ਉਹਨਾਂ ਵਿੱਚ ਮੁਸੀਬਤ ਸਮੇਂ ਜ਼ਿਆਦਾ ਜੋਸ਼ ਭਰ ਜਾਂਦਾ ਸੀ। ਉਹਨੂੰ ਪਤਾ ਸੀ ਕਿ ਅਬਦਾਲੀ ਦੀ ਜਿੱਤ ਦਾ ਵੱਡਾ ਕਾਰਨ ਕੇਵਲ ਉਹ ਤੋਪਖਾਨਾ ਸੀ ਜੋ ਇਹਨਾਂ ਪਾਸ ਨਹੀਂ ਸੀ, ਅਤੇ ਜੋ ਤੋਪਖਾਨਾ ਨਾ ਹੁੰਦਾ ਤਾਂ ਉਹ ਅਬਦਾਲੀ ਦੇ ਛੱਕੇ ਛੁਡਾ ਦਿੰਦੇ। ਜਲਦੀ ਹੀ ਸਿੱਖਾਂ ਨੇ ਆਪਣੇ ਦਸਤਿਆਂ ਨੂੰ ਇਕੱਠਾ ਕੀਤਾ ਅਤੇ ਸਰਹੰਦ ਦੇ ਸੂਬੇਦਾਰ ਜ਼ਾਇਨ ਖਾਨ 'ਤੇ ਹਮਲਾ ਕਰਨ ਦਾ ਫੈਸਲਾ ਕੀਤਾ। ਇਸ ਹਮਲੇ ਵਿੱਚ ਜ਼ਾਇਨ ਖਾਨ ਨੂੰ ਸਸ਼ੱਕਤ ਹਾਰ ਹੋਈ। ਇਸ ਸਸ਼ੱਕਤ ਦੇ ਅਬਦਾਲੀ ਨੂੰ ਬੜੀ ਖਾਰ ਆਈ। ਉਹਨੇ ਆਪ ਆਪਣੀ ਸੈਨਾ ਦੇ ਕੁਝ ਦਸਤੇ ਲੈ ਕੇ ਉਹਨਾਂ ਦਾ ਕਈ ਵਾਰ ਪਿੱਛਾ ਕੀਤਾ, ਪਰ ਸਿੱਖ ਆਸ-ਪਾਸ ਦੇ ਜੰਗਲਾਂ ਵਿੱਚ ਅਲੋਪ ਹੋ ਜਾਂਦੇ ਸਨ ਅਤੇ ਅਬਦਾਲੀ ਨੂੰ ਕੋਈ ਸਫਲਤਾ ਨਹੀਂ ਸੀ ਹੁੰਦੀ। ਉਹਨਾਂ ਦੇ ਮਗਰ ਉਹਨੇ ਕਈ ਪਠਾਨ ਸਰਦਾਰ ਵੀ ਭੇਜੇ, ਪਰ ਸਿੱਖ ਕਿਸੇ ਦੇ ਵੀ ਕਾਬੂ ਨਾ ਆਏ। ਦਰਬਾਰ ਸਾਹਿਬ ਦੀ ਬੇਹੁਰਮਤੀ ਦੇ ਕਰਨ ਦੇ ਬਦਲੇ ਉਹਨਾਂ ਨੇ ਮੁਸਲਮਾਨਾਂ ਦੀਆਂ ਕਬਰਾਂ ਤੇ ਮਕਬਰੇ ਢਾਹ ਦਿੱਤੇ। ਹੌਲੀ ਸਿੱਖ ਫਿਰ ਲਾਹੌਰ ਦੇ ਇੱਕੇ ਦੁੱਕੇ ਹਮਲੇ ਕਰਨ ਲੱਗ ਪਏ ਔਰ ਕੁੱਪ ਦੇ ਅਸਥਾਨ 'ਤੇ ਹੋਈ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦੇ ਸਨ। ਉਹ 60,000 ਦੀ ਗਿਣਤੀ ਵਿੱਚ ਇਕੱਠੇ ਹੋ ਕੇ ਸ੍ਰੀ ਅੰਮ੍ਰਿਤਸਰ ਵਿੱਚ ਆਏ ਅਤੇ ਉਹਨਾਂ ਨੇ ਦਰਬਾਰ ਸਾਹਿਬ ਦੀ ਹਜ਼ੂਰੀ ਵਿੱਚ ਪ੍ਰਣ ਲਿਆ ਕਿ ਜੇ ਮੁੜ ਕੇ ਅਬਦਾਲੀ ਨੇ ਉਹਨਾਂ 'ਤੇ ਹਮਲਾ ਕੀਤਾ ਤਾਂ ਅਬਦਾਲੀ ਦੀ ਫੌਜ ਦਾ ਸਫਾਇਆ ਕਰਕੇ ਹੀ ਸਾਹ ਲੈਣਗੇ। ਅਬਦਾਲੀ ਨੇ ਆਪਣੀ ਫੌਜ ਦਾ ਵੱਡਾ ਹਿੱਸਾ ਕਸ਼ਮੀਰ ਦੀ ਸਰਕੂਬੀ ਲਈ ਭੇਜਿਆ ਹੋਇਆ ਸੀ, ਸੋ ਉਹਨੇ ਸਿੱਖ ਹਮਲੇ ਦੇ ਖਤਰੇ ਨੂੰ ਰਾਜਨੀਤੀ ਦਾ ਆਵਾਰਾ ਟਾਲਣ ਦੀ ਕੋਸ਼ਿਸ਼ ਕੀਤੀ ਅਤੇ ਸਮਝੌਤੇ ਲਈ ਸਿੱਖਾਂ ਵੱਲ ਆਪਣਾ ਏਲਚੀ ਭੇਜਿਆ, ਪਰ ਸਿੱਖਾਂ ਨੇ ਉਹਨੂੰ ਧੱਕੇ ਮਾਰ ਕੇ ਭਜਾ ਦਿੱਤਾ। ਇਸ 'ਤੇ ਅਬਦਾਲੀ ਨੇ ਆਪ ਫੌਜ ਲੈ ਕੇ ਸ੍ਰੀ ਅੰਮ੍ਰਿਤਸਰ 'ਤੇ ਚੜ੍ਹਾਈ ਕਰ ਦਿੱਤੀ। ਬੜੀ ਜ਼ਬਰਦਸਤ ਲੜਾਈ ਹੋਈ। ਅਫਗਾਨ ਬੜੀ ਬਹਾਦਰੀ ਨਾਲ ਲੜੇ, ਪਰ ਸਿੱਖਾਂ ਦੇ ਅਥਾਹ ਜੋਸ਼ ਸਾਹਮਣੇ ਉਹਨਾਂ ਦੀ ਇੱਕ ਨਾ ਚੱਲੀ ਅਤੇ ਸਾਰਾ ਦਿਨ ਦੀ ਲੜਾਈ ਪਿੱਛੋਂ ਅਬਦਾਲੀ ਨੂੰ ਨੱਸ ਕੇ ਲਾਹੌਰ ਜਾਣਾ ਪਿਆ। ਆਖਰ ਸਿੱਖਾਂ ਨੇ ਕੁੱਪ ਦੀ ਹਾਰ ਦਾ ਬਦਲਾ ਲੈ ਲਿਆ। ਅਬਦਾਲੀ ਨੂੰ ਹਰਾ ਕੇ ਸਿੱਖ ਫਿਰ ਲੱਖੀ ਜੰਗਲ ਵਿੱਚ ਜਾ ਛੁਪੇ। ਅਬਦਾਲੀ ਨੂੰ ਆਪਣੀ ਹਾਰ 'ਤੇ ਬੜੀ ਨਮੋਸ਼ੀ ਹੋਈ, ਇਸ ਲਈ ਜਦ ਕਸ਼ਮੀਰ ਨੂੰ ਜਿੱਤ ਕੇ ਉਹਦੀਆਂ ਫੌਜਾਂ ਵਾਪਸ ਆਈਆਂ ਤਾਂ ਉਹਨੇ ਸਿੱਖਾਂ ਨੂੰ ਕੁਚਲਣ ਲਈ ਇੱਕ ਹੋਰ ਮੁਹਿੰਮ ਤਿਆਰ ਕੀਤੀ, ਪਰ ਸਿੱਖ ਉਸ 'ਤੇ ਕਾਬੂ ਨਾ ਆ ਸਕੇ। ਸਿੱਖਾਂ ਦੇ ਕੁਝ ਛਾਪਾਮਾਰ ਦਸਤੇ ਉਹਦੀ ਫੌਜ ਦੇ ਕਦੀ ਖੱਬਿਓਂ ਅਤੇ ਕਦੀ ਸੱਜਿਓਂ ਅਚਨਚੇਤ ਹਮਲੇ ਕਰਦੇ ਅਤੇ ਫਿਰ ਅੱਖ ਦੇ ਫਰੂਰ ਵਿੱਚ ਅਲੋਪ ਹੋ ਜਾਂਦੇ। ਇੱਕ ਵਾਰ ਤਾਂ ਜਦ ਉਹ ਆਪਣੇ ਤੰਬੂ ਸਾਹਮਣੇ ਬੈਠਾ ਹੁੱਕਾ ਪੀ ਰਿਹਾ ਸੀ ਤਾਂ ਕੁਝ ਸਿੱਖ ਘੋੜਸਵਾਰ ਉਹਦੀ ਸਫਾ ਨੂੰ ਚੀਰਦੇ ਹੋਏ ਉਸ 'ਤੇ ਆ ਪਏ ਅਤੇ ਉਹਨੂੰ ਆਪਣੇ ਘੋੜਿਆਂ ਥੱਲੇ ਰੋਣ ਦੇਣ ਲੱਗੇ। ਅਬਦਾਲੀ ਨੇ ਆਪਣੇ ਤੰਬੂ ਵਿੱਚ ਨੱਸ ਕੇ ਜਾਨ ਬਚਾਈ। ਇਸ ਤਰ੍ਹਾਂ ਅਬਦਾਲੀ ਆਪਣੇ ਮਨਸ਼ੇ ਨੂੰ ਪੂਰਾ ਕਰਨ ਵਿੱਚ ਨਿਸਫਲ ਰਿਹਾ। ਇਤਨੇ ਨੂੰ ਅਫਗਾਨਿਸਤਾਨ ਦੇ ਇੱਕ ਇਲਾਕੇ ਵਿੱਚ ਬਗਾਵਤ ਹੋਣ ਦੀ ਖਬਰ ਸੁਣ ਕੇ ਅਬਦਾਲੀ ਨੂੰ 1762 ਵਿੱਚ ਆਪਣੇ ਦੇਸ਼ ਵੱਲ ਮੁੜਨਾ ਪਿਆ। ਵਾਪਸ ਜਾਣ ਤੋਂ ਪਹਿਲਾਂ ਉਹ ਰਾਜ ਪ੍ਰਬੰਧ ਲਈ ਆਪਣੇ ਅਫਸਰ ਮੁਕਰਰ ਕਰ ਗਿਆ। ਦੁਰਾਨੀ ਦੇ ਜਾਣ ਪਿੱਛੋਂ ਸਿੱਖ ਲੱਖੀ ਜੰਗਲ ਦੀਆਂ ਲੁਕਵੀਆਂ ਥਾਵਾਂ ਤੋਂ
ਬਾਹਰ ਆ ਗਏ ਤੇ ਖਾਲਸਾ ਫੌਜ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ, ਬੁੱਢਾ ਦਲ ਤੇ ਤਰੁਣਾ ਦਲ। ਬੁੱਢਾ ਦਲ ਵਿੱਚ ਆਹਲੂਵਾਲੀਆ, ਸਿੰਘਪੁਰੀਆ, ਡੱਲੇਵਾਲੀਆ, ਕਰੋੜਾ ਸਿੰਘੀਆ, ਨਿਸ਼ਾਨਵਾਲਾ ਤੇ ਸ਼ਹੀਦੀ ਦਲ ਸ਼ਾਮਲ ਹੋਏ। ਬੁੱਢਾ ਦਲ ਦਾ ਨੇਤਾ ਜੱਸਾ ਸਿੰਘ ਆਹਲੂਵਾਲੀਆ ਸੀ। ਬੁੱਢਾ ਦਲ ਨੇ ਹਰ ਥਾਂ ਮਾਰ ਧਾੜ ਸ਼ੁਰੂ ਕਰ ਦਿੱਤੀ ਤੇ ਉਹਨਾਂ ਸਭ ਲੋਕਾਂ ਕੋਲੋਂ ਰੱਜ ਰੱਜ ਕੇ ਬਦਲੇ ਲਏ ਜਿਨ੍ਹਾਂ ਨੇ ਸਿੱਖਾਂ ਦੇ ਵਿਰੁੱਧ ਅਬਦਾਲੀ ਦਾ ਸਾਥ ਦਿੱਤਾ ਸੀ। ਤਰੁਣਾ ਦਲ ਵਿੱਚ ਰਾਮਗੜੀਆ, ਕਨ੍ਹਈਆ, ਸ਼ੁਕਰਚੱਕੀਆ, ਭੰਗੀ ਤੇ ਨਕਈ ਮਿਸ਼ਰਾਂ ਸ਼ਾਮਲ ਹੋਈਆਂ। ਇਹਨਾਂ ਦਾ ਨੇਤਾ ਹਰੀ ਸਿੰਘ ਭੰਗੀ ਸੀ ਤੇ ਇਹਨਾਂ ਦਾ ਕੇਂਦਰੀ ਅਸਥਾਨ ਸ੍ਰੀ ਅੰਮ੍ਰਿਤਸਰ ਸੀ। ਤਰੁਣਾ ਦਲ ਨੂੰ ਸਰੋਵਰ ਅਤੇ ਹੋਰ ਧਰਮ ਸਥਾਨਾਂ ਦੀ ਮੁਰੰਮਤ ਦਾ ਕੰਮ ਸੌਂਪਿਆ ਗਿਆ। ਜਦ 1763 ਵਿੱਚ ਵਿਸਾਖੀ ਦੇ ਤਿਉਹਾਰ 'ਤੇ ਸਿੱਖਾਂ ਦਾ ਸ੍ਰੀ ਅੰਮ੍ਰਿਤਸਰ ਵਿੱਚ ਇਕੱਠ ਹੋਇਆ ਤਾਂ ਕਸੂਰ ਦੇ ਕੁਝ ਹਿੰਦੂਆਂ ਨੇ ਕਸੂਰ ਦੇ ਮੁਸਲਮਾਨ ਹਾਕਮ ਦੇ ਅਤਿਆਚਾਰਾਂ ਬਾਰੇ ਸ਼ਿਕਾਇਤ ਕੀਤੀ ਤੇ ਦੱਸਿਆ ਕਿ ਹਾਕਮ ਨੇ ਉਹਨਾਂ ਵਿੱਚੋਂ ਇੱਕ ਦੀ ਖੂਬਸੂਰਤ ਇਸਤਰੀ ਨੂੰ ਜ਼ਬਰਦਸਤੀ ਖੋਹ ਕੇ ਮੁਸਲਮਾਨ ਬਣਾ ਲਿਆ ਹੈ ਤੇ ਉਹਨਾਂ ਵਿੱਚੋਂ ਕਸੂਰ ਦੇ ਲਾਗੇ ਤਾਗੇ ਬੜੇ ਮਜ਼ਬੂਤ ਕਿਲੇ ਸਨ ਜਿਨ੍ਹਾਂ ਨੂੰ ਸਰ ਕਰਨਾ ਸੌਖੀ ਗੱਲ ਨਹੀਂ ਸੀ। ਪਰ ਹਰੀ ਸਿੰਘ ਭੰਗੀ ਉਸ ਵੇਲੇ ਕਸੂਰ ਦੇ ਹਿੰਦੂਆਂ ਨੂੰ ਮਦਦ ਦੇਣ ਲਈ ਤਿਆਰ ਹੋ ਗਿਆ। ਵਿੱਚੋਂ ਕਈਆਂ ਨੇ ਖਬਰਦਾਰ ਕੀਤਾ ਕਿ ਇਹ ਕੰਮ ਕਠਨ ਹੈ। ਆਖਰ ਸਰਦਾਰ ਚੜ੍ਹਤ ਸਿੰਘ ਦੇ ਕਹਿਣ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੁਕਮ ਲਿਆ ਗਿਆ। ਹੁਕਮ ਆਇਆ ਕਿ ਹਰ ਮਨੁੱਖ ਦਾ ਧਰਮ ਹੈ ਕਿ ਉਹ ਦੁਖੀਆਂ ਦੀ ਸਹਾਇਤਾ ਕਰੇ। ਸੋ ਤਰੁਣਾ ਦਲ ਨੇ ਕਸੂਰ 'ਤੇ ਚੜ੍ਹਾਈ ਕਰ ਦਿੱਤੀ। ਮੁਸਲਮਾਨਾਂ ਨੂੰ ਇਸ ਹਮਲੇ ਦਾ ਖਾਬ ਖਿਆਲ ਵੀ ਨਹੀਂ ਸੀ। ਸਿੱਖ ਦੁਪਹਿਰ ਵੇਲੇ ਅਚਨਚੇਤ ਸ਼ਹਿਰ ਅੰਦਰ ਦਾਖਲ ਹੋ ਗਏ ਤੇ ਸਾਰੇ ਦਰਵਾਜ਼ਿਆਂ 'ਤੇ ਆਪਣੇ ਝੰਡੇ ਲਾ ਦਿੱਤੇ ਤੇ ਸ਼ਹਿਰ ਨੂੰ ਖੂਬ ਲੁੱਟਿਆ। ਉੱਥੋਂ ਦਾ ਹਾਕਮ ਉਸਮਾਨ ਖਾਂ ਆਪਣੇ 500 ਸਾਥੀਆਂ ਨਾਲ ਲੜਾਈ ਵਿੱਚ ਮਾਰਿਆ ਗਿਆ ਤੇ ਬ੍ਰਾਹਮਣ ਦੀ ਲੜਕੀ ਨੂੰ ਉਹਦੇ ਪਤੀ ਦੇ ਹਵਾਲੇ ਕਰ ਦਿੱਤਾ ਗਿਆ। ਇਸ ਪਿੱਛੋਂ ਉਹਨਾਂ ਨੇ ਖੇੜੀ ਤੇ ਮੁਰੰਡਾ 'ਤੇ ਚੜ੍ਹਾਈ ਕਰਕੇ ਉਹਨਾਂ ਥਾਵਾਂ ਨੂੰ ਪੱਧਰਾ ਕਰ ਦਿੱਤਾ। ਉੱਥੋਂ ਦੇ ਰਹਿਣ ਵਾਲੇ ਗੰਗੂ ਬ੍ਰਾਹਮਣ ਤੇ ਰੰਗੜਾ ਨੇ ਇਨਾਮ ਪ੍ਰਾਪਤ ਕਰਨ ਲਈ ਮਾਤਾ ਗੁਜਰੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਮੁਸਲਮਾਨਾਂ ਦੇ ਹਵਾਲੇ ਕੀਤਾ ਸੀ। ਇਸ ਲਈ ਸਿੱਖਾਂ ਨੇ ਉਹਨੂੰ ਅਤੇ ਉਸਦੇ ਟੱਬਰ ਨੂੰ ਸਜ਼ਾ ਦੇਣ ਲਈ ਆਪਣਾ ਫਰਜ਼ ਸਮਝਿਆ। ਇਹ ਥਾਵਾਂ ਨਵਾਬ ਸਰਹੰਦ ਸਿੰਘ ਦੇ ਇਲਾਕੇ ਵਿੱਚ ਸਨ। ਇਸ ਇਲਾਕੇ 'ਤੇ ਹਮਲਾ ਕਰਨਾ ਨਵਾਬ ਦੇ ਹਮਲਾ ਕਰਨ ਦੇ ਬਰਾਬਰ ਸੀ। ਫਿਰ ਵੀ ਸਿੱਖਾਂ ਨੇ ਖੇੜੀ ਦੇ ਪਿੰਡ 'ਤੇ ਚੜ੍ਹਾਈ ਕਰ ਦਿੱਤੀ। ਉਹਨਾਂ ਨੇ ਗੰਗੂ ਬ੍ਰਾਹਮਣ ਤੇ ਉਹਦੇ ਸਾਰੇ ਟੱਬਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਰ ਉਹ ਅਗਾਂਹ ਮੁਰੰਡੇ ਵੱਲ ਵਧੇ। ਸਰਹੰਦ ਵੱਲ ਜਾਣ ਵਾਲੀ ਸੜਕ 'ਤੇ ਉਹਨਾਂ ਇੱਕ ਮਜ਼ਬੂਤ ਦਸਤਾ ਖੜ੍ਹਾ ਕਰ ਦਿੱਤਾ ਤਾਂ ਜੋ ਰੰਗੜਾ ਨੂੰ ਬਾਹਰੋਂ ਕੋਈ ਸਹਾਇਤਾ ਨਾ ਪਹੁੰਚ ਸਕੇ। ਫਿਰ ਕੁਝ ਸਿੱਖ ਸ਼ਹਿਰ ਦੀਆਂ ਕੰਧਾਂ ਟੱਪ ਕੇ ਅੰਦਰ ਗਏ ਤੇ ਅੰਦਰੋਂ ਦਰਵਾਜ਼ੇ ਖੋਲ੍ਹ ਦਿੱਤੇ। ਸਿੱਖ ਸੈਨਾ ਧੜਾ ਧੜ ਅੰਦਰ ਦਾਖਲ ਹੋ ਗਈ ਤੇ ਛੋਟੇ ਛੋਟੇ ਬੱਚਿਆਂ, ਬੁੱਢਿਆਂ ਤੇ ਇਸਤਰੀਆਂ ਤੋਂ ਛੁੱਟ ਸਭ ਨੂੰ ਕਤਲ ਕਰ ਦਿੱਤਾ ਗਿਆ। ਸਿੱਖਾਂ ਦੇ ਇਸ ਹਮਲੇ ਦੀ ਖਬਰ ਸਰਹੰਦ ਦੇ ਸੂਬੇਦਾਰ ਜ਼ਾਇਨ ਖਾਨ ਨੂੰ ਵੀ ਲੱਗ ਗਈ। ਉਹ ਡਰ ਗਿਆ ਅਤੇ ਉਹਨੇ ਆਲਾ ਸਿੰਘ ਨੂੰ ਲਿਖਿਆ ਕਿ ਉਹ ਵਿੱਚ ਪੈ ਕੇ ਤੇ ਕੁਝ ਦਿਵਾ ਕੇ ਸਿੱਖਾਂ ਨੂੰ ਮੁੜ ਜਾਣ ਲਈ ਕਹੇ। ਆਲਾ ਸਿੰਘ ਨੇ ਆਪਣਾ ਹਰਕਾਰਾ ਮਾਝੇ ਦੇ ਸਿੱਖਾਂ ਵੱਲ ਭੇਜਿਆ। ਉਹਨਾਂ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਤੇ ਉੱਤਰ ਵਿੱਚ ਸਾਫ਼ ਕਹਿ ਦਿੱਤਾ, ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ। ਅਸੀਂ ਕਿਸੇ ਦੇ ਟੁਕੜਿਆਂ 'ਤੇ ਪਲਣਾ ਨਹੀਂ ਸਿੱਖਿਆ। ਅਸੀਂ ਆਪਣੀ ਬਾਂਹ ਦੇ ਜ਼ੋਰ ਨਾਲ ਜੋ ਜੀ ਚਾਹੇ ਲੈ ਸਕਦੇ ਹਾਂ। ਕਹਿ ਕੁਹਾ ਕੇ ਦਲ ਖਾਲਸਾ ਨੇ ਆਲਾ ਸਿੰਘ ਨੂੰ ਵੀ ਆਪਣੇ ਨਾਲ ਰਲਾ ਲਿਆ ਤੇ 50,000 ਦੀ ਫੌਜ ਇਕੱਠੀ ਕਰ ਲਈ। ਜ਼ਾਇਨ ਖਾਨ ਨੂੰ ਯਕੀਨ ਹੋ ਗਿਆ ਕਿ ਇਸ ਲੜਾਈ ਤੋਂ ਛੁਟਕਾਰਾ ਪਾਉਣਾ ਔਖਾ ਹੈ। ਇਸ ਲਈ ਸਿੱਖਾਂ ਦੇ ਪਹਿਲ ਕਰਨ ਨਾਲੋਂ ਕਿਉਂ ਨਾ ਉਹ ਆਪ ਪਹਿਲ ਕਰੇ। ਸੋ ਫੌਜ ਲੈ ਕੇ ਤਰੁਣਾ ਦਲ ਵੱਲ, ਜੋ ਸਰਹੰਦ ਤੋਂ 5-6 ਮੀਲ ਦੂਰ ਡੇਰੇ ਲਾਈ ਬੈਠਾ ਸੀ, ਵਧਿਆ। ਸਿੱਖ ਪਹਿਲਾਂ ਹੀ ਤਿਆਰ ਬੈਠੇ ਸਨ। ਉਹਨਾਂ ਨੇ ਜ਼ਾਇਨ ਖਾਨ ਨੂੰ ਘੇਰੇ ਵਿੱਚ ਲੈ ਲਿਆ। ਉਹਨੇ ਸਿੱਖਾਂ ਦਾ ਧਿਆਨ ਲੁੱਟ-ਮਾਰ ਵੱਲ ਲਾਉਣ ਲਈ ਆਪਣਾ ਜੰਗੀ ਸਮਾਨ ਅਤੇ ਰਸਦ ਪਹਿਰੇ ਵਿੱਚ ਇੱਕ ਪਾਸੇ ਵੱਲ ਭੇਜ ਦਿੱਤੀ ਤਾਂ ਜੋ ਇਸ ਮੌਕੇ ਤੋਂ ਲਾਭ ਉਠਾ ਕੇ ਘੇਰੇ ਵਿੱਚੋਂ ਨਿਕਲ ਜਾਏ। ਉਹਦੀ ਵਿਉਂਤ ਸਫਲ ਹੋ ਗਈ ਤੇ ਉਹ ਘੇਰੇ ਵਿੱਚੋਂ ਨਿਕਲ ਕੇ ਸਰਹੰਦ ਵੱਲ ਭੱਜ ਨਿਕਲਿਆ। ਪਰ ਅੱਗੋਂ ਬੁੱਢਾ ਦਲ ਨੇ, ਜੋ ਤਰੁਣਾ ਦਲ ਦੀ ਮਦਦ ਲਈ ਆ ਰਿਹਾ ਸੀ, ਉਹਨੂੰ ਆਹ ਦਬੋਚਿਆ। ਇੱਕ ਛੋਟੀ ਜਿਹੀ ਝੜਪ ਹੋਈ ਜਿਸ ਵਿੱਚ ਉਹ ਮਾਰਿਆ ਗਿਆ ਤੇ ਉਹਦੇ ਸਿਪਾਹੀ ਜਿੱਧਰ ਨੂੰ ਰਾਹ ਮਿਲਿਆ ਭੱਜ ਗਏ। ਇਸ ਪਿੱਛੋਂ ਸਿੱਖਾਂ ਨੇ ਸ਼ਹਿਰ ਨੂੰ ਦਿਲ ਖੋਲ੍ਹ ਕੇ ਲੁੱਟਿਆ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਕੰਧ ਨੂੰ ਪੱਧਰਿਆਂ ਕਰਕੇ ਉੱਥੇ ਫਤਿਹਗੜ੍ਹ ਸਾਹਿਬ ਦਾ ਗੁਰਦੁਆਰਾ ਬਣਾਇਆ। ਸਰਹੰਦ ਦੀ ਫਤਿਹ ਤੋਂ ਪਿੱਛੋਂ ਤਰੁਣਾ ਦਲ ਵਾਪਸ ਪੰਜਾਬ ਵੱਲ ਆ ਗਿਆ। ਪਰ ਬੁੱਢਾ ਦਲ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਜਮਨਾ ਦੇ ਪਰਲੇ ਪਾਰ ਦੇ ਇਲਾਕਿਆਂ 'ਤੇ ਲੁੱਟਮਾਰ ਸ਼ੁਰੂ ਕਰ ਦਿੱਤੀ। ਇਤਨੇ ਚਿਰ ਵਿੱਚ ਦੁਰਾਨੀ ਨੇ ਫਿਰ ਪੰਜਾਬ ਵੱਲ ਆਉਣ ਦੀ ਖਬਰ ਸੁਣ ਕੇ ਬੁੱਢਾ ਦਲ ਵੀ ਪੰਜਾਬ ਵੱਲ ਮੁੜ ਗਿਆ। ਅਹਿਮਦ ਸ਼ਾਹ ਨੇ ਕਲਾਨੌਰ ਆ ਕੇ ਆਪਣੇ ਤੰਬੂ ਗੱਡ ਦਿੱਤੇ, ਪਰ ਸਿੱਖ ਪੁਰਾਣੀ ਚਾਲ ਚੱਲ ਕੇ ਉਸ 'ਤੇ ਆਪਣਾ ਛਾਪਾਮਾਰ ਦਸਤਿਆਂ ਨਾਲ ਲਗਾਤਾਰ ਹਮਲੇ ਕਰਦੇ ਰਹੇ ਅਤੇ ਉਹਦਾ ਕਾਫੀਆ ਤੰਗ ਕਰ ਦਿੱਤਾ। ਉਹ ਤੰਗ ਆ ਕੇ ਬਟਾਲੇ ਵੱਲੋਂ ਹੁੰਦਾ ਹੋਇਆ ਲਾਹੌਰ ਵੱਲ ਮੁੜ ਪਿਆ। ਬਟਾਲੇ ਲਾਗੇ ਇੱਕ ਛੋਟੀ ਜਿਹੀ ਝੜਪ ਹੋਈ ਜਿਸ ਵਿੱਚ ਅਬਦਾਲੀ ਹਾਰ ਗਿਆ। ਜੰਡਿਆਲੇ ਲਾਗੇ ਇੱਕ ਹੋਰ ਲੜਾਈ ਹੋਈ ਜਿਸ ਵਿੱਚ ਅਬਦਾਲੀ ਨੂੰ ਦੁਬਾਰਾ ਹਾਰ ਦਾ ਮੂੰਹ ਵੇਖਣਾ ਪਿਆ।
ਅਬਦਾਲੀ ਜਿਹਨੇ ਮੁਗਲ ਰਾਜ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ ਅਤੇ ਮਰਹੱਟਿਆਂ ਦੀ ਤਾਕਤ ਨੂੰ ਕੁਚਲ ਦਿੱਤਾ ਸੀ, ਹੁਣ ਹੈਰਾਨ ਸੀ ਕਿ ਇਹ ਸਿੱਖ ਕੀ ਬਲਾ ਹਨ ਕਿ ਖਤਮ ਹੋਣ ਦਾ ਨਾਂ ਹੀ ਨਹੀਂ ਲੈਂਦੇ। ਇਤਨੇ ਚਿਰ ਵਿੱਚ ਅਬਦਾਲੀ ਨੂੰ ਅਫਗਾਨਿਸਤਾਨ ਵਿੱਚ ਫਿਰ ਗੜਬੜ ਹੋ ਜਾਣ ਦੀ ਖਬਰ ਆਈ ਤੇ ਉਹ ਵਾਪਸ ਮੁੜ ਗਿਆ। ਅਬਦਾਲੀ ਦੇ ਜਾਣ ਦੀ ਢਿੱਲ ਸੀ ਕਿ ਸਿੱਖਾਂ ਨੇ ਫਿਰ ਲਾਹੌਰ ਵਿੱਚ ਆਪਣਾ ਝੰਡਾ ਗੱਡ ਦਿੱਤਾ। ਇਸ ਤੋਂ 2 ਸਾਲ ਪਿੱਛੋਂ ਦੁਰਾਨੀ ਨੇ ਫਿਰ ਪੰਜਾਬ ਵੱਲ ਮੂੰਹ ਮੋੜਿਆ। ਇਸ ਵਾਰ ਉਹ ਸਿੱਖਾਂ ਨੂੰ ਸਬਕ ਸਿਖਾਉਣ ਦਾ ਪੂਰਾ ਨਿਸ਼ਚਾ ਕਰਕੇ ਆਇਆ ਸੀ, ਇਸ ਲਈ ਉਹ ਆਪਣੇ ਨਾਲ 30,000 ਸੈਨਾ ਲਿਆਇਆ। ਦੁਰਾਨੀ ਹਾਲੀ ਲਾਹੌਰ ਵਿੱਚ ਸੀ ਕਿ ਸਿੱਖਾਂ ਨੇ ਪਠਾਨ ਸੈਨਾ ਦੇ ਇੱਕ ਦਸਤੇ 'ਤੇ ਹੱਲਾ ਬੋਲ ਦਿੱਤਾ। ਜਦ ਇਸ ਬਾਰੇ ਅਬਦਾਲੀ ਨੂੰ ਪਤਾ ਲੱਗਾ ਤਾਂ ਉਹਨੇ ਆਪਣੇ ਜਰਨੈਲ ਨਾਸਰ ਖਾਂ ਨੂੰ ਘਿਰੇ ਹੋਏ ਦਸਤੇ ਦੀ ਮਦਦ ਲਈ ਭੇਜਿਆ। ਦੋਹਾਂ ਵਿੱਚ ਘਮਸਾਨ ਲੜਾਈ ਹੋਈ। ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ। ਰਾਤ ਪੈਣ 'ਤੇ ਦੋਵੇਂ ਫੌਜਾਂ ਮੈਦਾਨ ਖਾਲੀ ਕਰ ਗਈਆਂ। ਸਿੱਖ ਸਿੱਧੇ ਸ੍ਰੀ ਅੰਮ੍ਰਿਤਸਰ ਜੀ ਵੱਲ ਮੁੜ ਗਏ। ਦੁਰਾਨੀ ਨੇ ਆਪਣੀ ਘੋੜਸਵਾਰ ਸੈਨਾ ਨਾਲ ਉਹਨਾਂ ਦਾ ਪਿੱਛਾ ਕੀਤਾ। ਸਿੱਖਾਂ ਨੂੰ ਦੁਰਾਨੀ ਦੇ ਇਸ ਹਮਲੇ ਦਾ ਪਤਾ ਲੱਗ ਗਿਆ, ਇਸ ਲਈ ਜਦ ਦੁਰਾਨੀ ਚੌਥੇ ਦਿਨ ਸ੍ਰੀ ਅੰਮ੍ਰਿਤਸਰ ਪਹੁੰਚਿਆ ਤਾਂ ਸਿੱਖ ਕਿਤੇ ਦੇ ਕਿਤੇ ਨਿਕਲ ਗਏ ਸਨ। ਕੇਵਲ 30 ਦੇ ਲਗਭਗ ਸਿੱਖ ਰਾਮਗੜ੍ਹ ਦੇ ਇਲਾਕੇ ਵਿੱਚ ਮੌਜੂਦ ਸਨ, ਜੋ ਮਰਨ ਮਾਰਨ ਦੀ ਨੀਅਤ ਧਾਰ ਕੇ ਪਿੱਛੇ ਠਹਿਰੇ ਸਨ। ਉਹਨਾਂ ਨੇ ਕਿਲ੍ਹੇ ਵਿੱਚੋਂ ਨਿਕਲ ਕੇ ਪਠਾਨਾਂ ਦੇ ਖੂਬ ਛੱਕੇ ਛੁਡਾਏ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਦੁਰਾਨੀ ਨੇ ਸਿੱਖਾਂ ਨੂੰ ਬਥੇਰਾ ਲੱਭਿਆ ਪਰ ਉਹਨੂੰ ਕਿਤੇ ਵੀ ਕੋਈ ਨਜ਼ਰ ਨਾ ਆਇਆ। ਦੁਰਾਨੀ ਨੂੰ ਬੜੀ ਨਿਰਾਸ਼ਤਾ ਹੋਈ। ਉਹ ਇਸ ਵਾਰ ਤੁਲਿਆ ਹੋਇਆ ਸੀ ਕਿ ਸਿੱਖਾਂ ਨਾਲ ਇੱਕ ਵਾਰ ਆਮੋ ਸਾਹਮਣੇ ਲੜਾਈ ਕਰਕੇ ਉਹਨਾਂ ਨੂੰ ਸਦਾ ਲਈ ਖਤਮ ਕੀਤਾ ਜਾਏ। ਉਹਨੂੰ ਪਤਾ ਸੀ ਕਿ ਬਾਰੀ ਦੁਆਬ ਦਾ ਇਲਾਕਾ ਸਿੱਖਾਂ ਦਾ ਘਰ ਹੈ, ਇਸ ਲਈ ਸਿੱਖਾਂ ਨੂੰ ਉਹਨਾਂ ਦੇ ਘਰ ਵਿੱਚ ਜਾ ਕੇ ਸਸ਼ਕਤ ਦੇਣੀ ਚਾਹੀਦੀ ਹੈ। ਉਹਨੇ ਜਲੰਧਰ ਵੱਲ ਕੂਚ ਕਰ ਦਿੱਤੀ ਤੇ ਹੌਲੀ ਹੌਲੀ ਪੈਂਡਾ ਕੱਟਦਾ ਬਟਾਲੇ ਵਿੱਚ ਜਾ ਪਹੁੰਚਿਆ। ਇੱਥੇ ਪਠਾਨਾਂ ਨੇ ਲੁੱਟਮਾਰ ਕਰਕੇ ਸਾਰਾ ਇਲਾਕਾ ਵੀਰਾਨ ਕਰ ਦਿੱਤਾ। ਇੱਥੋਂ ਦੁਰਾਨੀ ਜਲੰਧਰ ਵੱਲ ਤੁਰ ਪਿਆ। ਉੱਥੋਂ ਦੇ ਲੋਕ ਡਰਦੇ ਮਾਰੇ ਘਰ ਘਰ ਛੱਡ ਕੇ ਆਸ-ਪਾਸ ਦੇ ਜੰਗਲਾਂ ਜੂਹਾਂ ਵਿੱਚ ਜਾ ਲੁਕੇ। ਇੱਕ ਦਿਨ ਸਿੱਖਾਂ ਦਾ ਇੱਕ ਦਸਤਾ ਅਚਾਨਕ ਪਠਾਨਾਂ ਸਾਹਮਣੇ ਆਇਆ। ਇਸ ਬਾਰੇ ਦੁਰਾਨੀ ਨੂੰ ਫੌਰਨ ਇਤਲਾਹ ਦਿੱਤੀ ਗਈ। ਸਿੱਖ ਕਦੀ ਖੱਬਿਓਂ ਕਦੀ ਸੱਜਿਓਂ ਪਠਾਨਾਂ 'ਤੇ ਹਮਲਾ ਕਰਦੇ ਰਹੇ ਤੇ ਉਹਨਾਂ ਹਰ ਹਮਲੇ ਪਿੱਛੋਂ ਫੌਰਨ ਅਲੋਪ ਹੋ ਜਾਂਦੇ ਰਹੇ। ਉਹ ਇਤਨੇ ਫੁਰਤੀਲੇ ਸਨ ਕਿ ਪਠਾਨ ਉਹਨਾਂ ਦਾ ਪਿੱਛਾ ਨਹੀਂ ਸਨ ਕਰ ਸਕਦੇ। ਕੁਝ ਦਿਨਾਂ ਪਿੱਛੋਂ ਦੁਰਾਨੀ ਸਰਹੰਦ ਵਿੱਚ ਪਹੁੰਚਿਆ। ਸਰਹੰਦ ਤਬਾਹੀ ਦੀ ਇੱਕ ਬੜੀ ਦਰਦਨਾਕ ਤਸਵੀਰ ਸੀ, ਜਿਸ ਨੂੰ ਵੇਖ ਕੇ ਉਹ ਹੱਕਾ ਬੱਕਾ ਰਹਿ ਗਿਆ। ਪਟਿਆਲੇ ਦਾ ਰਾਜਾ ਆਲਾ ਸਿੰਘ ਬੜੇ ਕੀਮਤੀ ਤੋਹਫੇ ਲੈ ਕੇ ਦੁਰਾਨੀ ਦੀ ਖਿਦਮਤ ਵਿੱਚ ਹਾਜ਼ਰ ਹੋਇਆ। ਦੁਰਾਨੀ ਉਸ ਤੋਂ ਸਰਹੰਦ ਦੀ ਤਬਾਹੀ ਦਾ ਕਾਰਨ ਪੁੱਛਿਆ। ਉਹਨੇ ਉੱਤਰ ਦਿੱਤਾ, ਇਹ ਸਭ ਸਿੱਖਾਂ ਦੀ ਕਾਰਸਤਾਨੀ ਹੈ। ਮੈਂ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਇਤਨੀ ਜਲਦੀ ਵੱਧਦੇ ਜਾਂਦੇ ਨੇ ਕਿ ਜੇ ਇੱਕ ਨੂੰ ਮਾਰ ਦਿੱਤਾ ਜਾਏ ਤਾਂ ਉਹਦੀ ਥਾਂ 2 ਹੋਰ ਪੈਦਾ ਹੋ ਜਾਂਦੇ ਹਨ। ਜੇ ਤੁਸੀਂ ਮੈਨੂੰ ਸਰਹੰਦ ਦਾ ਸੂਬੇਦਾਰ ਬਣਾ ਦਿਓ ਤਾਂ ਮੈਂ ਇਹਨਾਂ ਨੂੰ ਕਾਬੂ ਕਰ ਲਵਾਂਗਾ। ਇਸ ਦੇ ਬਦਲੇ ਮੈਂ ਤੁਹਾਨੂੰ 3 ਲੱਖ ਰਕਮ ਸਾਲਾਨਾ ਦਿੰਦਾ ਰਹਾਂਗਾ। ਦੁਰਾਨੀ ਨੂੰ ਇਹ ਗੱਲ ਪਸੰਦ ਆਈ ਤੇ ਉਹਨੇ ਆਲਾ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਮੁਕਰਰ ਕਰ ਦਿੱਤਾ। ਪਿਛਲੇ 2-3 ਸਾਲਾਂ ਤੋਂ ਸਿੱਖਾਂ ਨੂੰ ਲਗਾਤਾਰ ਜਿੱਤਾਂ ਹੁੰਦੀਆਂ ਆ ਰਹੀਆਂ ਸਨ, ਇਸ ਲਈ ਉਹਨਾਂ ਦੇ ਹੌਸਲੇ ਵਧੇ ਸਨ। ਉਹ ਅਬਦਾਲੀ ਨਾਲ ਖੁੱਲ੍ਹੇ ਮੈਦਾਨਾਂ ਵਿੱਚ 2 ਹੱਥ ਕਰਨ ਤੋਂ ਹੁਣ ਨਹੀਂ ਸਨ ਡਰਦੇ। ਬੁੱਢਾ ਦਲ ਤੇ ਤਰੁਣਾ ਦਲ ਨੇ ਇਕੱਠਿਆਂ ਹੋ ਕੇ ਅਬਦਾਲੀ ਨਾਲ ਟਕਰਾ ਕਰਨ ਦਾ ਫੈਸਲਾ ਕਰ ਲਿਆ। ਸਰਹੰਦ ਦਾ ਪ੍ਰਬੰਧ ਆਲਾ ਸਿੰਘ ਦੇ ਹੱਥ ਦੇ ਕੇ ਜਦ ਅਹਿਮਦ ਸ਼ਾਹ ਵਾਪਸ ਮੁੜ ਰਿਹਾ ਸੀ ਤਾਂ ਰੋਪੜ ਲਾਗੇ ਸਿੱਖਾਂ ਦੇ ਇੱਕ ਦਸਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਅਹਿਮਦ ਸ਼ਾਹ ਨੇ ਉਸੇ ਵੇਲੇ ਲੜਾਈ ਦੀ ਤਿਆਰੀ ਦਾ ਹੁਕਮ ਦੇ ਦਿੱਤਾ। ਅਹਿਮਦ ਸ਼ਾਹ ਵਿਚਕਾਰ ਸੀ ਤੇ ਉਹਦੀ ਸੱਜੀ ਤੇ ਖੱਬੀ ਬਾਹੀ 'ਤੇ 12-12 ਹਜ਼ਾਰ ਦੀ ਫੌਜ ਸੀ। ਸਿੱਖ ਵੀ ਸਾਹਮਣੇ ਡਟ ਗਏ। ਵਿਚਕਾਰ ਜੱਸਾ ਸਿੰਘ ਆਹਲੂਵਾਲੀਆ ਸੀ। ਉਹਦੇ ਪਾਸੇ ਇੱਕ ਪਾਸੇ ਜੱਸਾ ਸਿੰਘ ਰਾਮਗੜੀਆ, ਦੂਜੇ ਪਾਸੇ ਚੜ੍ਹਤ ਸਿੰਘ ਸ਼ੁਕਰ ਚੱਕੀਆ ਸੀ। ਜੋ ਹੋਰ ਸਰਦਾਰ ਮੌਜੂਦ ਸਨ ਉਹਨਾਂ ਦੇ ਨਾਮ ਇਹ ਹਨ: ਝੰਡਾ ਸਿੰਘ, ਲਹਿਣਾ ਸਿੰਘ, ਗੁਲਾਬ ਸਿੰਘ, ਜੈ ਸਿੰਘ, ਹਰੀ ਸਿੰਘ, ਗੁੱਜਰ ਸਿੰਘ। ਲੜਾਈ ਸ਼ੁਰੂ ਹੋਈ ਤੇ ਸਿੱਖਾਂ ਨੇ ਪਠਾਨ ਫੌਜ ਦੀ ਸੱਜੀ ਬਾਹੀ 'ਤੇ ਬੇਪਨਾਹ ਹਮਲੇ ਕੀਤੇ। ਅਬਦਾਲੀ ਨੇ ਆਪਣੇ ਜਰਨੈਲ ਨਾਸਰ ਖਾਂ ਨੂੰ ਬੁਲਾ ਕੇ ਕਿਹਾ, ਵੇਖ ਸਿੱਖਾਂ ਨੇ ਸਾਡੀ ਫੌਜ ਦੀ ਸੱਜੀ ਬਾਂਹ ਨਕਾਰਾ ਕਰ ਦਿੱਤੀ ਹੈ। ਇਹ ਕਾਫਰ ਸਾਡੇ 'ਤੇ ਗੋਲੀਆਂ ਤੇ ਤੀਰਾਂ ਦਾ ਮੀਂਹ ਵਰਾ ਰਹੇ ਨੇ। ਮੈਂ ਇਹਨਾਂ ਦੀ ਦਲੇਰੀ ਦੀ ਤਾਰੀਫ ਕਰਨੋਂ ਨਹੀਂ ਰਹਿ ਸਕਦਾ। ਹੁਣ ਤੂੰ ਆਪਣੀ ਸੱਜੀ ਬਾਹੀ ਨੂੰ ਮਜ਼ਬੂਤ ਕਰ, ਪਰ ਵੇਖੀ ਉਹਨਾਂ ਦਾ ਪਿੱਛਾ ਕਰਨ ਦੇ ਲਾਲਚ ਵਿੱਚ ਫਸ ਕੇ ਕਿਤੇ ਫੌਜ ਤੋਂ ਦੂਰ ਨਾ ਹੋ ਜਾਈਂ। ਜਦ ਨਾਸਰ ਖਾਂ ਸੱਜੇ ਪਾਸੇ ਵੱਲ ਗਿਆ ਤਾਂ ਚੜ੍ਹਤ ਸਿੰਘ ਨੇ ਉਸ 'ਤੇ ਜ਼ਬਰਦਸਤ ਹਮਲਾ ਕੀਤਾ, ਪਰ ਨਾਸਰ ਖਾਂ ਉਸੇ ਥਾਂ ਜੰਮ ਕੇ ਮੁਕਾਬਲਾ ਕਰਦਾ ਰਿਹਾ। ਚੜ੍ਹਤ ਸਿੰਘ ਨੇ ਆਪਣੀ ਪੁਰਾਣੀ ਚਾਲ ਚੱਲੀ ਤੇ ਮੈਦਾਨ ਛੱਡ ਕੇ ਭੱਜ ਗਿਆ। ਨਾਸਰ ਖਾਂ ਇਸ ਚਾਲ ਵਿੱਚ ਫਸ ਗਿਆ ਤੇ ਉਹਦਾ ਪਿੱਛਾ ਕਰਦਾ ਹੋਇਆ ਫੌਜ ਤੋਂ ਕਾਫੀ ਦੂਰ ਨਿਕਲ ਗਿਆ। ਸਿੱਖ ਭੱਜਦੇ ਭੱਜਦੇ ਅਚਾਨਕ ਮੁੜ ਪਏ ਤੇ ਭੁੱਖੇ ਬਾਜ ਵਾਂਗ ਉਸ 'ਤੇ ਜਾ ਪਏ। ਨਾਸਰ ਖਾਂ ਦਾ ਬੜਾ ਬੁਰਾ ਹਾਲ ਹੋਇਆ, ਪਰ ਫਿਰ ਵੀ ਡਿੱਗਦਾ ਟਹਿੰਦਾ ਉਹ ਵਾਪਸ ਆਪਣੀ ਫੌਜ ਵਿੱਚ ਪਹੁੰਚ ਹੀ ਗਿਆ। ਅਬਦਾਲੀ ਦੀ ਵਾਪਸੀ ਪਿੱਛੋਂ ਸਿੱਖ ਸਰਦਾਰ ਆਪਣੇ ਆਪਣੇ ਇਲਾਕਿਆਂ ਵੱਲ ਮੁੜ ਗਏ। ਭੰਗੀ ਸਰਦਾਰਾਂ ਦੇ ਇਲਾਕੇ ਵਿੱਚ ਲਾਹੌਰ ਪੈਂਦਾ ਸੀ।
ਉਹ ਇਹ ਨਹੀਂ ਸਨ ਬਰਦਾਸ਼ਤ ਕਰ ਸਕਦੇ ਕਿ ਲਾਹੌਰ ਅਹਿਮਦ ਸ਼ਾਹ ਵੱਲੋਂ ਥਾਪੇ ਹੋਏ ਸੂਬੇਦਾਰ ਥੱਲੇ ਹੋਵੇ, ਕਿਉਂਕਿ ਅੰਮ੍ਰਿਤਸਰ ਲਾਗੇ ਹੀ ਹੋਣ ਕਰਕੇ ਉਸ ਤੋਂ ਸਿੱਖਾਂ ਨੂੰ ਸਦਾ ਖਤਰਾ ਸੀ। ਸਿੱਖਾਂ ਨੇ 2000 ਸੈਨਾ ਨਾਲ ਲੈ ਕੇ ਲਾਹੌਰ ਦਾ ਘੇਰਾ ਕੱਤ ਲਿਆ। ਉਹਨਾਂ ਨੇ ਕੁਝ ਮਾਲੀਆ ਨੂੰ ਵੱਢੀ ਦੇ ਕੇ ਸ਼ਹਿਰ ਦਾ ਬੂਹਾ ਖੁਲਵਾ ਲਿਆ ਤੇ ਸ਼ਹਿਰ ਨੂੰ ਕਾਬੂ ਕਰ ਲਿਆ। ਜਦ ਚੜ੍ਹਤ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਵੀ ਆਪਣੀਆਂ ਫੌਜਾਂ ਲੈ ਕੇ ਉੱਥੇ ਆ ਪਹੁੰਚਿਆ ਤੇ ਲੁੱਟਮਾਰ ਵਿੱਚੋਂ ਆਪਣਾ ਹਿੱਸਾ ਮੰਗਣ ਲੱਗ ਪਿਆ। ਭੰਗੀ ਸਰਦਾਰ ਉਹਨੂੰ ਨਾਰਾਜ਼ ਨਹੀਂ ਸਨ ਕਰਨਾ ਚਾਹੁੰਦੇ, ਇਸ ਲਈ ਉਹਨਾਂ ਨੇ ਚੜ੍ਹਤ ਸਿੰਘ ਨੂੰ ਅਬਦਾਲੀ ਦੀ ਤੋਪ ਜ਼ਮਜ਼ਮਾ ਉਹਨਾਂ ਨੂੰ ਦੇ ਦਿੱਤੀ ਤੇ ਉਸ ਤੋਪ ਨੂੰ ਆਪਣੇ ਗੁਜਰਾਂਵਾਲੇ ਦੇ ਕਿਲ੍ਹੇ ਵਿੱਚ ਲੈ ਗਿਆ। ਉਧਰ ਸਿੱਖਾਂ ਨੇ ਜਿੱਤ ਦੀ ਖੁਸ਼ੀ ਵਿੱਚ ਰੁਪਏ ਦਾ ਸਿੱਕਾ ਚਲਾਇਆ। ਇਸ ਸਿੱਕੇ ਦੇ ਇੱਕ ਪਾਸੇ ਫਾਰਸੀ ਵਿੱਚ ਲਿਖਿਆ ਸੀ, ਦੇਗੋ ਤੇਗੋ ਫਤਿਹ ਨਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਇਸ ਦਾ ਭਾਵ ਹੈ ਕਿ ਦੇਗ ਤੇਗ ਜਿੱਤ ਅਤੇ ਸਹਾਇਤਾ ਇਹ ਸਭ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਮਿਹਰ ਨਾਲ ਪ੍ਰਾਪਤ ਹੁੰਦੀਆਂ ਹਨ। ਦੂਜੇ ਪਾਸੇ ਲਿਖਿਆ ਸੀ 1765 ਸੰਮਤ ਵਿੱਚ ਲਾਹੌਰ ਦੀ ਰਾਜਧਾਨੀ ਵਿੱਚ ਬਣਾਇਆ ਗਿਆ। ਬਾਕੀ ਸਿੱਖ ਮਿਰਸਲਦਾਰਾਂ ਨੇ ਆਪਣੇ ਆਪਣੇ ਇਲਾਕੇ ਵਧਾਉਣੇ ਸ਼ੁਰੂ ਕਰ ਦਿੱਤੇ ਤੇ ਪੰਜਾਬ ਦੇ ਕਾਫੀ ਹਿੱਸੇ ਤੇ ਛਾ ਗਏ। ਹੁਣ ਸਿੱਖਾਂ ਨੇ ਦਿੱਲੀ ਤੇ ਹਮਲਾ ਕਰਨ ਦਾ ਫੈਸਲਾ ਕਰ ਲਿਆ। ਉਸੇ ਵੇਲੇ ਮੁਗਲਾਂ ਵੱਲੋਂ ਦਿੱਲੀ ਦਾ ਹਾਕਮ ਨਜੀਬੂਦੀਨ ਦੌਲਾ ਛਾਪਿਆ ਗਿਆ। ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ 25,000 ਸਿੱਖ ਫੌਜ ਨੇ ਨਜੀਬ ਦਾ ਇਲਾਕਾ ਲੁੱਟਣਾ ਸ਼ੁਰੂ ਕਰ ਦਿੱਤਾ। ਦੋਹਾਂ ਫੌਜਾਂ ਦੀ ਕਰਨਾਲ ਲਾਗੇ ਲੜਾਈ ਹੋਈ। ਸਾਰਾ ਦਿਨ ਦੋਵੇਂ ਪਾਸੇ ਇੱਕ ਦੂਜੇ ਤੇ ਹਮਲੇ ਕਰਦੇ ਰਹੇ। ਕਦੀ ਕਿਸੇ ਦਾ ਪੱਲਾ ਭਾਰੀ ਹੋ ਜਾਂਦਾ, ਕਦੀ ਕਿਸੇ ਦਾ। ਆਖਰ ਸ਼ਾਮ ਪੈ ਗਈ ਤੇ ਬਿਨਾਂ ਹਾਰ ਜਿੱਤ ਦਾ ਫੈਸਲਾ ਹੋਏ ਲੜਾਈ ਖਤਮ ਹੋ ਗਈ। ਸਿੱਖਾਂ ਨੇ ਦਿੱਲੀ ਵੱਲ ਮੂੰਹ ਮੋੜ ਲਿਆ। ਤਰੁਣਾ ਦਲ ਵੀ ਉਹਨਾਂ ਨਾਲ ਜਾ ਰਲਿਆ। ਭਰਤਪੁਰ ਦਾ ਰਾਜਾ ਉਸ ਵੇਲੇ ਮਰਹੱਟਿਆਂ ਨਾਲ ਲੜ ਰਿਹਾ ਸੀ। ਉਹਨੇ ਸਿੱਖਾਂ ਨੂੰ 7 ਲੱਖ ਰੁਪਇਆ ਦੇ ਕੇ ਆਪਣੇ ਵੱਲ ਕਰ ਲਿਆ ਤੇ ਉਹਨਾਂ ਦੀ ਮਦਦ ਨਾਲ ਭਰਤਪੁਰ ਦੇ ਰਾਜੇ ਨੇ ਮਰਹੱਟਿਆਂ ਨੂੰ ਤਕੜੀ ਹਾਰ ਦਿੱਤੀ। ਇਸ ਪਿੱਛੋਂ ਸਿੱਖ ਵਾਪਸ ਪੰਜਾਬ ਵੱਲ ਆ ਗਏ। 1766 ਦੇ ਸਿਆਲ ਦੇ ਵਿੱਚ ਸ਼ੁਰੂ ਵਿੱਚ ਮੁਹੰਮਦ ਸ਼ਾਹ ਅਬਦਾਲੀ ਨੇ ਫਿਰ ਭਾਰਤ ਵੱਲ ਮੂੰਹ ਮੋੜਿਆ। ਇਸ ਵਾਰ ਉਹ ਚਾਹੁੰਦਾ ਸੀ ਕਿ ਸਿੱਖਾਂ ਨੂੰ ਬਿਨਾਂ ਛੇੜਿਆਂ ਉਹ ਸਿੱਧਾ ਦਿੱਲੀ ਪਹੁੰਚ ਜਾਵੇ ਤੇ ਵਾਪਸ ਮੁੜਦੀ ਵਾਰ ਉਹਨਾਂ ਨਾਲ 2 ਹੱਥ ਕਰੇ। ਉਹਦੇ ਲਾਹੌਰ ਪਹੁੰਚਦਿਆਂ ਹੀ ਸਿੱਖਾਂ ਨੇ ਸ਼ਹਿਰ ਖਾਲੀ ਕਰ ਦਿੱਤਾ ਤੇ ਆਪਣੇ ਛਾਪਾਮਾਰ ਦਸਤੇ ਲੈ ਕੇ ਅਬਦਾਲੀ ਦਾ ਪਿੱਛਾ ਕਰਦੇ ਰਹੇ। ਜਦ ਅਬਦਾਲੀ ਸ੍ਰੀ ਅੰਮ੍ਰਿਤਸਰ ਲਾਗੇ ਪਹੁੰਚਿਆ ਤਾਂ ਸਿੱਖਾਂ ਨੇ ਪਿੱਛੋਂ ਉਸਦਾ ਸਾਰਾ ਸਮਾਨ ਲੁੱਟ ਲਿਆ ਤੇ ਲਾਹੌਰ ਤੇ ਧਾਵਾ ਬੋਲ ਦਿੱਤਾ। ਅਬਦਾਲੀ ਫਿਰ ਲਾਹੌਰ ਵੱਲ ਮੁੜਿਆ। ਉਹਦੇ ਉੱਥੇ ਪਹੁੰਚਣ ਤੱਕ ਸਿੱਖ ਫਿਰ ਸ਼ਹਿਰ ਖਾਲੀ ਕਰ ਗਏ ਸਨ। ਸਿੱਖਾਂ ਦੀਆਂ ਇਹਨਾਂ ਚਾਲਾਂ ਨਾਲ ਉਹ ਬੜਾ ਦੁਖੀ ਹੋਇਆ। ਹਾਲੀਓ ਲਾਹੌਰ ਵਿੱਚ ਹੀ ਸੀ ਕਿ ਚੜ੍ਹਤ ਸਿੰਘ ਸ਼ੁਕਰ ਚੱਕੀਆ ਤੇ ਭੰਗੀ ਸਰਦਾਰਾਂ ਨੇ ਉਹਦੇ ਜਰਨੈਲ ਜਹਾਂ ਖਾਂ ਤੇ ਜੋ ਸ੍ਰੀ ਅੰਮ੍ਰਿਤਸਰ ਲਾਗੇ ਸੀ ਹਮਲਾ ਕਰ ਦਿੱਤਾ। ਸਖਤ ਲੜਾਈ ਹੋਈ। ਇਸ ਵਿੱਚ ਜਹਾਂ ਖਾਂ ਨੱਸ ਗਿਆ। ਉਹਦੇ 6000 ਸਿਪਾਹੀ ਮੈਦਾਨੇ ਜੰਗ ਵਿੱਚ ਮਾਰੇ ਗਏ। ਅਹਿਮਦ ਸ਼ਾਹ ਬਿਆਸ ਪਾਰ ਕਰਕੇ ਮਾਛੀਵਾੜੇ ਵੱਲ ਵਧਿਆ। ਸਿੱਖਾਂ ਨੇ ਇੱਥੇ ਵੀ ਉਹਨੂੰ ਸਾਹ ਨਾ ਲੈਣ ਦਿੱਤਾ। ਉਹ ਬਥੇਰਾ ਉਹਨਾਂ ਮਗਰ ਆਪਣੀਆਂ ਫੌਜਾਂ ਭੇਜਦਾ ਰਿਹਾ, ਪਰ ਉਹ ਡਾਈ ਨਹੀਂ ਸਨ ਦਿੰਦੇ। ਉਹ ਤਦ ਹੀ ਅਬਦਾਲੀ 'ਤੇ ਹਮਲਾ ਕਰਦੇ ਸਨ ਜਦ ਉਹਨੂੰ ਹਮਲੇ ਦਾ ਖਾਬ ਖਿਆਲ ਵੀ ਨਹੀਂ ਸੀ ਹੁੰਦਾ। ਅਹਿਮਦ ਸ਼ਾਹ ਇਤਨਾ ਤੰਗ ਹੋਇਆ ਕਿ ਨਾ ਤਾਂ ਉਹ ਦਿੱਲੀ ਤੱਕ ਪਹੁੰਚ ਸਕਿਆ ਤੇ ਨਾ ਹੀ ਸਿੱਖਾਂ ਨੂੰ ਕੁਚਲ ਸਕਿਆ। ਉਹਨੇ ਜਲਦੀ ਆਪਣੇ ਦੇਸ਼ ਨੂੰ ਮੁੜਨ ਦੀ ਕੀਤੀ। ਇਹ ਅਹਿਮਦ ਸ਼ਾਹ ਦਾ ਆਖਰੀ ਹਮਲਾ ਸੀ। ਉਹਦੇ ਚਲੇ ਜਾਣ ਪਿੱਛੋਂ ਸਿੱਖਾਂ ਨੇ ਫਿਰ ਆਪਣੇ ਇਲਾਕੇ ਮੱਲ ਲਏ। ਜਮਨਾ ਨਦੀ ਤੋਂ ਲੈ ਕੇ ਅਟਕ ਤੱਕ ਅਤੇ ਦੱਖਣ ਵਿੱਚ ਮੁਲਤਾਨ ਤੋਂ ਲੈ ਕੇ ਸ਼ਿਵਾਲਿਕ ਦੀਆਂ ਪਹਾੜੀਆਂ ਤੱਕ ਉਹਨੇ ਸਾਰੇ ਪੰਜਾਬ ਨੂੰ ਸੰਭਾਲ ਲਿਆ। ਸਿੱਖਾਂ ਦੇ 2 ਵੱਡੇ ਵੈਰੀ ਸਨ, ਦਿੱਲੀ ਦੀ ਮੁਗਲ ਸਰਕਾਰ ਤੇ ਅਹਿਮਦ ਸ਼ਾਹ ਅਬਦਾਲੀ। ਮੁਗਲ ਸਰਕਾਰ ਦਾ ਅਹਿਮਦ ਸ਼ਾਹ ਨੇ ਸਫਾਇਆ ਕਰ ਦਿੱਤਾ ਤੇ ਅਬਦਾਲੀ ਨੂੰ ਸਿੱਖਾਂ ਨੇ ਖਤਮ ਕਰ ਦਿੱਤਾ। ਹੁਣ ਅਬਦਾਲੀ ਬੁੱਢਾ ਤੇ ਬਿਮਾਰ ਹੋ ਚੁੱਕਾ ਸੀ। ਉਹਨੂੰ ਪਤਾ ਲੱਗ ਗਿਆ ਸੀ ਕਿ ਸਿੱਖਾਂ ਨਾਲ ਟੱਕਰ ਲੈਣੀ ਮੂਰਖਤਾ ਹੈ। ਇਸ ਲਈ ਉਹਨੇ ਫਿਰ ਭਾਰਤ ਵੱਲ ਮੂੰਹ ਨਾ ਮੋੜਿਆ। ਉਹ ਉੱਤਰ ਪੱਛਮ ਵੱਲੋਂ ਭਾਰਤ 'ਤੇ ਚੜ੍ਹਾਈ ਕਰਨ ਵਾਲਾ ਆਖਰੀ ਹਮਲਾਵਰ ਸੀ। ਹੁਣ ਪੰਜਾਬ ਤੇ ਸਿੱਖ ਰਾਜ ਲਈ ਰਸਤਾ ਸਾਫ਼ ਹੋ ਗਿਆ ਸੀ। ਅੱਜ ਤੁਸੀਂ ਮੇਰੇ ਨਾਲ ਸਿੱਖ ਰਾਜ ਦੀ ਉਸਾਰੀ ਵਿੱਚ ਮਹੱਤਵਪੂਰਨ ਇਤਿਹਾਸਿਕ ਘਟਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਇਸ ਵਿੱਚ ਸਿਰਲੇਖਵਾਰ ਬੰਦਾ ਬਹਾਦਰ ਦੀ ਸ਼ਹੀਦੀ ਤੋਂ ਪਿੱਛੋਂ ਖਾਲਸਾ ਫੌਜ ਦਾ ਮੁੱਢ, ਅਬਦਾਲੀ ਦਾ ਹਮਲਾ, ਸਿੱਖ ਤੇ ਮੀਰ ਮਨੂੰ, ਸਿੱਖ ਇਲਾਕੇ ਦਾ ਵਿਸਥਾਰ, ਆਲਾ ਸਿੰਘ ਤੇ ਮਲਵਈ ਸਿੱਖ ਤੇ ਵੱਡਾ ਘੱਲੂਘਾਰਾ ਬਾਰੇ ਬੜਾ ਸੋਹਣਾ ਬਿਆਨਿਆ ਗਿਆ ਹੈ। ਇਸ ਤੋਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਰਾਜ ਕੇਵਲ ਖਾਸ ਤੇ ਸੋਚੀ ਸਮਝੀ ਨੀਤੀ, ਦੂਜੇ ਸ਼ਬਦਾਂ ਵਿੱਚ ਰਾਜਨੀਤੀ ਦੁਆਰਾ ਕੀਤਾ ਜਾ ਸਕਦਾ ਹੈ, ਕੇਵਲ ਤਾਕਤ ਜਾਂ ਜੋਸ਼ ਨਾਲ ਨਹੀਂ। ਆਮ ਲੋਕਾਂ ਦੀਆਂ ਤਾਕਤ, ਸੋਚ ਤੇ ਸਮਰੱਥਾ ਰਾਜਨੀਤੀ ਨਾਲ ਹੋਣੀ ਚਾਹੀਦੀ ਹੈ। ਸਿੱਖ ਰਾਜਨੀਤੀ ਤੋਂ ਅਣਭਿੱਜ ਸਨ। ਮਹਾਰਾਜਾ ਰਣਜੀਤ ਸਿੰਘ ਵੀ ਆਪਣੀ ਤਾਕਤ ਤੇ ਜੋਸ਼ ਨਾਲ ਰਾਜ ਕਮਾ ਗਿਆ। ਅੰਗਰੇਜ਼ ਕਿਉਂਕਿ ਰਾਜਨੀਤੀ ਦੇ ਪੱਕੇ ਖਿਡਾਰੀ ਸਨ, ਉਹਨਾਂ ਨੇ ਮਹਾਰਾਜ ਨੂੰ ਝੂਠੀ ਤਾਕਤ ਵਿਖਾ ਕੇ ਉਸ ਦੀ ਮੌਤ ਦੇ 10 ਸਾਲਾਂ ਬਾਅਦ ਭਾਰਤ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸਨ।